लास्ट टाइम ਆਪਾਂ ਕੀਤਾ ਸੀ ਸੈਂਸਿਟੀਵਿਟੀ ਆਫ ਪੋਟੈਂਸ਼ੀਓਮੀਟਰ ਦਾ ਮਤਲਬ ਕੀ ਹੁੰਦਾ ਹੈ ਕਿ ਅਗਰ ਕੋਈ ਤੁਸੀਂ ਅਨਨੋਨ ईएमएफ यानी वाला कोई सेल यूज करते हो, मान लो 10 वोल्ट एंड दूसरा बहुत थोड़ा जिवें 9.99 वोल्ट यूज कर लेंदे हो, then ਜਿਹੜਾ ਉਹਦੇ ਐਂਡ ਜਿਹੜੇ ਉਹਦੇ ਨਲ ਪੁਆਇੰਟਸ ਆਣਗੇ ਪੋਟੈਂਸ਼ੀਓਮੀਟਰ ਵਾਇਰ ਦੇ ਉੱਪਰ, ਉਹ ਥੋੜਾ ਡਿਸਟੈਂਸ ਤੇ ਆਣ, ਅਲੱਗ-ਅਲੱਗ ਆਣ, ਸਾਫ਼ ਡਿਟੈਕਟ ਹੋ ਸਕਦੇ ਹੋਣ, ਤਾਂ ਆਪਾਂ ਕਹਾਂਗੇ ਕਿ ਬਹੁਤ ਸੈਂਸਿਟਿਵ ਪੋਟੈਂਸ਼ੀਓਮੀਟਰ ਹੈ। ਤੇ ਆਪਾਂ ਦੇਖਿਆ ਸੀ ਕਿ ਇਹਦੀ ਸੈਂਸਿਟੀਵਿਟੀ ਇਨਕਰੀਜ਼ ਕਰਨ ਦੇ ਲਈ ਕੀ ਕਰਨਾ ਪੈਣਾ ਸਾਨੂੰ, ਟੂ ਇਨਕਰੀਜ਼ the sensitivity of potentiometer we need to ਕੀ ਕਰਨਾ ਪੈਂਦਾ ਵਿਗ੍ਰਾਂਸ਼? ਹਾਂਜੀ ਵਿਗ੍ਰਾਂਸ਼ ਹਾਂਜੀ ਕੀ ਕਰਨਾ ਪੈਂਦਾ ਹੈ ਸੈਂਸਿਟੀਵਿਟੀ ਵਧਾਉਣ ਲਈ? ਤੂੰ ਹੀ ਦੱਸਿਆ ਸੀ ਪਿਛਲੇ ਲੈਕਚਰ ਚ। ਯਾਦ ਨਹੀਂ ਸਰ। ਸਾਨੂੰ ਜਿਹੜਾ ਪੋਟੈਂਸ਼ੀਅਲ ਗ੍ਰੇਡੀਐਂਟ ਹੈ ਵਧਾਉਣਾ ਪੈਂਦਾ, ਘਟਾਉਣਾ ਪੈਂਦਾ ਹੈ? ਡਿਕਰੀਜ਼ ਕਰਨਾ ਪੈਂਦਾ ਨਾ। ਹਾਂਜੀ ਤੇ ਇਹ ਮੈਂ ਐਗਜ਼ਾਮਪਲਸ ਦੇ ਕੇ ਸਮਝਾਇਆ ਸੀ ਪਿਛਲਾ ਲੈਕਚਰ, ਧਿਆਨ ਨਾਲ ਦੇਖ ਲਿਓ ਐਂਡ ਚ ਜਾ ਕੇ। ਜਦੋਂ the potential gradient of potentiometer wire, ਤੇ ਇੱਕ ਗੱਲ ਨੋਟ ਚ ਲਿਖ ਲਓ ਨਾਲ ਇੱਥੇ, ਨੋਟ that sensitive potentiometer ਤੋਂ ਕੀ ਮਤਲਬ ਹੈ? a sensitive potentiometer means a potentiometer which can detect even a small change in voltage easily। इस गल का मतलब नहीं अगर समझ आया किसी ने इस गल का, या फिर डिक्रीज क्यों है थे इंक्रीज क्यों नहीं है, तो हैंड रेज करो जिन्होंने ये गल समझ नहीं आई कि पोटेंशियल ग्रेडियंट ਜਿਹੜਾ ਆ ਉਹ ਜਿੰਨਾ ਘੱਟ ਹੋਏਗਾ ਉਨਾ ਹੀ ਉਹ ਡਿਫਰੈਂਸ ਆਫ ਵੋਲਟੇਜ ਨੂੰ ਈਜ਼ੀਲੀ ਡਿਟੈਕਟ ਕਰ ਪਾਏਗਾ। ਪਿਛਲੇ ਲੈਕਚਰ ਚ ਆਪਾਂ ਇੱਥੇ ਖਤਮ ਕੀਤਾ ਸੀ, ਆ ਗੱਲ ਨੂੰ ਕਰ ਰਹੇ ਸੀ ਬਹੁਤ ਚੰਗੀ ਤਰ੍ਹਾਂ। ਚਲੋ ਠੀਕ ਹੈ, ਇਹ ਤੁਹਾਨੂੰ ਪਤਾ ਹੈ। ਸੋ ਹੁਣ ਇਹਨੂੰ ਡਿਕਰੀਜ਼ ਕਰਾਂਗੇ ਕਿਵੇਂ? ਦੇਖੋ पोटेंशियल ग्रेडियंट सानू पता है, पोटेंशियल ग्रेडियंट हुंदा की है भी जिन्ना वोल्टेज ड्रॉप हो रहा अक्रॉस द वायर डिवाइड बाय लेंथ ऑफ द वायर, ठीक है। सो हुण इह आपां दो गल्लां कर सकदे, जेदा पोटेंशियल ड्रॉप अक्रॉस द वायर उन्ना ही रखा मैं, तां मैं लेंथ इनक्रीज कर सकदा हां। जिवें पोटेंशियल ड्रॉप पर यूनिट लेंथ वो करना, जिवें कहण दा भाव है कि मान लो एक वायर है, ते वायर है कि मान लो 400 सेंटीमीटर दी, ਤੇ ਪੂਰੀ ਵਾਇਰ ਦੇ ਵਿੱਚ ਅਕ੍ਰੋਸ ਮੰਨ ਲਓ V1 ਤੇ V2 ਦੇ ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ, ਮੰਨ ਲਓ V1 V2 ਜਿਹੜਾ ਆ ਉਹ ਮੰਨ ਲਓ 800 ਵੋਲਟ ਹੈ, ਤਾਂ ਤੁਹਾਡਾ ਪੋਟੈਂਸ਼ੀਅਲ ਗ੍ਰੇਡੀਐਂਟ ਕਿੰਨਾ ਆਏਗਾ ਗੁਰਾਂਸ਼? ਆਏਗਾ ਹਾਂਜੀ। ਤੇ ਮੈਂ ਇਹ ਕਹਿ ਰਿਹਾ ਕਿ ਜੇ ਤੁਸੀਂ ਪੋਟੈਂਸ਼ੀਅਲ ਡਿਫਰੈਂਸ ਉਨਾ ਹੀ ਰੱਖਣਾ ਹੈ, ਮਤਲਬ 800 ਵੋਲਟ ਦਾ ਹੀ, ਤੇ ਜੇ ਤੁਸੀਂ ਵਾਇਰ ਲੰਬੀ ਕਰ ਦੋ, वायर 800 ਦੀ ਕਰ ਦੋ, 800 ਸੈਂਟੀਮੀਟਰ ਦੀ ਕਰ ਦੋ, ਤਾਂ ਤੁਹਾਡਾ ਉਹ ਨਹੀਂ ਰਵੇ ਵੋਲਟੇਜ, ਤਾਂ ਉਹ ਕਿੰਨਾ ਆਏਗਾ 1 ਵੋਲਟ ਪਰ ਸੈਂਟੀਮੀਟਰ ਆਏ, ਘਟ ਜਾਏਗਾ ਨਾ। ਸੋ ਲੈਂਥ ਵਧਾ ਸਕਦੇ ਆ ਆਪਾਂ। ਸੋ ਆਪਣੇ ਕੋਲ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਡਿਕਰੀਜ਼ ਕਰਨਾ ਜੇ ਪੋਟੈਂਸ਼ੀਅਲ ਗ੍ਰੇਡੀਐਂਟ, ਤਾਂ ਅਸੀਂ ਉਹਦੀ ਲੈਂਥ ਵਧਾ ਸਕਦੇ ਹਾਂ। ਸੋ ਮੈਥਡ ਨੰਬਰ 1 ਜੋ ਹੈ ਇਹਦਾ ਉਹੀ ਹੈ that for same potential drop, for same potential drop, increase the length of wire या length of potentiometer wire।
मतलब यह है कि जे मैं सारा कुछ बाकी सेम लै लवां एक्सटर्नल रेजिस्टेंस भी ते मान लो ਆਪਾਂ ਨੂੰ ਕੋਈ ਪਾਰਟਿਕੂਲਰ ਰੈਜ਼ਿਸਟੈਂਸ ਵੀ ਗਿਵਨ ਹੋਵੇ ਕਿ ਆ ਵਾਇਰ ਦੀ ਇੰਨੀ ਰੈਜ਼ਿਸਟੈਂਸ ਹੈ ਤਾਂ ਜਿਹੜੀ ਵਾਇਰ ਦੀ ਲੈਂਥ ਜ਼ਿਆਦਾ ਹੋਏਗੀ ਮੈਂ ਉਹ ਯੂਜ਼ ਕਰੂੰਗਾ ਫਿਰ पोटेंशियल ग्रेडियंट घटाने के लिए। एक तो हो गया मेथड नंबर 2 है फॉर सेम लेंथ ऑफ वायर, अगर मान लो लेंथ सेम रहनी है ऑफ वायर, डिक्रीज करंट, डिक्रीज करंट थ्रू पोटेंशियोमीटर वायर। पोटेंशियोमीटर वायर ਤੇ ਕਰੰਟ ਨੂੰ ਡਿਕਰੀਜ਼ ਕਿਵੇਂ ਯੂਜ਼ ਕਰਦੇ ਆ ਬਾਈ ਯੂਜ਼ਿੰਗ ਰਿਓਸਟੈਟ, ਜਿਹੜਾ ਨਾਲ ਲੱਗਿਆ ਹੁੰਦਾ ਨਾ ਰਿਓਸਟੈਟ, ਉਹਦੇ ਨਾਲ ਕਰ ਸਕਦੇ ਹਾਂ। ਤੇ ਤੁਹਾਨੂੰ ਪਤਾ ਹੈ ਕਿ ਪੋਟੈਂਸ਼ੀਅਲ ਗ੍ਰੈਡੀਐਂਟ ਦੇ ਬਾਰੇ ਮੈਂ ਦੱਸਿਆ ਤੁਹਾਨੂੰ, ਪੋਟੈਂਸ਼ੀਅਲ ਗ੍ਰੈਡੀਐਂਟ ਦਾ ਫਾਰਮੂਲਾ ਕੀ ਸੀਗਾ, ਜੇ ਮੈਂ ਜਨਰਲੀ ਕਰ ਰਹਾ ਵੋਲਟੇਜ ਜਿਹੜਾ ਆ ਇਕੁਅਲ ਟੂ ਰੈਜ਼ਿਸਟੈਂਸ ਆਫ ਦਾ ਵਾਇਰ ਇਨਟੂ ਕਰੰਟ ਹੈਗਾ, ਤੇ ਰੈਜ਼ਿਸਟੈਂਸ ਨੂੰ ਆਪਾਂ ਲਿਖਦੇ ਹਾਂ ਰੋ L ਬਾਈ A ਇਨਟੂ ਕਰੰਟ, ਇੱਥੇ ਆਪਾਂ ਕਹਿੰਦੇ ਹਾਂ ਰੋ I by A करते हैं ਤਾਂ ਹੁੰਦਾ ਨਾ ਵੋਲਟੇਜ ਡ੍ਰੌਪ ਪਰ ਯੂਨਿਟ ਲੈਂਥ, ਦੇਖੋ ਹੈ ਨਾ। यस सर। ਇਹਦਾ ਮਤਲਬ ਰੈਜ਼ਿਸਟਿਵਿਟੀ ਦਾ ਵਾਇਰ ਦੀ ਸੇਮ ਹੀ ਹੈ, ਮਟੀਰੀਅਲ ਜਿਹੜਾ ਆ ਏਰੀਆ ਆਫ ਕ੍ਰਾਸ ਸੈਕਸ਼ਨ ਵੀ ਨਹੀਂ ਬਦਲਣਾ ਹੁੰਦਾ ਕਿਉਂਕਿ ਵਾਇਰ ਯੂਨੀਫਾਰਮ ਲਈ ਹੋਈ ਆਪਾਂ। ਤਾਂ ਬੇਸਿਕਲੀ ਜੇ ਤੁਸੀਂ K ਡਿਕਰੀਜ਼ ਕਰਨਾ ਤਾਂ ਤੁਸੀਂ ਕਰੰਟ ਨੂੰ ਰਿਡਿਊਸ ਕਰਦੇ ਹੋ, ਕਿਉਂਕਿ ਇਹਦਾ ਫਾਰਮੂਲਾ ਹੁੰਦਾ ਰੋ I by A। ਸੋ ਜੇ ਤੁਸੀਂ ਜਿੰਨਾ ਘੱਟ ਕਰੰਟ ਹੋਏਗਾ, ਜਿੰਨਾ ਸਮਾਲ ਕਰੰਟ ਹੋਏਗਾ, ਉਨਾ ਹੀ ਜ਼ਿਆਦਾ ਜਿਹੜਾ ਪੋਟੈਂਸ਼ੀਅਲ ਗ੍ਰੇਡੀਐਂਟ ਘੱਟ ਹੋਏਗਾ, ਉਨਾ ਹੀ ਜ਼ਿਆਦਾ ਜਿਹੜਾ ਤੁਹਾਡਾ ਪੋਟੈਂਸ਼ੀਓਮੀਟਰ ਹੈ ਉਹ ਸੈਂਸਿਟਿਵ ਹੋਏਗਾ। ਤੇ ਆ ਜਿਹੜਾ ਕਰੰਟ ਵਾਲਾ ਹੈ ਨਾ ਕਾਫੀ ਇੰਪੋਰਟੈਂਟ ਪਾਰਟ ਹੁੰਦਾ ਹੈ। ਤੇ ਤੁਹਾਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਕਿ ਜਿਹੜੀ ਵਾਇਰ ਹੈ, ਵਾਇਰ ਦੇ ਅਕ੍ਰੋਸ ਜਿੰਨਾ ਟੋਟਲ ਡ੍ਰੌਪ ਹੁੰਦਾ ਹੈ, ਵਾਇਰ ਉਨੇ ਹੀ EMF ਤੱਕ ਦਾ ਮਤਲਬ ਮੇਜਰ ਕਰ ਸਕਦੇ, ਬੈਲੈਂਸ ਪੁਆਇੰਟ ਮਿਲ ਸਕਦਾ ਆਪਾਂ ਨੂੰ ਇਸ ਵਾਇਰ ਤੇ। ਪਤਾ ਨਾ ਇਹ ਗੱਲ ਤਾਂ ਹੁਣ 800 ਵੋਲਟ ਹੈ, ਜੇ ਮੈਂ 1000 ਵੋਲਟ ਲਾ ਦਵਾਂ ਤੇ 1000 ਵੋਲਟ ਨੂੰ ਕਿੱਥੇ ਮਿਲਣਾ ਬੈਲੈਂਸ ਪੁਆਇੰਟ, ਕਿਤੇ ਵੀ ਨਹੀਂ ਮਿਲਣਾ ਇਹ ਚ, ਠੀਕ ਹੈ ਨਾ। ਸੋ ਇਹ ਗੱਲ ਕਲੀਅਰ ਹੈ ਸਭ ਨੂੰ। यस सर। ਅਬਾਊਟ ਦ ਸੈਂਸਿਟੀਵਿਟੀ ਆਫ ਪੋਟੈਂਸ਼ੀਓਮੀਟਰ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ। ਹੁਣ ਇੱਕ ਜਿਹੜੀ ਗੱਲ ਹੈਗੀ ਆ ਮਤਲਬ ਕਲਰ ਕੋਡਸ ਆਫ ਕਾਰਬਨ ਰੈਜ਼ਿਸਟੈਂਸਿਸ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਕਲਰ ਕੋਡਸ ਆਫ ਕਾਰਬਨ ਰੈਜ਼ਿਸਟੈਂਸਿਸ, ਇਹਨੂੰ ਕਾਰਬਨ ਰੈਜ਼ਿਸਟੈਂਸਿਸ ਬੋਲ ਦਿੰਦੇ ਕਿਉਂਕਿ ਉਹ ਕਾਰਬਨ ਦੇ ਨਾਲ ਬਣੀਆਂ ਹੁੰਦੀਆਂ ਨੇ ਰੈਜ਼ਿਸਟੈਂਸਿਸ। ਤੇ ਇਹਦਾ ਜਿਹੜਾ ਐਕਚੁਅਲ ਸਾਈਜ਼ ਹੁੰਦਾ ਆ ਮਤਲਬ ਆਹ ਵਾਲੀ ਰੈਜ਼ਿਸਟੈਂਸ ਉਹ ਲਗਭਗ ਆ ਹੁੰਦਾ ਆ, ਇਹ ਇਸ ਤਰ੍ਹਾਂ ਵਾਇਰ ਲੱਗੀ ਹੁੰਦੀ ਹੈ ਤੇ ਇਸ ਤਰ੍ਹਾਂ, ਤੇ ਇੱਕ ਛੋਟਾ ਜਿਹਾ ਇਸ ਤਰ੍ਹਾਂ ਦਾ ਨਾ ਸਿਲੰਡਰ ਜਿਹਾ ਹੁੰਦਾ ਹੈ, ਇਸ ਤਰ੍ਹਾਂ ਦਾ ਬਹੁਤ ਛੋਟਾ ਆ ਇਸ ਤਰ੍ਹਾਂ ਦਾ, ਤੇ ਇਹਦੇ ਉੱਪਰ ਨਾ ਰੰਗ ਬਿਰੰਗੀ ਇਸ ਤਰ੍ਹਾਂ ਦੀਆਂ ਆ ਲਾਈਨਾਂ ਬਣੀਆਂ ਹੁੰਦੀਆਂ, ਇਸ ਤਰ੍ਹਾਂ ਇੱਕ ਰੈੱਡ ਹੋ ਗਈ, ਮੰਨ ਲਓ ਜਿਵੇਂ ਗ੍ਰੀਨ ਹੋ ਗਈ, ਠੀਕ ਹੈ ਨਾ, ਯੈਲੋ ਹੋ ਗਈ, ਇਸ ਤਰ੍ਹਾਂ। ਹੁਣ ਮੈਂ ਤੁਹਾਨੂੰ ਇਹ ਵੱਡੀ ਕਰਕੇ ਦਿਖਾਣਾ, ਬੇਸਿਕਲੀ ਹੁੰਦਾ ਆਹ ਸਾਈਜ਼ ਹੈ, ਪਰ ਆਪਾਂ ਇਹ ਬਣਾਉਂਦੇ ਆ ਇਸ ਤਰ੍ਹਾਂ ਦੀ ਕਾਰਬਨ ਰੈਜ਼ਿਸਟੈਂਸ ਲੱਗੀਆਂ ਹੁੰਦੀਆਂ ਸਿਲੰਡਰੀਕਲ ਸ਼ੇਪ ਦੀਆਂ, ਇਸ ਤਰ੍ਹਾਂ, ਠੀਕ ਹੈ। ਤੇ ਇਹਦੇ ਉੱਪਰ ਆਪਣੇ ਜਿਹੜੇ ਗੋਲ ਉਹ ਹੁੰਦੀਆਂ ਸਾਈਨ, ਜਿਵੇਂ ਆ ਪਿੱਛੇ ਵੀ ਹੁੰਦੀਆਂ ਹੋਣਗੀਆਂ, ਇਸ ਤਰ੍ਹਾਂ ਬੈਂਡਸ ਜਿਹੇ ਬਣੇ ਹੁੰਦੇ ਆ, ਜਿਵੇਂ ਰੈੱਡ ਹੋ ਗਿਆ, ਗ੍ਰੀਨ ਹੋ ਗਿਆ, ਇਸ ਤਰ੍ਹਾਂ ਕਲਰਫੁਲ ਜਿਹਾ, ਤੇ ਯੈਲੋ ਹੋ ਗਿਆ। ਮੋਸਟਲੀ ਇਸ 3 ਕਲਰ ਇਸ ਤਰ੍ਹਾਂ ਹੁੰਦੇ ਆ। ਚੌਥਾ ਕਲਰ ਕੋਈ ਇੱਥੇ ਐਂਡ ਵਿੱਚ ਇਸ ਜਗ੍ਹਾ ਤੇ ਮਤਲਬ ਹੋ ਵੀ ਸਕਦਾ ਹੈ, ਨਹੀਂ ਵੀ ਹੋ ਸਕਦਾ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਇਸ ਤਰ੍ਹਾਂ ਦੀ ਤੁਸੀਂ ਕਿਸੇ ਵੀ ਸਰਕਟ ਵਿੱਚ ਦੇਖਿਆ ਕਿਸੇ ਨੇ, ਜੇ ਕਿਸੇ ਦਾ ਜੇ ਪੁਰਾਣਾ ਟੀਵੀ ਕੋਈ ਘਰੇ ਹੋਵੇ ਤੇ ਅੱਜ ਕੱਲ ਦੇ ਤਾਂ ਚਲੋ ਕੰਪਨੀ ਵਾਲੇ ਲੈ ਜਾਂਦੇ ਨੇ ਤੇ ਠੀਕ ਕਰਕੇ ਦਿੰਦੇ ਨੇ, ਅਦਰਵਾਈਜ਼ ਘਰੇ ਟੀਵੀ ਠੀਕ ਕਰਨ ਵਾਲਾ ਕੋਈ ਆਉਂਦਾ, ਡੈਕ ਠੀਕ ਕਰਨ ਵਾਲਾ ਆਉਂਦਾ, ਉਹ ਖੋਲਦਾ ਹੈ ਸਰਕਟ ਜਿਹਾ, ਸਰਕਟ ਦੇ ਬੈਕ ਸਾਈਡ ਜਾਂ ਕੰਪਿਊਟਰ ਵਗੈਰਾ ਦੇ ਜਦੋਂ ਖੋਲਦੇ ਕੋਈ ਹੈ ਨਾ, ਤਾਂ ਉਹਦੇ ਅੰਦਰ ਇਸ ਤਰ੍ਹਾਂ ਦੀ ਰੈਜ਼ਿਸਟੈਂਸਿਸ ਲੱਗੀਆਂ ਹੁੰਦੀਆਂ ਨੇ, ਬਹੁਤ ਪਤਲੀਆਂ ਪਤਲੀਆਂ। ਆਹ ਸਾਈਜ਼ ਹੁੰਦਾ ਅਸਲ ਵਿੱਚ ਉਹਨਾਂ ਦਾ, ਇੰਨੀ ਛੋਟੀ ਬੜੀ ਨਿੱਕੀ ਜਿਹੀ ਹੁੰਦੀ ਆ, ਮਤਲਬ ਅੰਗੂਠੇ ਦੇ ਉੱਪਰ ਰੱਖ ਲਓਗੇ ਤਾਂ ਉਹਦੇ ਉੱਪਰ ਮਤਲਬ 4-5 ਆ ਜਾਣਗੀਆਂ, ਮਤਲਬ ਇੰਨੀ ਬਹੁਤ ਪਤਲੀ ਜੀ ਛੋਟੀ ਜਿਹੀ ਹੁੰਦੀ ਹੈ ਇਸ ਤਰ੍ਹਾਂ ਦੀ। ਤੇ ਉਹਦੇ ਵੱਡੀ ਪਿਕਚਰ ਮੈਂ ਆ ਦਿਖਾ ਰਿਹਾ, ਦੇਖੀ ਇਹ ਸਭ ਨੇ ਕਿ ਨਹੀਂ ਦੇਖੀ ਦੱਸੋ? ਯੈਸ ਸਰ। ਮਤਲਬ ਬਹੁਤ ਪਤਲੀ ਜੀ ਇਸ ਤਰ੍ਹਾਂ ਦੀ ਹੁੰਦੀ ਹੈ, ਇਹ ਦੋਨੋਂ ਪਾਸੇ ਟਾਂਕੇ ਲਾ ਕੇ ਜੋੜੀ ਹੁੰਦੀ ਆ ਉਹ ਪਲੇਟ ਦੇ ਨਾਲ, ਹਨਾ, ਸਰਕਟ ਦੇ ਨਾਲ ਇਸ ਤਰ੍ਹਾਂ ਕਈ ਜਗ੍ਹਾ ਜੁੜੀਆਂ ਹੁੰਦੀਆਂ, ਇਸ ਤਰ੍ਹਾਂ ਐ ਕਰਕੇ ਜੋੜੀ ਹੁੰਦੀ ਹੈ, ਇਸ ਤਰ੍ਹਾਂ ਐ ਦੋਨੋਂ ਪਾਸੇ ਟਾਂਕਾ ਲਾਇਆ ਹੁੰਦਾ, ਉਹਨੂੰ ਜੋੜਿਆ ਹੁੰਦਾ, ਠੀਕ ਹੈ ਨਾ।
ਸੋ ਆ ਇਹਨੂੰ ਕਹਿੰਦੇ ਕਲਰ ਕੋਡਸ ਆਫ ਕਾਰਬਨ। ਕਲਰ ਕੋਡ ਦਾ ਕੀ ਮਤਲਬ ਹੈ ਕਿ ਬੇਸਿਕਲੀ ਕੀ ਹੈ ਕਿ ਆਪਣੇ ਕੋਲ ਹੁਣ ਸਰਕਟ ਜਿਹੜੇ ਹੈਗੇ ਨੇ ਨਾ, ਸਰਕਟ ਆਪਾਂ ਚਾਹੁੰਦੇ ਹਾਂ ਬਹੁਤ ਕੰਪੈਕਟ ਹੋਣ, ਠੀਕ ਹੈ ਨਾ, ਤੇ ਬਹੁਤ ਕੰਪੈਕਟ ਉਹਦੇ ਲਈ ਰੈਜ਼ਿਸਟੈਂਸਸ ਬਣੀਆਂ ਨੇ। ਹੁਣ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਤੁਹਾਨੂੰ ਮੈਂ ਹੁਣੀ ਦੱਸਿਆ ਜਿਵੇਂ ਕਿ ਬਹੁਤ ਨਿੱਕੀ ਜੀ ਤਾਂ ਹੁੰਦੀ ਆ ਇੰਨੀ ਕੁ, ਹੁਣ ਇੰਨੀ ਕੁ ਰੈਜ਼ਿਸਟੈਂਸ ਦੇ ਉੱਪਰ ਹੁਣ ਉਹ ਕਿਵੇਂ ਲਿਖ ਦੇਣ ਕਿ ਉਹ ਕਿੰਨੀ ਹੈ। ਜਿਵੇਂ ਜੋ ਲਿਖ ਦੇਣ ਆ ਇੰਨੀ ਰੈਜ਼ਿਸਟੈਂਸ ਆ, ਮੰਨ ਲਓ 240 ਹੈ ਜਾਂ 2400 ਆ ਜਾਂ ਮਤਲਬ ਇਸ ਤਰ੍ਹਾਂ 5000 ਆ, ਉਹਨੂੰ ਲਿਖਣਗੇ ਕਿਵੇਂ? ਜਿਵੇਂ ਉਹਨੂੰ ਉਹਦੇ ਉੱਪਰ ਲਿਖਣਾ ਤਾਂ ਬੜਾ ਔਖਾ ਨਾ, ਕਿਉਂਕਿ ਜੇ ਲਿਖ ਦੇਣਗੇ ਤਾਂ ਫਿਰ ਉਹਨੂੰ ਲੈ ਕੇ ਤੁਹਾਨੂੰ ਲੈਂਸ ਦੇਖਣਾ ਪੈਣਾ ਵੀ ਕਿੰਨੀ ਲਿਖੀ ਹੋਈ ਹੈ, ਬਹੁਤ ਬਰੀਕ ਇੰਨੀ ਛੋਟੀ ਚੀਜ਼ ਦੇ ਉੱਪਰ ਉਹਦੀ ਵੈਲਿਊ ਲਿਖੀ ਕਿਵੇਂ ਜਾ ਸਕਦੀ ਹੈ ਨਾ। ਇਸ ਲਈ ਕਲਰ ਕੋਡਸ ਜ਼ਿਆਦਾ ਯੂਜ਼ ਕਰਦੇ ਆ। ਕਲਰ ਕੋਡਸ ਮਤਲਬ ਕਿ ਉਹ 'ਚ ਕਲਰਸ ਹੁੰਦੇ ਨੇ, ਉਹ ਕਲਰਸ ਤੋਂ ਹੀ ਅੰਦਾਜ਼ਾ ਹੋ ਜਾਂਦਾ ਇੰਜੀਨੀਅਰ ਨੂੰ ਜਾਂ ਜਿਹੜਾ ਬੰਦਾ ਇਲੈਕਟ੍ਰੀਸ਼ੀਅਨ ਜਾਂ ਜਿਹੜਾ ਬੰਦਾ ਇਲੈਕਟ੍ਰੋਨਿਕਸ ਦਾ ਐਕਸਪਰਟ ਜਿਹੜਾ ਉਹਨੂੰ ਠੀਕ ਕਰ ਰਿਹਾ ਹੁੰਦਾ ਜਾਂ ਉਹ 'ਚ ਲੱਗੀ ਹੋਈ ਰੈਜ਼ਿਸਟੈਂਸ ਚੈੱਕ ਕਰਦਾ, ਤਾਂ ਉਹਨੂੰ ਇੱਥੋਂ ਪਤਾ ਲੱਗ ਜਾਂਦਾ ਕਿ ਕਿੰਨੀ ਰੈਜ਼ਿਸਟੈਂਸ ਲੱਗੀ ਹੋਈ ਹੈ। ਬਹੁਤ ਸਾਰੀ ਚੀਜ਼ਾਂ 'ਚ ਰੈਜ਼ਿਸਟੈਂਸ ਦੀ ਲੋੜ ਪੈਂਦੀ ਹੈ ਤੇ ਕਾਫੀ ਜਗ੍ਹਾ ਕਾਫੀ ਵੱਡੀਆਂ ਰੈਜ਼ਿਸਟੈਂਸ ਦੀ ਲੋੜ ਪੈਂਦੀ ਹੈ। 5-10 ਓਮ ਨਾਲ ਨਹੀਂ ਸਰਦਾ, 5 ਕਿਲੋ ਓਮਸ ਦੀਆਂ ਲੱਗਦੀਆਂ ਨੇ ਕਈ ਜਗ੍ਹਾ। 5 ਕਿਲੋ ਓਮ ਮਤਲਬ ਕਿੰਨਾ ਹੋ ਗਿਆ? 5000 ਓਮਸ, ਠੀਕ ਹੈ। ਇੱਕ 555 ਟਾਈਮਰ ਆਂਦਾ ਇੱਕ, ਚਲੋ ਆਪਾਂ ਉਹ 'ਚ ਨਹੀਂ ਜਾਂਦੇ, ਮਤਲਬ ਤਰ੍ਹਾਂ ਦੇ ਸਰਕਟਸ ਜਿਹੜੇ ਹੁੰਦੇ ਨੇ ਮਤਲਬ ਉਹਨਾਂ ਵਿੱਚ ਆਪਾਂ ਨੂੰ ਰੈਜ਼ਿਸਟੈਂਸਿਸ ਦੀ ਲੋੜ ਪੈਂਦੀ ਆ, ਜਿੱਥੇ ਹੈਵੀ ਰੈਜ਼ਿਸਟੈਂਸ ਹੁੰਦੀਆਂ ਪਰ ਆਪਾਂ ਨੂੰ ਕੰਪੈਕਟ ਡਿਜ਼ਾਈਨ ਦੇ ਕਰਕੇ ਛੋਟੀਆਂ ਰੈਜ਼ਿਸਟੈਂਸਿਸ ਹੁੰਦੀਆਂ ਨੇ ਤੇ ਉਹਨਾਂ ਵਿੱਚ ਆਪਾਂ ਇਸ ਤਰ੍ਹਾਂ ਦੇ ਕਲਰ ਕੋਡਸ ਯੂਜ਼ ਕਰਦੇ ਹਾਂ। ਆ ਕਲਰਸ ਤੋਂ ਸਾਨੂੰ ਪਤਾ ਲੱਗਦਾ ਇਹ ਜਿਹੜਾ ਆ ਪਹਿਲਾ ਕਲਰ ਹੁੰਦਾ ਇਹਨੂੰ ਕਹਿੰਦੇ ਫਸਟ ਕਲਰ, ਆ ਹੁੰਦਾ ਦੂਜਾ ਕਲਰ ਸਮਝ ਲਓ, ਆ ਪਹਿਲਾ, ਆ ਦੂਜਾ, ਆ ਹੁੰਦਾ ਤੀਸਰਾ ਕਲਰ, ਆ ਚੌਥਾ ਬੈਂਡ ਹੁੰਦਾ। ਇਹ ਕਲਰ ਬੈਂਡਸ ਹੁੰਦੇ ਨੇ ਬੇਸਿਕਲੀ ਇਹਦੇ ਉੱਪਰ ਬਣੇ ਹੋਏ, ਤੇ ਕਲਰ ਬੈਂਡ ਦੇ ਕਲਰ ਦੇਖ ਕੇ ਹੀ ਬੰਦਾ ਦੱਸ ਸਕਦਾ ਆ ਕਿ ਇਹ ਕਿੰਨਾ ਮਤਲਬ ਰੈਜ਼ਿਸਟੈਂਸ ਹੈ ਇਹਦਾ। ਇਹਨੂੰ ਕਹਿੰਦੇ ਨੇ ਕਲਰ ਕੋਡਸ, ਵੀ ਕੋਡਿੰਗ ਕੀਤੀ ਹੋਈ ਆ, ਠੀਕ ਹੈ। ਤੇ ਉਦੋਂ ਕਿਵੇਂ ਪਤਾ ਲੱਗਦਾ ਸਾਨੂੰ? ਜਿਵੇਂ ਬੇਸਿਕਲੀ ਅਸੀਂ ਕੀ ਲਿਖਦੇ ਆ, ਅਸੀਂ ਇਹਦਾ ਜਿਹੜਾ ਰੈਜ਼ਿਸਟੈਂਸ ਲਿਖਦੇ ਆ ਨਾ ਇਸ ਤਰ੍ਹਾਂ ਲਿਖਦੇ ਆ, ਰੈਜ਼ਿਸਟੈਂਸ ਆਫ ਦਿਸ, ਇਹਨੂੰ ਇਸ ਤਰ੍ਹਾਂ ਲਿਖਦੇ ਆ ਆਪਾਂ AB multiplied by 10 raised to power C plus minus D%, मान लो इस तरह करके रेजिस्टेंस बेसिकली आई है। आप इन्हां तीनों तो देखेंगे प्लस माइनस ये टॉलरेंस बोलते हैं, टॉलरेंस प्लस माइनस इन्ने परसेंट ऊपर नीचे हो सकती है। टॉलरेंस का सानू पता लगता है चौथे वाले बैंड तो, चौथे बैंड तो, आ चौथे बैंड तो, इसलिए इन्हों वखरा समझते हैं। पर जो पहले तीन आ कलर होंगे ने, इन्हां तीन कलर तो सानू आ A B ते C नंबर मिलते हैं, सानू पता लगता रेजिस्टेंस कितनी है, कोडिंग की हुई है। मतलब ਜਿਹੜਾ A है, A आएगा पहले कलर तो फर्स्ट बैंड तो, B ਜਿਹੜਾ ਆਏਗਾ डिजिट, ਇਹ डिजिट ਹੁੰਦੇ ਨੇ, ਇਹ ਆਪਾਂ ਨੂੰ ਸੈਕੰਡ ਬੈਂਡ ਤੋਂ ਮਿਲਦਾ ਹੈ, ਤੇ ਜਿਹੜਾ C ਹੈ ਇਹਦੀ ਪਾਵਰ ਵਿੱਚ ਹੈ, ਇਹ ਆਪਾਂ ਨੂੰ ਥਰਡ ਬੈਂਡ ਦੇ ਕਲਰ ਤੋਂ ਮਿਲਦਾ ਹੈ, ਤੇ ਸਾਨੂੰ ਪਤਾ ਲੱਗ ਜਾਂਦਾ ਰੈਜ਼ਿਸਟੈਂਸ ਕਿੰਨੀ ਹੈ। ਇਹ ਇੰਨਾ ਕੀ ਟੌਪਿਕ ਹੈ, ਪਰ ਹੁਣ ਪਤਾ ਕਿਵੇਂ ਲੱਗੇ ਕਿਹੜੇ ਰੰਗ ਦਾ ਕਿੰਨਾ ਹੈ? ਉਹਦੇ ਲਈ ਸਾਡੇ ਕੋਲ ਲਿਸਟ ਹੈ, ਕੋਡਿੰਗ ਦੀ ਲਿਸਟ। ਲਿਸਟ ਕਿਵੇਂ ਹੈ? B ਇਸ ਤਰ੍ਹਾਂ ਲਿਖਦੇ ਆ, ਰॉय ROY, BB रॉय of Great Britain। ਇਹਨੂੰ ਯਾਦ ਰੱਖਣ ਦਾ ਤਰੀਕਾ हैज वेरी गुड वाइफ। ਪਤਾ ਨਹੀਂ ਹੁਣ ਉਹਦੀ BB ਰॉय ਦੀ ਵਾਈਫ ਕਿਹੋ ਜੀ ਹੋਵੇ ਵਿਚਾਰੇ ਦੀ, ਪਰ ਹੁਣ ਆਪਾਂ ਇੱਥੇ ਵੈਰੀ ਗੁੱਡ ਵਾਈਫ ਹੀ ਕਵਾਂਗੇ, ਠੀਕ ਆ। ਕਿਉਂ ਇਹ ਵਾਰ ਯਾਦ ਰੱਖਣਾ, ਜਿਵੇਂ ਆਪਣਾ ਪੰਡਿਤ ਬਦਰੀ ਪ੍ਰਸਾਦ ਨਹੀਂ ਹੁੰਦਾ ਸੀ, ਉਵੇਂ ਅੰਗਰੇਜ਼ਾਂ ਦਾ BB ਰॉय ਆ, ਸਮਝ ਲਓ, ਠੀਕ। हैज वेरी गुड वाइफ। सो आ इस तरह आप कलर्स ਨੂੰ ਲਿਖਾਂਗੇ, ਮਤਲਬ ਇਸ ਲਿਸਟ ਯਾਦ ਰੱਖਣ ਦਾ ਤਰੀਕਾ ਹੈ। BB रॉय of Great Britain has very good wife। ਤੁਸੀਂ ਕੋਈ ਹੋਰ ਕਹਾਣੀ ਬਣਾ ਸਕਦੇ ਤਾਂ ਬਣਾ ਲਿਓ, ਵੈਸੇ ਤਾਂ ਆਪਾਂ ਨੂੰ ਇੱਥੇ ਦਿਮਾਗ ਦੇਣਾ ਚਾਹੀਦਾ ਪਤਾ। ਸੋ B ਦਾ ਮਤਲਬ ਕੀ ਹੁੰਦਾ? B ਫॉर ਬਲੈਕ। ਇਹ ਯਾਦ ਰੱਖਣਾ, B ਬਥੇਰੇ ਨੇ ਵੀ ਇੱਥੇ ਧਿਆਨ ਰੱਖਣਾ, ਇੱਥੇ ਬੱਚੇ ਗਲਤੀ ਕਰ ਜਾਂਦੇ ਨੇ। B ਮਤਲਬ ਬਲੈਕ। ਦੂਜੇ B ਦਾ ਮਤਲਬ ਹੁੰਦਾ ਬਰਾਊਨ। ਯਾਦ ਰੱਖਣਾ, ਪਹਿਲੇ ਵਾਲਾ ਦਾ ਬਲੈਕ, ਦੂਜੇ ਵਾਲੇ ਦਾ ਬਰਾਊਨ। ਇਹਨਾਂ ਦੇ ਹਿਸਾਬ ਨਾਲ ਆਪਾਂ ਉਹ ਲਿਖਾਂਗੇ ਨਾ, ਡਿਜਿਟ ਲਿਖਾਂਗੇ। R ਦਾ ਮਤਲਬ ਲਵਾਂਗੇ ਆਪਾਂ ਰੈਡ, ਰੈਡ। O ਦਾ ਮਤਲਬ ਲਵਾਂਗੇ ऑरेंज, Y ਦਾ ਮਤਲਬ ਲਵਾਂਗੇ येलो, G ਦਾ ਮਤਲਬ ਲਵਾਂਗੇ ग्रीन,
बी का मतलब लवांगे ब्लैक ब्राउन ब्लू ते वी का मतलब लवांगे वायलेट जी का मतलब लवांगे जी फॉर ग्रीन हो गया ना जी फॉर ग्रे याद रखना ते डब्ल्यू का लवांगे वाइट सो बेसिकली आपने कलर्स ने जेडे इन्हां दे करस्पोंडिंग एक ध्यान रखना बी 3 बारी आंदा है तो पहला ब्लैक फिर ब्राउन फिर ब्लू लिखना है जी 2 बारी आंदा है ते उस च पहला ग्रीन लिखना है बाद च ग्रे लिखना ठीक है इन्हों पुट्ठा सीधा नहीं करना तो इन्हां दे करस्पोंडिंगली अपने को नंबर्स ने डिजिट्स ने जेडे दिते हुए ने ते डिजिट्स ए लिखने आपां 0 1 2 3 4 5 6 7 8 9 देखो सारे डिजिट्स देते हैं ठीक है इन्हां दे कोरस्पोंड नंबर मतलब केड़े-केड़े सानू पता लग जांदे ए होया ए अपने फर्स्ट 3 बैंड दे लई है सारा कुछ ए हैगा फर्स्ट 3 बैंड जेडे अपने लगदे ने उन्हां दे कलर्स दे लई कोरस्पोंडिंग डिजिट इथों आएगा ते फोर्थ बैंड जेड़ा है ना फोर्थ बैंड ਉਹ फोर्थ बैंड ਦੇ ਬਸ ਆਈ ਜਾਂ ਤਾਂ 골ਡ ਹੁੰਦਾ ਆ ਜਾਂ ਕਲਰ ਦਾ 골ਡ ਹੁੰਦਾ ਆ ਜਾਂ ਸਿਲਵਰ ਹੁੰਦਾ ਆ ਜਾਂ ਨੋ ਕਲਰ ਹੁੰਦਾ ਆ ਨੋ ਕਲਰ ਜਾਂ ਬੈਂਡ ਹੁੰਦਾ ਹੀ ਨਹੀਂ ਮਤਲਬ ਕਹਿੰਦਾ ਭਾਵੇਂ ਆ ਜੇ 골ਡ ਹੈਗਾ ਆ ਤੇ 골ਡ ਦਾ ਮਤਲਬ ਹੁੰਦਾ ਹੈ +-5% ਲਿਖ ਦੇਣਾ ਤੁਸੀਂ ਨਾਲ ਹੀ ਉਹਦੇ ਸਿਲਵਰ ਦਾ ਮਤਲਬ ਹੈ +-10% ਤੇ ਨੋ ਕਲਰ ਦਾ ਮਤਲਬ ਹੈ +-20%। ਸੋ ਆ ਟੋਲਰੈਂਸ ਆ ਜਿਹੜੀ ਚੌਥੇ ਬੈਂਡ ਦਾ ਪਤਾ ਲੱਗਦੀ ਹੈ ਇਹ ਨਾਲ ਆਪਾਂ ਲਿਖ ਦਿੰਦੇ ਆ ਪਰ ਪਹਿਲੇ ਤਿੰਨ ਬੈਂਡ ਤੋਂ ਹੀ ਸਾਨੂੰ ਬੇਸਿਕਲੀ ਰੈਜ਼ਿਸਟੈਂਸ ਦੀ ਵੈਲਿਊ ਪਤਾ ਲੱਗਦੀ ਹੈ ਉਹ ਉਹਨਾਂ ਦੇ ਕੋਰਸਪੋਂਡਿੰਗ ਆ ਨੰਬਰਸ ਆਪਾਂ ਲੈ ਕੇ ਚੱਲਾਂਗੇ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹਾਂ ਕਿ पहला डिजिट तो मिलेगा सानू फर्स्ट कलर तो दूसरे कलर तो फिर रेड रिस्पास सी तीसरे कलर तो ए मिलेगा हुण जिवें फॉर एग्जांपल जे मैं इहदी गल करा चलो मैं इत्थे बना दिंदा हुण मान लो जे मैं इत्थे एक रेजिस्टेंस बनावां इस तरह दी ठीक है ते इहदे उपर मैं हुण कलर्स बनाउण दी बजाय कलर लिख ही दिंदा मान लो आ पहला कलर है पहला बैंड है आ दूजा बैंड है आ तीजा बैंड है ते पहला मान लो ग्रीन है जस्ट मैं एग्जांपल ले रहे हैं आ मान लो ग्रीन है पहला वाला कलर ग्रीन है ठीक है दूजा वाला कलर जो है वो येलो है मान लो जस्ट तीसरा कलर जो रेड है मान लो ते इत्थे अपने को आ लास्ट जो चौथा है ये मान लो गोल्डन कलर है गोल्ड ਤਾਂ ਇਹਦੇ ਹਿਸਾਬ ਨਾਲ ਦੇਖਿਆ ਇਹ ਤਾਂ ਰੈਜ਼ਿਸਟੈਂਸ ਇਹਦੀ ਕੀ ਦੇ ਬਰਾਬਰ ਆਏਗੀ ਦੇਖੋ ਗ੍ਰੀਨ ਕਿੱਥੇ ਆ ਰਿਹਾ ਗ੍ਰੀਨ ਦੇ ਅੱਗੇ ਕਿੰਨਾ 5 ਹੈ ਨਾ 5 ਗ੍ਰੀਨ ਤੋਂ ਬਾਅਦ yellow ਦੂਜਾ ਕਲਰ yellow ਦਾ ਕੀ ਹੈ 4 54 ਹੋ ਗਿਆ into 10 raised power ਹਾਂਜੀ ਰੈਡ ਕਿੱਥੇ ਹੈ 2 10 raised power 2 ਹੋ ਗਿਆ ਤੇ ਪਲੱਸ ਮਾਈਨਸ ਕਿੰਨਾ ਹੋ ਗਿਆ 골ਡ ਦੇ ਕਰਕੇ 5% ਤਾਂ ਬੇਸਿਕਲੀ ਆ ਇਹਦਾ ਵੀ ਦਿੱਤਾ ਹੋ ਸਕਦਾ ਵੀ 5400 +-5% इन्ने ओम्स दा ए रजिस्टर है अपना जेडे विच आ वाले कलर्स होंगे भी पहला वाला ग्रीन होएगा दूजा येलो होएगा तीजा रेड होएगा हाँ जी येलो पहला हो गया तो इत्थे 45 आ जाना सी ग्रीन बाद च हो गया तो इत्थे 54 जगह 45 आ जाना सी जे रेड दी बजाय इत्थे ब्राउन होएगा तो 10 1 आ जाना सी ठीक है ब्लैक होएगा 10 0 हो जाना सी फिर जितना 54 ओम्स ही बन जाना सी इस तरह मतलब तुसी किसी भी मतलब कलर कोडिंग सॉरी किसी भी कार्बन रेजिस्टेंस दी रेजिस्टेंस पता कर सकते हो आ वाले जेडे आ लिस्ट तो हाँ जी शुभम सर ये +-5% सर इसका क्या मतलब ये टॉलरेंस है ये जैसे हम पूरी तरह ये नहीं कह सकते कि ये एरर है एरर में टॉलरेंस है यानी इसके इतना ऊपर नीचे हो सकता है ओके सर ओके जो वैल्यू है 5% ऊपर नीचे हो सकती है यहाँ पर एरर इसलिए नहीं कह रहे क्योंकि हम उसको मेजर नहीं कर रहे हैं पर वो कार्बन रेजिस्टर की जो वैल्यू है जितना वो परफॉर्म करेगी वहां पर सर्किट में जब लगाई जाएगी यानी 5400 से 5% ऊपर और नीचे ये अपना रेजिस्टेंस ऑफर कर सकती है वहां पर ओके समझ आई बात यस सर इसलिए इसको एरर नहीं कहना चाहिए इसको हम टॉलरेंस बोल देते हैं यस सर ठीक है
ਸੋ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ। ਦੋਸਤੋ ਗੱਲ ਸਮਝ ਲੱਗੀ ਕਿ ਨਹੀਂ? Yes, sir. ਸੋ ਇੱਕ ਤਾਂ ਆ ਹੋ ਗਿਆ ਇਸ ਤਰ੍ਹਾਂ ਦੇ। ਹੁਣ ਇਹ 'ਚ ਦੋ ਹੀ ਤਰ੍ਹਾਂ ਦਾ ਸਵਾਲ ਮੁੱਖ ਤੌਰ ਤੇ ਬਣਦਾ ਹੈ। ਪਹਿਲਾਂ ਤਾਂ ਇੱਕ ਤਾਂ ਇਹ ਬਣਦਾ ਹੈ ਕਿ ਜੇ ਤੁਹਾਨੂੰ ਕੋਈ ਗਿਵਨ ਕਲਰਸ ਹੋਣ, ਮੰਨ ਲਓ ਕਿਸੇ ਨੇ ਕਹਿਤਾ ਕਿ ਜਿਹੜਾ ਫਸਟ ਸੈਕਿੰਡ ਤੇ ਥਰਡ ਕਲਰ ਹੈਗਾ ਵਾ ਹਨਾ, ਉਹ ਹੈਗਾ ਮੰਨ ਲਓ ਕੁਝ ਵੀ ਕਹਿ ਦੇਣ, ਮੰਨ ਲਓ ਗ੍ਰੀਨ, ਬਲੂ ਤੇ ਮੰਨ ਲਓ ਯੈਲੋ, ਤੇ ਫੋਰਥ ਕਲਰ ਉਹ ਕਹਿ ਦੇਣ ਸਿਲਵਰ। ਹੁਣ ਤੁਹਾਨੂੰ ਦੱਸਿਆ ਤੇ ਤੁਹਾਨੂੰ ਸਿੱਧੇ ਪੁੱਛ ਲਿਆ ਉਹਨਾਂ ਨੇ, ਦੱਸੋ ਵੀ ਇਹਦਾ ਕੀ ਹੋਏਗਾ ਰੈਜ਼ਿਸਟੈਂਸ। ਸਿੱਧੇ ਲਿਖੋ ਫਿਰ ਗ੍ਰੀਨ, ਬਲੂ, ਯੈਲੋ। ਦੇਖੋ ਕੀ ਹੈ, ਗ੍ਰੀਨ, ਬਲੂ, ਕਿੱਥੇ ਗਿਆ ਬਲੂ, येलो। 56 आता, 56 into 10 raised by 4 हो गया ना। रेजिस्टेंस कितनी आएगी? 56 into 10 raised by 4 प्लस माइनस सिल्वर दे करके 10%। एनु कोई एवरेज लिख सकता है 56 है, 1 2 3 4 0 लगा दे, इन्ने ओम्स प्लस माइनस 10%, तावे सही है। एक ताब है। दूसरा क्वेश्चन ये आंदे ने कि वो कहंदे रेजिस्टेंस गिवन हुंदी है, रेजिस्टेंस गिवन है एंड वो कहणगे कि फाइंड करो कलर्स केड़े यूज करांगे आपा, फाइंड कलर कोड्स, ये पहले दूजे तीजे दा केड़े कलर्स होणगे। हुण रेजिस्टेंस मान लो गिवन है, लेट रेजिस्टेंस जेडी गिवन है वो कुछ भी लिख दो, मान लो 4200 या 42000 ओम्स रेजिस्टेंस गिवन है, ठीक है। ते अपन मान लो 42000 गिवन था, पहले 3 ही कलर मिलणगे, चौथा तो मिलेगा नहीं, टॉलरेंस। मान लो गिवन है 42000 प्लस माइनस 20%, मान लो है। हुण तुहानू कलर पूछे ने तां तुसीं कलर दस सकदे हो किहड़े-किहड़े ने? पहला तुहानू लिखना पेगा इहनू इस तरह, नहीं तां नहीं पता लग्या। 10 पर 3 42 एंड 4.2 नहीं बनाना, साइंटिफिक नोटेशन च उहदे विच नहीं जाना, इस तरह लिखना 42 × 10 पर 3 प्लस माइनस 20%। हुण कलर्स दसो किहड़े होणगे? चौथा कलर का पता लग गया ना, 9 कलर आएगा। सो दसो केड़ा-केड़ा कलर आएगा? 4 2 3 ना, Yellow. 4 2 3 4 2 3 4 2 3 4 2 3 येलो, रेड, ऑरेंज। ऑरेंज। तो बस फिर तो आंसर आएगा येलो, रेड, ऑरेंज। बस ये तो यह जे वो हैगी है, इनू तो भावें तुसी 7वीं 8वीं के बच्चे दस दो तो वह भी कलर कोडिंग कर लेगा। बस इट इज नथिंग बट कि रेजिस्टेंसिस नू कोड दिते जांदे ने। हुण उस तो देख के तुहानूं पता लग जांदा है कि उस दी रेजिस्टेंस कितनी है, पहले 3 कलर्स ते चौथे कलर। क्लियर है? इस कोई डाउट तो नहीं किसी नूं? No, sir. ठीक है, आ याद कर लियो बस चार्ट जा तुहानूं पता होना चाहिए। अच्छा ये एक होर गल है ऐड कर देने इहदे विच ही, कई बार पहले 3 बैंड्स जिहड़े हुंदे ना ਉਹਦੇ ਵਿੱਚ ਵੀ 골ਡ ਤੇ ਸਿਲਵਰ ਕਲਰ ਆ ਜਾਂਦਾ, ਯਾਨੀ ਇਹਦੇ ਵਿੱਚ ਵੀ ਪਹਿਲੇ 3 ਕਲਰਸ ਦੇ ਵਿੱਚ ਵੀ 골ਡ, ਇਹਦੇ ਵਾਲਾ 골ਡ ਹੈ ਹੁਣ, ਤੇ ਸਿਲਵਰ ਕਲਰ ਆ ਸਕਦਾ ਹੈ। ਇਹ ਚੌਥੀ ਜਗ੍ਹਾ ਤੇ ਆਇਆ ਫਿਰ ਤਾਂ ਟੋਲरेंस है, पर अगर गोल्ड या सिल्वर इधर आ गया पहले 3 विचों किते, फिर सिल्वर नहीं है, ठीक है। फिर आप देखो ये नंबर कोई नहीं है अपने को, ठीक है, गोल्ड या सिल्वर लिए नंबर नहीं है। फिर आप गोल्ड, अच्छा सॉरी पहले ये तीजी ते आ सकता, सॉरी ये थर्ड ते आ सकता ओनली, अगर गोल्ड ते सिल्वर आ गए थर्ड कलर विच आ गया अपना, थर्ड बैंड दा कलर ये हो सकता है। तो गोल्ड आएगा तो लिखोगे इंटू 10 रेज़ पर -1, ते अगर सिल्वर आएगा इंटू 10 रेज़ पर -2 लिखोगे बस। ते उस तो बाद गोल्ड आ गया ना, फिर चौथा भी गोल्ड ही मान लोगे तुसी, प्लस माइनस 5% लगा दोगे नाल, सिल्वर आएगा तो प्लस माइनस 10% लगा दोगे नाल, ये नाल ही दोनों गल्लां फिर अंडर। फिर चौथे बैंड वाल देखने की लोड़ नहीं। सो सम टाइम्स थर्ड बैंड ही गोल्ड या सिल्वर दे दिंदे ने, फिर तुसी उन्हां नूं 10 पर पॉजिटिव नहीं फिर नेगेटिव लोगे, -1 गोल्ड लई -2 सिल्वर लई। ये वाली गल थोड़ी ऐड कर लियो ना, मोस्टली हुंदा तां यह है कि उपरलियां विच ही हो जांदा नंबर उन्हां नूं असाइन कीते होए ने। सो पहले 2 कलर, पहले 3 भी आ सकदे ने उपरले सारियां विचों, कई बार तीसरा गोल्ड या सिल्वर हो सकता है। तीसरा गोल्ड या सिल्वर होया तो उन्होंने फिर किवें 10 की पावर दोगे आ तुहाडे सामने, ते फिर टॉलरेंस नाल ही आ जाएगी।
अगर चौथा गोल्ड सिल्वर या वो होया तो टॉलरेंस अलग, उपरले 3 कलर्स तो किवें कढना तुहानू पता ही है। दसो किसी को कोई डाउट होवे तो। ठीक है जी। Yes, sir. ਹਾਂਜੀ This ਸਰ is all about current electricity। ਇੱਥੇ ਤੁਹਾਡਾ CBSE ਬੋਰਡ ਆ ਉਹਦਾ ਲਗਭਗ ਖਤਮ ਹੁੰਦਾ ਹੈ ਕੰਮ ਸਾਰਾ। ਤੇ ਪਰ ਹੁਣ ਆਪਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਪਿਛਲੇ ਕਨਸੈਪਟਸ ਕੀਤੇ ਨੇ ਉਹਨੂੰ ਰਿਲੇਟ ਕਰਕੇ ਹੀ ਕਰਾਂਗੇ। ਇੱਕ ਪੋਸਟ ਆਫਿਸ ਬਾਕਸ ਕਰਾਵਾਂਗਾ ਮੈਂ, ਇਹ ਬਿਲਕੁਲ CBSE ਬੋਰਡ ਲਈ ਨਹੀਂ ਹੈ, ਪਲੀਜ਼ ਇਹ ਗੱਲ ਨੂੰ ਨਾਲ ਮੈਂਸ਼ਨ ਕਰ ਲਿਆ ਕਰੋ। ਮੈਨੂੰ ਉਸ ਤੋਂ ਬਾਅਦ ਬਾਰ-ਬਾਰ ਨਾ ਪੁੱਛਿਓ, ਪਹਿਲਾਂ ਹੀ ਸੋਚ ਲਓ। ਮੈਂ ਦੱਸ ਰਿਹਾ ਨਾਲ ਨਾਲ ਲਿਖ ਲਿਆ ਕਰੋ ਨੋਟਸ ਵਿੱਚ। ਪੋਸਟ ਆਫਿਸ ਬਾਕਸ ਕਰਾਉਣ ਜਾ ਰਿਹਾ ਤੁਹਾਨੂੰ ਮੈਂ। ਡੈਲਟਾ ਟੂ ਸਟਾਰ, ਸਟਾਰ ਟੂ ਡੈਲਟਾ, ਕੁਝ ਕਨਵਰਸ਼ਨਸ ਨੇ, ਸਟਰਕਚਰਸ ਨੇ ਰੈਜ਼ਿਸਟੈਂਸ ਦੇ, ਜਿੱਥੇ ਇਕੁਇਵਲੈਂਟ ਰੈਜ਼ਿਸਟੈਂਸ ਫਾਈਂਡ ਕਰਨੀ ਹੁੰਦੀ ਹੈ। ਉਹਦੇ ਵੀ ਡਾਇਰੈਕਟ ਫਾਰਮੂਲੇ ਹੀ ਨੇ ਜਿਹੜੇ ਤੁਸੀਂ ਕਈ ਵਾਰ ਕਰਕੇ ਸ਼ਾਰਟਕਟ ਮੈਥਡ ਨਾਲ ਕੋਈ ਕੰਮ ਕਰ ਪਾਉਂਦੇ ਹੋ, ਪਰ ਇਹਦਾ ਯੂਜ਼ ਤੁਸੀਂ ਸਿਰਫ ਆਬਜੈਕਟਿਵ ਕੁਐਸਚਨਸ ਲਈ ਜਾਂ ਫਿਰ ਆਪਣੇ ਕੰਪੀਟੀਸ਼ਨ ਲਈ ਕਰਨਾ ਹੈ। ਬਾਕੀ ਬੋਰਡ ਦੇ ਵਿੱਚ ਤਾਂ ਜੋ ਹੁਣ ਤੱਕ ਕਰਵਾਇਆ ਤੁਹਾਨੂੰ ਉਹੀ ਮੈਥਡਸ ਨਾਲ ਤੁਸੀਂ ਕਰੋਗੇ ਇਕੁਇਵਲੈਂਟ ਰੈਜ਼ਿਸਟੈਂਸ ਫਾਈਂਡ ਕਰਨਾ। ਸੋ ਪੋਸਟ ਆਫਿਸ ਬਾਕਸ ਅਸੀਂ ਤਾਂ ਸਾਡੇ ਲਈ ਤਾਂ ਪ੍ਰੈਕਟੀਕਲ ਹੁੰਦਾ ਸੀ, ਹੁਣ ਮੈਂ ਤੁਹਾਨੂੰ ਥਿਓਰੀ ਚ ਕਰਾਉਣ ਜਾ ਰਿਹਾ। ਜਦੋਂ ਮੈਂ +2 ਕੀਤੀ ਸੀ ਸ਼ਾਇਦ BSc 1 ਚ ਪਤਾ ਨਹੀਂ, ਤੇ ਉਦੋਂ ਇਹ ਪ੍ਰੈਕਟੀਕਲ ਚ ਆਇਆ ਸੀ ਪੋਸਟ ਆਫਿਸ ਬਾਕਸ। ਇਹਦਾ ਚਿੱਠੀ ਪੱਤਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਹਿਲੇ ਦੱਸ ਰਿਹਾ ਮੈਂ। ਤੇ ਇਹਨੂੰ ਤੁਸੀਂ CBSE ਬੋਰਡ ਲਈ ਤਿਆਰ ਵੀ ਨਹੀਂ ਕਰਨਾ। ਪੋਸਟ ਆਫਿਸ ਬਾਕਸ ਕੀ ਹੁੰਦਾ ਹੈ? ਪਹਿਲੀ ਗੱਲ ਸਮਝੋ, ਪੋਸਟ ਆਫਿਸ ਬਾਕਸ ਸਿਰਫ ਸਮਝੋ ਆਹੀ ਜਿਵੇਂ ਮੀਟਰ ਬ੍ਰਿਜ ਸੀ ਤੁਹਾਡਾ, ਉਵੇਂ ਵੀਟਸਟੋਨ ਬ੍ਰਿਜ ਪ੍ਰਿੰਸੀਪਲ ਤੇ ਹੀ ਕੰਮ ਕਰਦਾ ਹੈ। ਸੋ ਇਟ ਆਲਸੋ ਵਰਕਸ ਔਨ ਦਾ ਬੈਲੈਂਸਡ ਵੀਟਸਟੋਨ ਬ੍ਰਿਜ। ਹਾਲਾਂਕਿ ਬੈਲੈਂਸਡ ਨੂੰ ਇਹ ਘੱਟ ਹੈ, ਅਨਬੈਲੈਂਸ ਨੂੰ ਜ਼ਿਆਦਾ ਯੂਜ਼ ਕਰਦਾ ਹੈ, ਅਨਬੈਲੈਂਸਿੰਗ ਨੂੰ ਯੂਜ਼ ਕਰਦਾ ਹੈ, ਪਰ ਆਈਡੀਆ ਉਹੀ ਹੈ। ਬੈਲੈਂਸਡ ਵੀਟਸਟੋਨ ਬ੍ਰਿਜ ਦੇ ਆਈਡੀਆ ਨੂੰ ਯੂਜ਼ ਕਰਦਾ ਹੈ। ਤੇ ਅਗਰ ਇਸ ਦੇ ਆਈਡੀਆ ਨੂੰ ਯੂਜ਼ ਕਰਦਾ ਤਾਂ ਇਹਦਾ ਕੰਮ ਕੀ ਹੁੰਦਾ ਹੈ? ਟੂ ਫਾਈਂਡ ਅਨਨੋਨ, ਕੀ ਫਾਈਂਡ ਕਰਦੇ हैं? Resistance. रेजिस्टेंस, ठीक है ना, टू फाइंड अननोन रेजिस्टेंस। अच्छा एक चीज ना मैं ਤੁਹਾਨੂੰ ਦੱਸਣੀ ਸੀ, ਮੈਂ ਹੁਣੇ ਦੱਸ ਹੀ ਦੇਵਾਂਗਾ ਕਿ ਜੇ ਪਿਛਲਾ ਸਾਰਾ ਕੰਮ CBSE ਦਾ ਇੱਧਰ ਹੋ ਗਿਆ ਨਾ ਤਾਂ ਇੱਥੇ ਹੀ ਦੱਸ ਦਿੰਦਾ ਨਾ। ਇੱਕ ਗੱਲ ਦੇਖੋ, ਜਦ ਪਲੀਜ਼ ਇਹਨੂੰ ਯਾਦ ਰੱਖਿਓ, ਜਦੋਂ ਤੁਸੀਂ ਮੀਟਰ ਬ੍ਰਿਜ ਦਾ ਅਟੈਂਪਟ ਕਰਨਾ ਹੈ ਨਾ, ਮੀਟਰ ਬ੍ਰਿਜ ਨੂੰ ਤੁਸੀਂ ਪੇਪਰ 'ਚ ਕਦੇ ਅਟੈਂਪਟ ਕਰਨਾ ਹੈ, ਸਕੂਲ ਐਗਜ਼ਾਮ 'ਚ ਅਟੈਂਪਟ ਕਰਨਾ ਹੈ, ਕਿ ਉਹਨਾਂ ਨੇ ਕਹਿਤਾ ਮੰਨ ਲਓ ਗਿਵ ਪ੍ਰਿੰਸੀਪਲ ਕੰਸਟਰਕਸ਼ਨ ਐਂਡ ਵਰਕਿੰਗ ਆਫ ਮੀਟਰ ਬ੍ਰਿਜ, ਜਾਂ ਫਿਰ ਤੁਹਾਨੂੰ ਪੇਪਰ 'ਚ ਆ ਜਾਂਦਾ ਹੈ ਗਿਵ ਪ੍ਰਿੰਸੀਪਲ ਕੰਸਟਰਕਸ਼ਨ ਐਂਡ ਵਰਕਿੰਗ ਆਫ ਪੋਟੈਂਸ਼ੀਓਮੀਟਰ। डायग्राम तो सारे तुसीं बनाने ही उन्हें पता ही है, पर बेसिकली करना की है, तरीका की है। सब तो पहला इस दा एक इंट्रोडक्शन देना, 1 लाइन इंट्रोडक्शन, ठीक है, 1 लाइन इंट्रोडक्शन देना है that it is used to find the unknown resistance, and एदा 1 लाइन इंट्रोडक्शन की होएगा पोटेंशियोमीटर दा unknown EMF unknown EMF of या हाँ आ कह सकते हो, या फिर potential difference between any 2 points of the circuit, है ना। ਤੇ ਉਸ ਤੋਂ ਬਾਅਦ ਬੇਸਿਕ ਕੰਮ ਸ਼ੁਰੂ ਹੁੰਦਾ ਪ੍ਰਿੰਸੀਪਲ ਦਾ। ਇਹਦਾ ਪ੍ਰਿੰਸੀਪਲ ਹੁੰਦਾ ਹੁਣ, ਇਹਦਾ ਜਿਹੜਾ ਪ੍ਰਿੰਸੀਪਲ ਹੈ ਮੀਟਰ ਬ੍ਰਿਜ ਦਾ, ਕੀ ਲਿਖਦੇ ਹੋਗੇ? ਇਟ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਅ Wheatstone bridge. balanced Wheatstone bridge, Wheatstone bridge। and potentiometer ਦਾ ਪ੍ਰਿੰਸੀਪਲ ਕੀ ਹੈ सर? Potential drop in a wire is directly proportional to length if current is constant. हाँ बिल्कुल करेक्ट, ठीक। प्रिंसिपल ਤੋਂ ਬਾਅਦ ਆਉਂਦੀ ਹੈ ਥਿਉਰੀ ਦੀ ਗੱਲ। ਥਿਉਰੀ ਬੜੀ ਜ਼ਰੂਰੀ ਹੁੰਦੀ, ਯਾਦ ਰੱਖਣਾ। ਤੁਹਾਨੂੰ ਮਾਰਕਸ ਥਿਉਰੀ ਦੇਖ ਕੇ ਦਿੰਦੇ ਨੇ ਟੀਚਰ ਕਿ ਹਾਂ ਵੀ ਥਿਉਰੀ ਜਿਹਨੇ ਸਹੀ ਲਿਖੀ ਹੈ, ਮਤਲਬ ਉਹਨੂੰ ਪਤਾ ਹੈ। ਇਹਦੀ ਥਿਉਰੀ ਮੀਟਰ ਬ੍ਰਿਜ ਦੀ ਕਿਵੇਂ ਸ਼ੁਰੂ ਹੁੰਦੀ ਹੈ? ਰੈਜ਼ਿਸਟੈਂਸ ਤੋਂ ਸ਼ੁਰੂ ਹੁੰਦੀ ਹੈ, ਵੀ ਰੈਜ਼ਿਸਟੈਂਸ ਆਫ ਐਨੀ ਲੈਂਥ ਆਫ ਵਾਇਰ। ਇਹ ਸਭ ਲਿਖੋਗੇ ਤੁਸੀਂ ਜੋ ਮੈਂ ਬੋਲ ਰਿਹਾ ਹਾਂ। is equal to rho resistivity है, L length है, A area of cross section है। so अगर वायर ਤੁਹਾਡੀ ਹੈ ਜਿਹੜੀ थ्रू आउट सेम मटीरियल ਦੀ ਬਣੀ ਹੋਈ ਹੈ, ਨਾਲ ਤੇ ਮੈਂਸ਼ਨ ਕਰਾਂਗੇ सेम मटीरियल ਦੀ ਬਣੀ ਹੋਈ ਹੈ, ਤਾਂ ਕੀ ਕਾਂਸਟੈਂਟ ਹੋਏਗਾ? rho ਕਾਂਸਟੈਂਟ। ਐਂਡ ਅਗਰ ਵਾਇਰ यूनिफॉर्म है, यूनिफॉर्म ਵਾਇਰ ਦਾ A ਕਾਂਸਟੈਂਟ ਹੈ ਨਾ, ਤਾਂ ਤੁਹਾਡਾ ਆ ਕਾਂਸਟੈਂਟ ਹੋ ਜਾਂਦਾ। ਤਾਂ ਤੁਸੀਂ ਕਹਿੰਦੇ ਹੋ ਕਿ the resistance of any length is directly proportional to its length only, है ना। या R is equal to K times L कह सकते हैं आप।
where here K is equal to rho by A, या फिर ਤੁਸੀਂ ਕਹਿ ਸਕਦੇ ਹੋ K is the resistance per unit length। clear ਹੈ ਗੱਲ? Yes, sir. ਇਸ ਤੋਂ ਬਾਅਦ ਇਹਦੀ ਜਿਹੜੀ ਕੰਸਟਰਕਸ਼ਨ ਹੁੰਦੀ ਹੈ, ਇਹਦੀ ਕੰਸਟਰਕਸ਼ਨ ਦੇ ਵਿੱਚ ਤੁਸੀਂ ਕੁਝ ਵੀ ਲਿਖਣ ਨਹੀਂ ਬੈਠਣਾ ਚਾਹੀਦਾ, ਸਿਰਫ ਡਾਇਗਰਾਮ ਬਣਾ ਦੇਣਾ ਹੁੰਦਾ ਆ, ਸਰ ਜਾਂਦਾ ਉਹਦੇ ਨਾਲ। ਵਰਕਿੰਗ ਬਸ 2-4 ਲਾਈਨਾਂ 'ਚ ਤੁਸੀਂ ਐਕਸਪਲੇਨ ਕਰ ਦੇਣੀ ਹੈ, 4 ਲਾਈਨਾਂ ਬਹੁਤ ਨੇ। ਉਸ ਤੋਂ ਬਾਅਦ ਤੁਸੀਂ ਇਹ ਜਿਹੜੀ ਵਰਕਿੰਗ ਦੇ ਵਿੱਚ ਆ ਸ਼ੋ ਕਰੋਗੇ ਨਾ ਕਿ ਇਧਰਲੀ ਲੈਂਥ ਜਿਹੜੀ L ਹੈ, ਮੰਨ ਲਓ ਬੈਲੈਂਸ ਪੁਆਇੰਟ ਜਿਹੜਾ ਆ ਗਿਆ, ਉਹ ਵਰਕਿੰਗ 'ਚ ਦੱਸੋਗੇ। ਫਿਰ ਉਹਦੀ ਰੈਜ਼ਿਸਟੈਂਸ ਮੰਨ ਲਓ R1 ਹੈ ਤਾਂ R1 ਕੀ ਹੋਏਗੀ, K ਟਾਈਮਸ L, ਤੇ ਜਿਹੜੀ R2 ਹੋਏਗੀ ਉਹ ਹੋਏਗੀ ਫਿਰ K ਟਾਈਮਸ ਉਹਦੀ ਜਿਹੜੀ ਲੈਂਥ ਹੈ 100 ਮਾਈਨਸ L। फिर तुसी लिखोगे ना R1 by R2 की जगह K L by this, तो K ना K कटिया जाएगा, फिर ताही लेंथ वरतदे आपां। ये याद आया सबनू? Yes, sir. ते ऐ लिखांगे ओनू। पर जो पोटेंशियोमीटर लिखांगे, प्रिंसिपल बिल्कुल हिमानी ने ठीक दस्सिया सी। थ्योरी जो इहदी करनी है ना, थ्योरी पोटेंशियोमीटर दी, ये पहली गल तां प्रिंसिपल ऑफ व्हीटस्टोन ब्रिज ते नहीं है, ते एदा आपां कहांगे पोटेंशियल ड्रॉप अक्रॉस अ वायर इज रेजिस्टेंस ऑफ वायर, है ना, ऐ लिख दो ना, इनटू करंट थ्रू द वायर। रेजिस्टेंस ऑफ वायर की होगी रो L of wire by A of wire into I is equal to V। फिर इत्थों आप गल शुरू करते हैं कि अगर वायर, फिर आही वाली गल, वायर सेम थ्रू आउट है तो रो कांस्टेंट, ते वायर यूनिफॉर्म है, अगली गल भी सेम हुई, A कांस्टेंट। ते अगर सर्किट दे विच करंट कांस्टेंट हो जाए, यानी कि एक बहुत जरूरी गल है, करंट तां जाके V प्रोपोर्शनल टू L होएगा, and V is equal to K times L होएगा, where इत्थे K होएगा वैसे न्यूमेरिक इत्थे दिखे जावे होएगा rho by A into I, and K is called potential gradient, that is voltage per unit length। हो रहेगा गले? Yes, sir. आ ਇਹਦੀ ਥਿਉਰੀ ਹੈ, ਇਹ ਐ ਸ਼ੁਰੂ ਹੁੰਦੀ ਹੈ, ਬੱਚੇ ਇਹਨੂੰ ਇੱਧਰ ਲਿਖਦੇ ਨੇ, ਇੱਧਰ ਕੁਝ ਵੀ ਲਿਖੀ ਜਾਂਦੇ ਨੇ। ਸੋ ਧਿਆਨ ਰੱਖਣਾ, ਥਿਉਰੀ ਸਭ ਦੀ ਲਿਖਣੀ ਹੈ, ਪ੍ਰਿੰਸੀਪਲ ਕੀ ਲਿਖਣਾ ਹੈ, कंस्ट्रक्शन वर्किंग जो पता है की शो करना है, एंड च रिजल्ट कर देना है, ठीक है। आज इस तरह अटेम्प्ट करिए। हुण जो पोस्ट ऑफिस बॉक्स है, बेसिकली ये किस तरह का होंदा है, देखो ये भी एक व्हीटस्टोन ब्रिज ही है बेसिकली। मैं नाल व्हीटस्टोन ब्रिज दिखा दूंगा, नाल तो दिखाऊंगा इस तरह। इस तरह का बनया होंदा है, है बड़ा सौखा है, बस तुहानू एक बार पूरी डिस्कशन दूंगा तो तुहानू पता लग जाएगा। पिछला सारा कुछ जो किया है वही वरतना, आप कुछ एक्स्ट्रा चीज नहीं है कुछ इस तरह। इस तरह का होंदा है। इस तरह ते रेजिस्टेंस बॉक्स का स्ट्रक्चर तुहानू समझाया ना, रेजिस्टेंस बॉक्स विच जेड़ा प्लग कढ लो उन्नी रेजिस्टेंस इंट्रोड्यूस हो जाती है ना। उस तरह ये प्लग्स लगे होंगे, जेड़ा प्लग तुसीं खिंच सकते हो तो उहदे नाल रेजिस्टेंस उन्नी इंट्रोड्यूस हो जाएगी। अच्छा, आ वाला जिहड़ा पॉइंट है आपां इह शो कर दिंदे हैं, आ जिहड़ा पॉइंट है इसनूं आपां कह दिंदे हैं A, ते आ वाले पॉइंट नूं कह दिंदे आपां C, आ वाले पॉइंट नूं कह दिंदे आपां B, आ वाले पॉइंट नूं आपां कह दिंदे हैं D। हुण इहनूं समझण लई आपां नाल दी नाल बनाने आ एक व्हीटस्टोन ब्रिज प्रिंसिपल, व्हीटस्टोन ब्रिज सॉरी, इस तरह का। मान लो आ रेजिस्टेंस इंट्रोड्यूस होंदी है, मान लो P, ते इस तो बाद इत्थे रेजिस्टेंस इंट्रोड्यूस होंदी है, मान लो Q, इत्थों रेजिस्टेंस इंट्रोड्यूस होंदी है, मान लो R, ते इस तो बाद इत्थों इंट्रोड्यूस होंदी है रेजिस्टेंस S, ठीक है जी। आई होंदा व्हीटस्टोन ब्रिज अपना, है ना। ते उस तो बाद इत्थों आपां इहदे नाल बैटरी लगाई होंदी है जनरली, मान लो इत्थे आपां एक K1 लगा दिंदे हैं, आ बैटरी लगाई हुई है अपना EMF वाली, ते इहनूं इस तरह अटैच कर दिंदे हैं इहदे नाल, ठीक है, इस तरह। ते इहदे विच इत्थे गैल्वेनोमीटर लग्या हुंदा है, जिहदे नाल आपां बैलेंस पॉइंट फाइंड करना हुंदा है, ते गैल्वेनोमीटर इत्थे लग्या हुंदा है। ये गल तुहानूं पता है सारिआं नूं। आ वाला जिहड़ा पॉइंट है इहनूं इमेजिन करके चलो आ A है, आ वाला पॉइंट सोच के चलो आ B है,
ਆ ਵਾਲਾ ਪੁਆਇੰਟ C ਹੈ ਤੇ ਆ ਨੀਚੇ ਵਾਲਾ ਪੁਆਇੰਟ D ਹੈ ਤੇ ਇਹਦੇ ਵਿੱਚ ਜਿਹੜੀ ਆ S ਰੈਜ਼ਿਸਟੈਂਸ ਹੈ ਨਾ, ਆਹ ਵਾਲੀ ਮੰਨ ਲਓ ਅਨਨੋਨ ਹੈ ਜਿਹੜੀ ਆਪਾਂ ਪਤਾ ਕਰਨੀ ਹੁੰਦੀ ਹੈ, ਜੋ ਵੀ ਹੈ ਇਸ ਦਾ ਹੀ ਇਸ ਤਰ੍ਹਾਂ ਦਾ ਆਪਾਂ ਇੱਕ ਸਟਰਕਚਰ ਬਣਾਇਆ ABCD। ਤੇ ਹੁਣ A ਤੇ B ਜਿਹੜੇ ਆ, A ਤੇ B ਵਿੱਚ ਕੀ ਹੁੰਦਾ ਹੈ, ਇੱਥੇ ਪਲੱਗਸ ਲੱਗੇ ਹੁੰਦੇ ਨੇ, ਯਾਨੀ ਆਪਾਂ ਇੱਥੇ ਅਲੱਗ-ਅਲੱਗ ਰੈਜ਼ਿਸਟੈਂਸ ਇੰਟਰੋਡਿਊਸ ਕਰ ਸਕਦੇ ਹਾਂ। ਇੱਕ ਪਲੱਗ ਇੱਥੇ ਲੱਗਿਆ ਹੁੰਦਾ, ਮੰਨ ਲਓ ਇਹ ਇੱਕ, ਦੂਸਰਾ ਪਲੱਗ, ਤੀਸਰਾ ਪਲੱਗ, ਜਿਹੜਾ ਪਲੱਗ ਤੁਸੀਂ ਪਿਕ ਕਰ ਲਓਗੇ, ਖਿੱਚ ਲਓਗੇ ਇਹ ਚੋਂ, ਉਨੀ ਰੈਜ਼ਿਸਟੈਂਸ ਇੰਟਰੋਡਿਊਸ ਹੋ ਜਾਏਗੀ। ਤੇ ਇਹ ਇਸ A ਤੋਂ ਲੈ ਕੇ B ਤੱਕ ਦੇ ਵਿੱਚ ਜਿੰਨੀ ਵੀ ਰੈਜ਼ਿਸਟੈਂਸ ਇੰਟਰੋਡਿਊਸ ਕਰੋਗੇ ਉਹਨੂੰ P ਬੋਲਦੇ ਆ। ਇੱਥੇ ਸੀ ਨਾ, ਦੇਖੋ ਆ ਹੁੰਦੀ ਹੈ ਮੰਨ ਲਓ 10 ohms, ਇਹ ਹੁੰਦੀ ਹੈ ਮੰਨ ਲਓ 100 ohms, ਆ ਹੁੰਦੀ ਹੈ ਮੰਨ ਲਓ 1000 ohms। ਇਸ ਤਰ੍ਹਾਂ B ਤੇ C ਵਿਚਕਾਰ ਵੀ ਆਹੀ ਵਿਵਸਥਾ ਹੁੰਦੀ ਹੈ। ਤਿੰਨ ਆਪਣੇ ਕੋਲ ਪਲੱਗ ਵਿੱਚ ਇੰਟਰੋਡਿਊਸ ਕਰ ਸਕਦੇ ਆਪਾਂ। ਆ ਵਾਲਾ 10 ohm ਦਾ, ਆ ਵਾਲਾ 100 ਦਾ, ਆ 1000 ਦਾ। ਇਹ 10, 100 ਤੇ 1000 ਹੀ ਹੁੰਦੇ ਨੇ। ਇਹਦੇ ਵਿੱਚ ਆਪਾਂ ਇਹਨੂੰ ਚੇਂਜਸ ਨਹੀਂ ਕਰ ਸਕਦੇ, ਬਹੁਤਾ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਹ ਬੜਾ ਫਾਇਦਾ ਇਹਦਾ, ਆਪਾਂ ਦੱਸਾਂਗੇ ਉਹ ਨਹੀਂ ਕਿਵੇਂ 10, 100 ਤੇ 1000 ਹੀ ਕਿਉਂ। ਤੇ ਜਿਹੜਾ ਫਿਰ A ਤੋਂ ਲੈ ਕੇ D ਤੱਕ ਹੈ ਨਾ, ਹੁਣ ਦੇਖੋ A ਤੋਂ ਲੈ ਕੇ D ਤੱਕ ਇੱਥੇ ਮੋਸਟਲੀ ਆਪਾਂ ਰੈਜ਼ਿਸਟੈਂਸ ਬਾਕਸ ਲਗਾਉਂਦੇ ਸੀ ਨਾ, ਜਿੱਦੀ ਆਪਾਂ ਕੁਝ ਵੀ ਰੈਜ਼ਿਸਟੈਂਸ ਇੰਟਰੋਡਿਊਸ ਕਰ ਸਕਦੇ ਸੀ। ਬੇਸਿਕਲੀ ਇੱਥੇ ਹੀ ਪੰਗਾ ਉਹ ਕੰਮ ਇਹ ਹੈ ਹੀ ਆ। ਹੁਣ R ਦੀ ਜਗ੍ਹਾ ਤੇ ਨਾ ਇੱਥੇ ਆਪਾਂ ਬਹੁਤ ਸਾਰੇ ਪਲੱਗਸ ਹੁੰਦੇ ਨੇ। ਇੱਥੇ ਪਲੱਗਸ ਜਿਵੇਂ ਮੰਨ ਲਓ ਇੱਥੇ ਪਲੱਗ ਹੋਏਗਾ, ਪਹਿਲਾਂ ਮੰਨ ਲਓ 1 ohm ਵੀ ਇੰਟਰੋਡਿਊਸ ਕਰ ਸਕਦੇ ਹੋਗੇ ਤੁਸੀਂ, 2, ਫਿਰ 2, ਜਿਵੇਂ 1 2 2, ਫਿਰ ਇੱਥੇ ਆ ਹੋਣਗੇ ਮੰਨ ਲਓ 2 2 ਤੋਂ ਬਾਅਦ 5, 2 to 5 ਕਿਉਂ ਕੀਤਾ, ਕਿਉਂਕਿ ਦੇਖੋ 2 ਤੇ 1 ਜੇ ਕੱਢ ਲੋਗੇ ਤਾਂ 3 ਬਣ ਜਾਏਗਾ, 2 ਤੇ 2 ਕੱਢ ਲੋਗੇ 4 ਬਣ ਜਾਏਗਾ, है ना। सो 1 2 3 4 सारे बन गए ना ऊपर ही। फिर 5 रख देने, 5 तो बाद सीधे आप रख देना 10, क्योंकि फिर 5 तो बाद 5 and 1 6 हो जाएगा, 5 and 2 7 हो जाएगा, 5 2 and 1 8 हो जाएगा, 5 2 2 9 हो जाएगा, फिर 10, फिर 10 लिए आप सारे भी कर सकते हैं, पर आप थोड़ा इकट्ठे इंट्रोड्यूस कर लिए, 10 इंट्रोड्यूस कर दें, फिर 10, फिर 20 ओमे, फिर 20, फिर 20 20 के बाद 50, फिर आप इतने इंट्रोड्यूस कर देने 100, फिर थे 200, ठीक है, फिर 200 200 200 तो बाद सीधे 500 500 500 तो बाद इतने 1000, ठीक है, 1000 तो बाद फिर तुम पता है 2000, फिर 2000, फिर 5000, ऐ करते 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 समझ लो बहुत सारी वैरायटी होंगी है इतने तुसी इंट्रोड्यूस कर सकते हो भी। तो इतने आके एंड मोमेंट ते मान लो इनफिनिटी तक रेजिस्टेंस पहुंच जाती है। इनफिनिटी का मतलब इनफिनिटी नहीं है, ਤੁਹਾਨੂੰ ਪਤਾ ਹੈ ਇਨਫਿਨਿਟੀ मतलब ਬਹੁਤ ਜ਼ਿਆਦਾ ਹਿਊਜ ਰੈਜ਼ਿਸਟੈਂਸ मतलब ਇੱਥੇ ਦਿੱਤੀ ਜਾ ਸਕਦੀ ਹੈ ਇਹਦੇ ਵਿੱਚ ਜੇ ਸਾਰੇ ਪਲੱਗ ਕੱਢ ਦਈਏ। ਸੋ ਆ ਬੇਸਿਕਲੀ ਗ੍ਰੀਨ ਵਾਲਾ ਜਿਹੜਾ ਸ਼ੋ ਕੀਤਾ ਪੂਰਾ ਨੀਚੇ ਲੈ ਕੇ ਉੱਪਰ ਤੱਕ, ਇਹ A ਤੋਂ ਲੈ ਕੇ D ਤੱਕ ਦੀ ਰੈਜ਼ਿਸਟੈਂਸ ਦਾ ਨੂੰ ਰਿਪਰੈਜ਼ੈਂਟ ਕਰਦਾ ਹੈ। ਸੋ ਆ ਆਪਣਾ ਪੋਸਟ ਆਫਿਸ ਬਾਕਸ ਜਿਹੜਾ ਹੈ, ਠੀਕ ਹੈ, P ਤੋਂ Q, P ਤੇ Q ਤੁਸੀਂ ਦੇਖ ਲਓ ਕਿੱਥੇ ਆ, A B C ਪੁਆਇੰਟ ਦੇਖ ਲਓ ਕਿੱਥੇ ਆ, D ਕਿੱਥੇ। ਹੁਣ ਤੁਸੀਂ ਮੈਨੂੰ ਦੱਸੋ ਅਨਨੋਨ ਰੈਜ਼ਿਸਟੈਂਸ ਕਿਹੜੇ ਕਿਹੜੇ ਪੁਆਇੰਟ ਵਿੱਚ ਲਗਾਉਣੀ ਚਾਹੀਦੀ ਹੈ ਜਿਹਨੂੰ ਪਤਾ ਕਰਨੀ ਹੈ, बोलो। C and D, C and D ਤੇ ਬਾਹਰ ਲਗਾ ਦਿਓ ਬਸ। ਫਿਰ C ਤੇ D ਚ ਲਗਾਣੇ ਨਾ, ਇਹਦੇ ਵਿੱਚ ਹੀ ਆਪਾਂ ਆ ਅਨਨੋਨ ਰੈਜ਼ਿਸਟੈਂਸ ਲਗਾਵਾਂਗੇ। ਸੋ ਪੋਸਟ ਆਫਿਸ ਬਾਕਸ ਲਿਆ ਕੇ ਸੈਟਿੰਗ ਕਰਦੇ ਹੋਏ ਆਪਾਂ ਅਨਨੋਨ ਰੈਜ਼ਿਸਟੈਂਸ ਚੱਕ ਕੇ C ਤੇ D ਚ ਲਗਾ ਦੇਣੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਚ ਲਗਾਣੇ ਹਮੇਸ਼ਾ। ਆਓ S ਰੈਜ਼ਿਸਟੈਂਸ ਹੈ ਜਿਹੜੀ ਪਤਾ ਕਰਨੀ ਹੈ, ਅਨਨੋਨ ਰੈਜ਼ਿਸਟੈਂਸ, ਠੀਕ ਹੈ ਜੀ। ਆ ਗੱਲ ਕਲੀਅਰ ਹੋ ਗਈ। ਉਸ ਤੋਂ ਬਾਅਦ ਆਪਾਂ ਬੈਟਰੀ ਕਿਹੜੇ ਕਿਹੜੇ ਪੁਆਇੰਟ 'ਚ ਲਗਾਣੀ ਹੁੰਦੀ ਹੈ, ਦੇਖੋ A and C ਚ ਲਗਾਣੀ ਹੈ, ਹਨਾ। ਸੋ A and C ਚ ਆਪਾਂ ਇੱਥੋਂ ਲਗਾ ਸਕਦੇ ਹਾਂ ਉੱਪਰੋਂ ਵੀ ਬੈਟਰੀ। ਇੱਥੇ ਆਪਣੇ ਕੋਲ ਪਰ ਕਈ ਵਾਰ ਕੀ ਆ ਚ ਨਾ ਨੀਚੇ ਕਈ ਵਾਰ ਕੀਜ਼ ਇਕੱਠੀਆਂ ਹੁੰਦੀਆਂ ਨੇ K1 K2, ਮੈਂ ਦੱਸੂਗਾ ਵੀ ਇਕੱਠੀਆਂ ਨੀਚੇ ਕਿਉਂ ਹੁੰਦੀਆਂ ਜਿਵੇਂ, ਪਰ ਅਦਰਵਾਈਜ਼ ਤੁਸੀਂ ਉੱਪਰ ਵੀ ਲਗਾ ਸਕਦੇ। A ਤੇ C ਚ ਸਿੱਧੀ ਬੈਟਰੀ ਲਗਾ ਦਿਓ ਇੱਥੋਂ ਐਂ ਕਰਕੇ, ਨੀਚੇ ਹੀ ਲਗਾ ਲਓ ਤੁਸੀਂ, ਤੁਹਾਨੂੰ ਪ੍ਰੋਪਰ ਉਹ ਪਤਾ ਲੱਗ ਜਾਏਗਾ ਵੀ ਬੇਸਿਕਲੀ ਕਿਸ ਤਰ੍ਹਾਂ ਦਾ ਹੁੰਦਾ ਹੈ। ਸੋ ਜੇ ਇਹ ਚ ਕੀ ਹੁੰਦਾ, A ਦੇ ਵਿੱਚ ਨਾ A ਪੁਆਇੰਟ ਦੇ ਨਾਲ ਨਾ ਇਸ ਪੋਸਟ ਆਫਿਸ ਬਾਕਸ ਦੇ ਅੰਦਰ ਹੀ ਅੰਦਰ ਨੀਚੇ ਇਸ ਤਰ੍ਹਾਂ ਕਰਕੇ ਇੱਕ ਤਾਰ ਕੱਢੀ ਹੁੰਦੀ ਹੈ, ਇਹ ਅੰਦਰ ਹੀ ਅੰਦਰ ਆਉਂਦੀ ਹੈ ਤਾਰ। ਕਿਸੇ ਵੀ ਜਗ੍ਹਾ ਤੇ ਕੀ ਲਗਾ ਸਕਦੇ ਨਾ ਆਪਾਂ, ਇਸ ਤਰ੍ਹਾਂ ਅੰਦਰੋਂ ਤਾਰ ਕੱਢਦੇ ਕਿਤੋਂ ਵੀ, ਤੇ ਉਹਦੇ ਵਿੱਚ ਇਸ ਜਗ੍ਹਾ ਤੇ ਨਾ ਇੱਕ ਟੈਪਿੰਗ ਕੀ ਲੱਗੀ ਹੁੰਦੀ ਹੈ K1। ਟੈਪਿੰਗ ਕੀ ਦਾ ਮਤਲਬ ਹੁੰਦਾ ਵੀ ਟੈਪ ਕਰਦੇ ਆ ਬਸ ਤਾਂ ਉਹਦੇ ਲਈ ਉਹ ਚੱਲਦੀ ਹੈ, ਜਿਵੇਂ ਛੱਡਦੇ ਨਾਲ ਫਿਰ ਉੱਪਰ ਹੋ ਜਾਂਦੀ ਹੈ। ਟੈਪਿੰਗ ਕੀ ਲੱਗੀ ਹੋਈ ਯਾਨੀ ਕਿ ਬਸ ਉਸ ਪਾਰਟਿਕੂਲਰ ਮੂਮੈਂਟ ਲਈ ਤੁਸੀਂ ਕਰੰਟ ਚਾਹੀਦਾ ਉਹਨੂੰ ਟੈਪ ਕਰੋ, ਨਹੀਂ ਤਾਂ ਛੱਡ ਦਿਓ। ਤੇ ਇਸ A ਦੇ ਨਾਲ ਫਿਰ ਇੱਥੇ ਲੱਗੀ ਹੁੰਦੀ ਹੈ ਆਪਣੇ ਕੋਲ ਬੈਟਰੀ ਜਿਹੜੀ ਆਪਾਂ ਬਾਹਰ ਪ੍ਰੋਵਾਈਡ ਕਰ ਸਕਦੇ ਹਾਂ, ਜਿਹਦੇ ਬਿਨਾਂ ਆਪਣਾ ਕੰਮ ਚੱਲਣਾ ਨਹੀਂ ਹੈ। ਤੇ ਫਿਰ ਦੂਜਾ ਸਿਰਾ ਕਿਹਨੂੰ ਲੱਗਿਆ, C ਨੂੰ ਲੱਗਿਆ ਹੁੰਦਾ ਨਾ, ਇਹਨੂੰ ਲੈ ਜਾਓ ਫਿਰ ਉੱਪਰ ਲਿਆ ਕੇ C ਨੂੰ ਐ ਜੋੜ ਦਿੰਦੇ। ਸੋ ਬੇਸਿਕਲੀ ਆ ਸਾਡੇ ਕੋਲ ਉੱਥੇ ਤੁਹਾਨੂੰ ਦੇਖੇਗਾ ਕੌਣ, ਤੁਹਾਨੂੰ ਸਿਰਫ ਕੀ ਦਿਖੇਗਾ ਇੱਥੇ ਟੈਪਿੰਗ ਕੀ, ਤੇ ਉੱਥੋਂ ਤੁਸੀਂ ਬਸ ਬੈਟਰੀ ਲਗਾਓਗੇ
बैटरी दूजा सिरा ऊपर जोड़ोगे जिथे अननोन रेजिस्टेंस जोड़ी सी। सो तुसी आ गल दा ख्याल रखो। दूसरा हुण किहड़ा रह गई वायर दसो, बैलेंस पॉइंट वाली रह गई मैनोमीटर ਜਿਹੜਾ B ਤੇ D ਦੇ ਵਿੱਚ, ਹੈ ਨਾ। ਤਾਂ ਫਿਰ ਇੱਥੋਂ ਹੀ B ਤੋਂ ਲੈ ਕੇ ਨਾ, B ਤੋਂ ਵੀ ਅੰਦਰ ਹੀ ਅੰਦਰ ਤਾਰ ਕੱਢ ਕੇ ਇਹਨਾਂ ਨੇ ਇੱਧਰ ਵੀ ਇੱਕ ਟੈਪਿੰਗ ਕੀ ਲਗਾਈ ਹੁੰਦੀ ਹੈ ਇਸ ਜਗ੍ਹਾ ਤੇ, ਕਿਤੇ ਇਸ ਜਗ੍ਹਾ ਤੇ ਉਹ ਕੀ ਹੁੰਦੀ ਹੈ K2, ਤੇ ਉਹਦੇ ਨਾਲ ਇੱਥੇ ਗੈਲਵੈਨੋਮੀਟਰ ਲੱਗਿਆ ਹੁੰਦਾ। ਬੇਸਿਕਲੀ K2 ਦੇ ਨਾਲ ਇੱਥੇ B ਡੈਸ਼ ਪੁਆਇੰਟ ਕਹਿ ਸਕਦੇ ਹੋ ਤੁਸੀਂ, ਜਿਵੇਂ ਇੱਥੇ ਵੀ ਤੁਸੀਂ ਕਹਿ ਸਕਦੇ ਵੀ ਆ ਪੁਆਇੰਟ K1 ਤੋਂ ਬਾਅਦ A ਡੈਸ਼ ਪੁਆਇੰਟ ਹੁੰਦਾ ਹੈ, ਕਿਉਂਕਿ B ਦੇ ਨਾਲ B ਨੂੰ ਰਿਪਰੈਜ਼ੈਂਟ ਕਰਦਾ ਨਾ, ਅੰਦਰੋਂ ਅੰਦਰ ਜੁੜਿਆ B ਨਾਲ, B ਡੈਸ਼ ਲਾ ਲਓ। ਇਹਦੇ ਨਾਲ ਫਿਰ ਗੈਲਵੈਨੋਮੀਟਰ ਜੁੜਿਆ ਹੁੰਦਾ, ਤੇ ਗੈਲਵੈਨੋਮੀਟਰ ਜੋੜ ਕੇ ਆਪਾਂ ਇਹਨੂੰ ਕਿਹਦੇ ਨਾਲ ਜੋੜਦੇ ਹਾਂ, D ਦੇ ਨਾਲ। ਸੋ ਬੇਸਿਕਲੀ ਇਹ ਹੈ ਵੀਟਸਟੋਨ ਬ੍ਰਿਜ ਹੀ ਹੈ। ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਸਭ ਨੂੰ? ਯੈਸ ਸਰ। ਠੀਕ ਹੈ। ਸੋ ਆਪਾਂ ਬਸ ਇੱਥੇ ਹੁਣ P Q ਆਪਣੀ ਮਰਜ਼ੀ ਨਾਲ ਇੰਟਰੋਡਿਊਸ ਕਰ ਸਕਦੇ ਹਾਂ, A ਤੇ D ਵਿੱਚ ਜਿੰਨੀ ਮਰਜ਼ੀ ਰੈਜ਼ਿਸਟੈਂਸ ਆਪਣੀ ਮਰਜ਼ੀ ਨਾਲ ਇੰਟਰੋਡਿਊਸ ਕਰਦੇ ਹਾਂ, ਤਾਂ ਉਹਦੇ ਨਾਲ ਆਪਾਂ ਇਹਨੂੰ ਕੰਮ ਨੂੰ ਕਰ ਸਕਦੇ ਹਾਂ। ਹੁਣ ਇਹ ਸਭ ਤੋਂ ਪਹਿਲਾ ਕੰਮ ਕੀ ਹੁੰਦਾ, ਸਭ ਤੋਂ ਪਹਿਲਾਂ ਆਪਾਂ ਚੈੱਕ ਕਰਨਾ ਦਾ ਸਾਰਾ ਕਨੈਕਸ਼ਨ ਸਹੀ ਹੈ ਕਿ ਨਹੀਂ ਹੈ ਆਪਣਾ। ਸੋ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਆਪਾਂ, ਜਿਹੜੀ ਆ A ਤੋਂ D ਵਿਚਕਾਰ ਆਹ ਵਾਲੀ ਰੈਜ਼ਿਸਟੈਂਸਸ ਨੇ ਜਿਹੜੀਆਂ, ਠੀਕ ਆ, ਇਹਨੂੰ ਆਪਾਂ 0 ਕਰ ਦਿੰਦੇ ਆ। 0 ਮਤਲਬ ਕਿਵੇਂ ਕਰਾਂਗੇ, ਸਾਰੇ ਪਲੱਗ ਅੰਦਰ ਪਾ ਦਿਓ, ਵਿੱਚ ਪਏ ਹੁੰਦੇ ਆ ਪਹਿਲਾਂ ਹੀ, ਉਹ 0 ਹੀ ਹੁੰਦਾ ਆ। ਸਾਰੇ ਪਲੱਗ ਅੰਦਰ ਪਾ ਦਿਓ, ਤੇ ਉਸ ਤੋਂ ਬਾਅਦ ਤੁਸੀਂ ਟੈਪਿੰਗ ਕੀ, ਪਹਿਲਾਂ ਤੁਸੀਂ K1 ਨੂੰ ਔਨ ਕਰੋਗੇ ਤਾਂ ਬੈਟਰੀ ਕਰੰਟ ਭੇਜਣਾ ਸ਼ੁਰੂ ਕਰੇਗੀ, K2 ਨੂੰ ਔਨ ਕਰੋਗੇ ਤਾਂ ਗੈਲਵੈਨੋਮੀਟਰ ਵਾਇਰ ਜਿਹੜੀ ਆਹ ਵਾਲੀ K2 ਇੱਥੇ ਲੱਗਿਆ ਸਮਝੋ ਉਹ ਔਨ ਹੋਏਗੀ ਨਾ। ਤਾਂ ਪਹਿਲਾਂ K1 ਨੂੰ ਟੈਪ ਕਰੋ ਤਾਂ ਕਿ ਪੂਰੀ ਸਰਕਟ 'ਚ ਕਰੰਟ ਆ ਜਾਏ, ਫਿਰ ਉਹਨੂੰ ਟੈਪ ਹੀ ਰੱਖੋ, ਉਹਨੂੰ ਦਬ ਕੇ ਰੱਖੋ, ਫਿਰ K2 ਨੂੰ ਦਬੋ ਨਾਲ ਹੀ, ਫਿਰ ਚੈੱਕ ਕਰੋ ਗੈਲਵੈਨੋਮੀਟਰ ਵਿੱਚ ਡਿਫਲੈਕਸ਼ਨ ਆ ਰਹੀ ਹੈ ਕਿ ਨਹੀਂ ਆ ਰਹੀ, ਜਾਂ ਕੀ ਆ ਰਹੀ ਹੈ। ਸੋ ਤੁਹਾਡੀ ਜੋ ਵੀ ਡਿਫਲੈਕਸ਼ਨ ਆਏਗੀ ਗੈਲਵੈਨੋਮੀਟਰ ਦੀ ਉਹ ਨੋਟ ਕਰ ਲਓ, ਮਤਲਬ ਨੋਟ ਕੀ ਕਰ ਲਓ, ਆ ਨੋਟ ਕਰ ਲਓ ਕਿੱਧਰ ਨੂੰ ਆਈ, ਲੈਫਟ ਆਈ, ਰਾਈਟ ਆਈ, ਵਟਐਵਰ ਜਿੱਥੋਂ ਤੁਸੀਂ ਦੇਖ ਰਹੇ ਹੋ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਰੈਜ਼ਿਸਟੈਂਸ R ਵਿੱਚ ਇਸ ਜਗ੍ਹਾ ਤੇ ਇਨਫਾਈਨਾਈਟ ਰੈਜ਼ਿਸਟੈਂਸ ਇੰਟਰੋਡਿਊਸ ਕਰ ਦਿਓ। जो तुसी रेजिस्टेंस R इनफाइनाइट इंट्रोड्यूस करोगे ਤਾਂ ਗੈਲਵੈਨੋਮੀਟਰ ਦੀ ਜਿਹੜੀ ਰਿਫਲੈਕਸ਼ਨ ਆ ਉਹ ਰਿਵਰਸ ਹੋਣੀ ਚਾਹੀਦੀ ਹੈ ਪਹਿਲਾਂ ਨਾਲੋਂ। ਜੇ ਇਸ ਤਰ੍ਹਾਂ ਹੈ ਮਤਲਬ ਸਾਰਾ ਸਰਕਟ ਤੁਹਾਡਾ ਠੀਕ ਹੈ। ਇਸ ਗੱਲ ਨੂੰ ਸਮਝਦੇ ਆ ਕਿਵੇਂ? ਤਾਂ ਸਭ ਤੋਂ ਪਹਿਲਾਂ ਮੈਂ ਲਿਖ ਦਿੰਦਾ, ਫਿਰ ਮੈਂ ਸਮਝਾ ਦਿੰਦਾ। ਫਸਟ ਆਫ ਆਲ ਵੀ ਸੈਟ, ਅਸੀਂ ਸੈਟ ਕਰ ਦਈਏ R ਨੂੰ 0, ਜੋ ਵੀ R ਰੈਜ਼ਿਸਟੈਂਸ ਹੈ, ਐਂਡ ਦੈਨ R ਨੂੰ ਇਨਫਿਨਿਟੀ ਸੈਟ ਕਰੋ, ठीक है, and check the deflection of G is reversed। चेक करो भी रिवर्स हो रही कि नहीं, रिवर्स हो रही है, then circuit is ready to work, circuit is ready to work। so circuit अपना काम करने लिए तैयार है। ਇਹ ਗੱਲ ਕੁਝ ਵੀ ਨਹੀਂ ਹੈ, ਬਸ ਸਰਕਟ ਚੈੱਕ ਹੋਇਆ ਆਪਾਂ, ਇਹਦੇ ਨਾਲ ਕੁਝ ਨਹੀਂ ਹੋਇਆ। ਦੇਖੋ ਹੋਇਆ ਕੀ ਹੈ, ਮੰਨ ਲਓ ਪਹਿਲਾਂ ਤੁਸੀਂ ਇੱਥੋਂ ਸਰਕਟ ਚੋਂ ਐਂਟਰ ਕਰੇਗੀ, ਆ ਮੰਨ ਲਓ P ਹੈ, ਆ ਮੰਨ ਲਓ Q ਹੈ, ਤੇ ਆ R ਹੈ, ਤੇ ਆ ਇੱਥੋਂ ਆ ਆਪਣੀ ਕੋਈ ਅਨਨੋਨ ਰੈਜ਼ਿਸਟੈਂਸ S ਲੱਗੀ ਹੋਈ ਹੈ, ਪਰ ਪਤਾ ਨਹੀਂ ਉਹਦੇ ਬਾਰੇ। ਆ ਗੈਲਵੈਨੋਮੀਟਰ ਹੈ। ਹੁਣ ਤੁਹਾਨੂੰ ਪਤਾ ਕਿ ਇੱਥੋਂ ਆਪਾਂ ਜੇ ਬੈਟਰੀ ਲਗਾਵਾਂਗੇ, ਪਹਿਲਾਂ ਤਾਂ R ਨੂੰ 0 ਪੁੱਟ ਕਰ ਦਿਓ। ਜੇ R ਨੂੰ 0 ਪੁੱਟ ਕੀਤਾ ਇਹਦਾ ਮਤਲਬ ਵਾਇਰ ਲੱਗੀ ਹੋਈ ਬਸ ਸਿੰਪਲੀ, ਹੈ ਨਾ। ਸੋ ਜਿਹੜਾ ਬੈਟਰੀ ਦਾ EMF ਹੋਏਗਾ, ਜੋ ਵੀ ਇੱਥੇ ਹੋਏਗਾ ਮੰਨ ਲਓ, ਜਾਂ ਪੋਟੈਂਸ਼ੀਅਲ ਡਿਫਰੈਂਸ, ਉਹੀ ਇੱਥੇ ਹੋਏਗਾ ਨਾ ਫਿਰ ਇਸ ਪੁਆਇੰਟ ਤੇ। ਤਾਂ ਇਹਦੇ ਵਿੱਚ ਦੇਖੋ ਜਦੋਂ ਉੱਪਰੋਂ ਕਰੰਟ ਜਾਏਗਾ, ਅੱਛਾ ਇਸ ਪੁਆਇੰਟ ਦਾ ਪੋਟੈਂਸ਼ੀਅਲ ਤੇ ਇਸ ਪੁਆਇੰਟ ਦਾ ਪੋਟੈਂਸ਼ੀਅਲ ਸੇਮ ਹੀ ਹੋਏਗਾ ਕਿ ਨਹੀਂ? ਯੈਸ ਸਰ। ਕਿਉਂਕਿ ਰੈਜ਼ਿਸਟੈਂਸ ਵਿੱਚ ਹੈ ਨਹੀਂ, ਸੋ ਆ E ਦਾ E ਰਹੇਗਾ, ਪਰ ਉੱਪਰ E ਇਹਦੇ ਵਿੱਚ P ਵਿੱਚੋਂ ਪਾਸ ਕਰੇਗਾ ਕਰੰਟ, ਇੱਥੇ ਆ ਕੇ ਪੋਟੈਂਸ਼ੀਅਲ ਘਟ ਜਾਏਗਾ ਨਾ ਥੋੜਾ। ਯੈਸ ਸਰ। ਤਾਂ ਗੈਲਵੈਨੋਮੀਟਰ 'ਚ ਕਰੰਟ ਕਿੱਧਰ ਨੂੰ ਜਾਏਗਾ, ਉੱਪਰ ਨੂੰ ਜਾਏਗਾ। नीचे हायर पोटेंशियल, ऊपर लोअर पोटेंशियल। यस ये वो सिचुएशन है जो R कितनी है 0 ते जे R इनफिनिटी हो जाए, मान लो R इनफिनिटी हो गया, R इनफिनिटी वाला सर्किट फिर इस तरह सोच सकते हैं ना, यदि करंट ने जान ही नहीं देना उन्हें, तो बेसिकली आ हो गया R इनफिनिटी मतलब इतने है ही नहीं कुछ। आ S हो गया, आ Q हो गया, इस तरह जोड़े है बस। समझ लग रही गल? R इनफिनिटी हो गया ना, मतलब इतने है ही नहीं कुछ, मतलब इतना ज्यादा ब्लॉक है पूरी तरह, करंट जा ही नहीं सकता। तो करंट को जाना कितों पेगा?
ਤਾਂ ਕਰੰਟ ਗੈਲਵੇਨੋਮੀਟਰ ਚ ਕਿਧਰੋਂ ਆਏਗਾ, ਉੱਪਰੋਂ ਨੀਚੇ ਹੀ ਆਏਗਾ ਫਿਰ, है ना। Yes, sir. तो आ रेजिस्टेंस R इक्वल टू 0 वाला केस है, ये R इक्वल टू इनफिनिटी वाला केस है। तो बेसिकली ਕੀ ਹੈ ਕਿ ਆਪਾਂ ਸਭ ਤੋਂ ਪਹਿਲਾਂ ਟੈਪ ਕਰਕੇ ਕੀ ਇਸ ਤਰ੍ਹਾਂ ਦੇਖਦੇ ਰੈਜ਼ਿਸਟੈਂਸ 0 ਇੰਟਰੋਡਿਊਸ ਕਰਦੇ ਆ R, ਫਿਰ R ਨੂੰ ਇਨਫਿਨਿਟੀ ਕਰਦੇ ਤੇ ਦੋਨੋਂ ਵਾਰ ਡਿਫਲੈਕਸ਼ਨ ਰਿਵਰਸ ਆਂਦੀ ਹੈ, ਉੱਥੋਂ ਪਤਾ ਲੱਗਦਾ ਕਿ ਸਰਕਟ ਠੀਕ ਕੰਮ ਕਰ ਰਿਹਾ, ਸਰਕਟ ਠੀਕ ਹੈ, ਤੇ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਹਾਂ। ਫਿਰ ਜੋ ਕੰਮ ਸ਼ੁਰੂ ਕਰਦੇ ਆ ਤਾਂ ਕਿਵੇਂ ਕਰਦੇ ਆ, ਦੇਖੋ ਉਹਦੇ ਪ੍ਰੋਸੀਜਰ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ, ਦੇਖੋ ਪ੍ਰੋਸੀਜਰ ਟੂ ਫਾਈਂਡ ਅਨਨੋਨ ਰੈਜ਼ਿਸਟੈਂਸ। ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ, P ਨੂੰ ਵੈਲਿਊ ਲਿਖ ਦਿੰਦੇ ਆ 10 ਇੰਟਰੋਡਿਊਸ ਕਰ ਦੋ, तो Q भी इंट्रोड्यूस कर दो 10, सेट कर दो इन्होंने ते कर सकते ना। आराम नाल देखो इत्थे की करांगे, आ P विचों आ 10 वाला प्लग कट दिओ ते आ चों 10 वाला प्लग कट दिओ, मेरा 10 इंट्रोड्यूस होगी, ठीक है ना गल। जो 10 इंट्रोड्यूस होगी, हुण आपां इस तो बाद की करदे, देखो आपां हुण P नूं ते Q नूं करके K1 K2 नूं क्लोज करदे आपां, K1 ਤੇ K2 ਉਹ ਸਵਿਚ ਕਲੋਜ਼ ਕਰਦੇ ਆ, ਮਤਲਬ ਉਹਨੂੰ ਪਹਿਲਾਂ ਉਹਨੂੰ ਟੈਪ ਕਰਦੇ ਫਿਰ ਉਹਨੂੰ ਟੈਪ ਕਰਦੇ ਆ, ਤੇ ਆਪਾਂ ਦੇਖਦੇ ਆ ਕਿ ਹੁਣ ਆਪਣਾ ਜਿਹੜਾ ਗੈਲਵੇਨੋਮੀਟਰ ਦੀ ਡਿਫਲੈਕਸ਼ਨ ਕੀ ਆ ਰਹੀ ਹੈ। ਹੁਣ ਇਹਦੇ ਵਿੱਚ ਗੈਲਵੇਨੋਮੀਟਰ ਦੀ ਡਿਫਲੈਕਸ਼ਨ ਕਿਵੇਂ ਚੈੱਕ ਕਰਾਂਗੇ ਆਪਾਂ, ਦੇਖੋ ਸਭ ਤੋਂ ਪਹਿਲਾਂ ਤਾਂ ਇਧਰ ਦੇਖੋ P ਹੈ, ਇਧਰ Q ਹੈ, ਹਨਾ, ਰਫਲੀ ਸੋਚੋ, ਤੇ ਇਧਰ ਆਪਣੇ ਕੋ R ਇੰਟਰੋਡਿਊਸ ਕਰਨੀ ਹੈ ਆਪਾਂ, ਤੇ ਇਧਰ ਆਪਣੇ ਕੋ ਹੈ S ਜਿਹੜੀ ਆਪਾਂ ਪਤਾ ਕਰਨੀ ਹੈ। S ਦੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ ਹੁਣੀ? नहीं इंफॉर्मेशन कोई भी ना, सानू एस दे बारे कुछ भी नहीं पता। हुण सानू इत्थे पता है कि जे मैं R इंट्रोड्यूस करा कुछ भी, तो मेरा नाल गैल्वेनोमीटर दी डिफ्लेक्शन जरूर चेक कर सकदा, गैल्वेनोमीटर दी डिफ्लेक्शन में चेक कर सकदा कुछ भी। तो हुण मैं की करना है, बेसिकली असीं की करना, वी विल सर्च फॉर टू रेजिस्टेंस वैल्यूज of R for which G galvanometer gives reverse deflection। ਇਹਦਾ ਮਤਲਬ ਸਮਝੋ ਧਿਆਨ ਨਾਲ, ਮੈਂ ਕੀ ਕਰੂੰਗਾ, ਮੈਂ R ਦੀ ਵੈਲਿਊ ਇੱਥੇ ਮੰਨ ਲਓ 1 ओम ਇੰਟਰੋਡਿਊਸ ਕਰੂੰਗਾ, ਮੈਨੂੰ ਇਸ ਬਾਰੇ ਤਾਂ ਕੁਝ ਪਤਾ ਨਹੀਂ ਹੈ, 1 ओम ਇੰਟਰੋਡਿਊਸ ਕਰੂੰਗਾ, ਤੇ ਫਿਰ ਦੇਖੂੰਗਾ ਗੈਲਵੇਨੋਮੀਟਰ ਡਿਫਲੈਕਸ਼ਨ ਕਿੱਧਰ ਆ ਰਹੀ ਹੈ। ਮੰਨ ਲਓ 1 ओम ਕਰਨ ਤੇ ਡਿਫਲੈਕਸ਼ਨ ਆ ਰਹੀ ਹੈ, ਮੰਨ ਲਓ ਲੈਫਟ ਨੂੰ, फिर मैं 5 कर दूंगा इनू, मान लो सीधा ही, फिर लेफ्ट में, फिर मैं 10 कर दूंगा, फिर लेफ्ट में, ऐ करते 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 चले जाऊंगा, मान लो 60 करता, फिर लेफ्ट में, ठीक है। आप आही वैल्यूज ले लेने हैं, तो मान लो 63 करता, फिर लेफ्ट में, ठीक है। तो जिवें 64 किया, राइट में आ गल नूं ध्यान नाल समझो, समझ लग रही गल मेरी। R दी वैल्यू आपां ਆਪਾਂ R ਸੈੱਟ ਕਰ ਰਹੇ ਆ, S ਨੂੰ ਨਹੀਂ ਸੈੱਟ ਕਰ ਰਹੇ, ਆਪਾਂ R ਸੈੱਟ ਕਰ ਰਹੇ ਆ। S ਤਾਂ ਅਨਨੋਨ ਹੈ, ਉਹ ਤਾਂ ਲੱਗੀ ਹੋਈ ਹੈ, ਉਹਨੂੰ ਤਾਂ ਖਿਲਾ ਨਹੀਂ ਸਕਦੇ। R ਵਿੱਚ ਆਪਾਂ ਜਿੰਨੀ ਮਰਜ਼ੀ ਇੰਟਰੋਡਿਊਸ ਕਰ ਸਕਦੇ ਆ। ਆਪਾਂ ਇਹ ਕਰਦੇ ਕਰਦੇ ਵਧਾਈਏ, ਦੇਖਿਆ ਇੱਕ ਜਗ੍ਹਾ ਤੇ ਆ ਕੇ 60 ਕੀਤਾ, ਹਾਲਾਂਕਿ ਇਹ ਸਿੱਧਾ ਨਹੀਂ ਆਏਗਾ, ਇਸ ਤਰ੍ਹਾਂ ਆਏਗਾ। 60 ਤੋਂ ਬਾਅਦ ਆਪਾਂ ਕੀ ਕਰਾਂਗੇ, 70 ਕਰਾਂਗੇ, ਸਿੱਧਾ ਹੀ 60 ਤੋਂ ਬਾਅਦ 70 ਕਰਾਂਗੇ ਆਪਾਂ, ਤੇ ਆ ਗਿਆ। ਮੈਂ ਕਹੂੰਗਾ ਰੁਕ ਜਾਓ ਭਈ, ਇਹ ਤਾਂ ਰਿਫਲੈਕਟ ਹੈ ਨਾ, डिफरेंट होगी। फिर मैं ਇਹਨੂੰ ਕਾਟ ਕਰਕੇ ਦੇਖੂੰਗਾ, फिर सेम है। फिर मैं इनू चलो इनू मैं 69 करके देखांगा, है ना, फिर सेम। ए करते 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 तुहानू कोई ना कोई वैल्यू मिल जाएगी ना, जिहड़ी तो वैल्यू पर रिफ्लेक्ट हो रहा हो, सॉरी रिवर्स हो रही है उसकी डिफ्लेक्शन। समझ लगी गल कि नहीं, दसो मैनूं सारे AR दे बारे क्लियर है? Yes, sir. Yes, sir. सो होएगा कि होना की चाहिए, बैलेंस्ड होने लिए की जरूरी है, P बटा Q जिहड़ा किहदे बराबर होना चाहिए, R बटा S दे, है ना। ते इत्थे जिहड़ा P है अपना, P ते Q दोनों 10-10 ही ने, वो तो 1 हो गया, है ना। यानी कि जे R पूरी तरह S दे बराबर इंट्रोड्यूस करोगे तां तुहाडा की आएगा, बैलेंस पॉइंट आ जाएगा ना। फॉर बैलेंस पॉइंट की होना चाहिए है, R should be S ना। Yes, sir. पर साडा हो नहीं रहा इस तरह, ਅਸੀਂ ਦੇਖਿਆ ਅਸੀਂ ਐ ਕਰਕੇ ਉਹਦੇ ਵਿਚਕਾਰ ਵਸੇ। ਮੰਨ ਲਓ ਜਸਟ ਐਗਜ਼ਾਮਪਲ ਲੈ ਲਓ ਹੁਣ ਇੱਥੇ, ਕਿ ਮੰਨ ਲਓ ਤੁਹਾਡੀ ਜਿਹੜੀ R ਦੀ ਵੈਲਿਊ ਆ 63 ਤੇ ਇਧਰ ਆ ਸੀ ਡਿਫਲੈਕਸ਼ਨ, ਤੇ 64 ਤੇ ਇਧਰ ਆ ਗਈ, ਦੂਸਰੇ ਪਾਸੇ ਨੂੰ ਹੋ ਗਈ,
ਇਹਦਾ ਮਤਲਬ ਕੀ ਹੈ ਕਿ ਜਿਹੜੀ ਤੁਹਾਡੀ R ਹੈ ਜੋ ਆਪਾਂ ਸੈੱਟ ਕੀਤੀ ਹੈ ਉਹ S ਦੇ ਬਰਾਬਰ ਨਹੀਂ ਹੋ ਰਹੀ ਹੈ ਨਾ, ਕਿਉਂਕਿ ਡਿਫਲੈਕਸ਼ਨ ਇੱਕ ਵਾਰ ਇਧਰੋਂ ਹੀ ਲਿਖੇ, ਯਾਨੀ R ਨੂੰ ਜੇ 63 ਪੁੱਟ ਕਰਦੇ ਆ ਤਾਂ ਕੁਝ ਹੋਰ ਹੋ ਜਾਂਦੀ ਹੈ ਤੇ 64 ਪੁੱਟ ਕਰਦੇ ਕੁਝ ਹੋਰ, ਕਿਉਂਕਿ ਆਪਣੀ ਜਿਹੜੀ ਗੈਲਵੈਨੋਮੀਟਰ ਦੀ ਡਿਫਲੈਕਸ਼ਨ ਹੈ ਉਹ ਡਿਸਾਈਡ ਹੁੰਦੀ ਹੈ ਇੱਥੋਂ ਹੀ ਕਿ ਹੁਣ ਆਹ ਚੀਜ਼ ਇਹ ਤੋਂ ਜ਼ਿਆਦਾ ਹੋਏਗੀ ਘੱਟ ਹੋਏਗੀ। ਜਿਵੇਂ ਕਹਿਣ ਦਾ ਮਤਲਬ ਹੈ ਦੋ ਹੀ ਗੱਲਾਂ ਹੋ ਸਕਦੀਆਂ, ਦੇਖੋ ਜੇ ਬਰਾਬਰ ਨਾ ਹੋਣ ਤਾਂ ਜਾਂ ਤਾਂ P over Q ਤੋਂ ਵੱਡਾ ਹੋਏਗਾ R over S ਜਾਂ P over Q ਤੋਂ ਛੋਟਾ ਹੋਏਗਾ R over S। ਇਹ ਦੋ ਗੱਲਾਂ ਤੋਂ ਇਲਾਵਾ ਤਾਂ ਨਹੀਂ ਕੁਝ ਹੋ ਸਕਦਾ ਨਾ ਜੇ ਬਰਾਬਰ ਨਹੀਂ ਹੈ, ਯਾਨੀ ਜਾਂ ਤਾਂ ਤੁਹਾਡਾ R over S 1 ਤੋਂ ਵੱਡਾ ਹੋਏਗਾ ਜਾਂ ਤੁਹਾਡਾ R over S 1 ਤੋਂ ਛੋਟਾ ਹੋਏਗਾ। ਜੇ ਡਿਫਲੈਕਸ਼ਨ ਤੁਹਾਡਾ ਬੈਲੈਂਸ ਪੁਆਇੰਟ ਨਹੀਂ ਆ ਰਿਹਾ, ਮਤਲਬ ਇੱਕ ਪਾਸੇ 63 ਤੇ ਇੱਧਰ ਆ ਰਹੀ ਹੈ 64 ਤੇ ਉੱਧਰ ਆ ਰਹੀ ਹੈ, ਮਤਲਬ ਤੁਹਾਡਾ R over S ਜਾਂ ਤਾਂ ਇੱਕ ਪਾਸੇ ਇੱਕ ਤੋਂ ਵੱਡਾ ਹੋਏਗਾ ਜਾਂ ਛੋਟਾ ਨਾ, ਇੱਕ ਮਤਲਬ ਕੌਣ P over Q, ਕਿਉਂਕਿ P ਤੇ Q ਦੋਨੋਂ 10-10 ਲੈ। ਇਹ ਗੱਲ ਕਲੀਅਰ ਹੋਈ ਕਿ ਨਹੀਂ ਦੱਸੋ? Yes, sir. Yes, sir. ਸੋ ਇਹਦਾ ਮਤਲਬ S ਦੀ ਵੈਲਿਊ ਹੈ ਤੁਹਾਡੀ ਆਹ ਵਾਲੀ ਜਿਹੜੀ R ਦੀ ਵੈਲਿਊ ਤੁਸੀਂ ਲਿਖੀ ਹੈ ਜਿੱਥੇ ਲੈਸ ਦੈਨ 1 ਜਾਂ ਗ੍ਰੇਟਰ ਦੈਨ ਹੈ, ਜਾਂ ਤਾਂ S ਦੀ ਵੈਲਿਊ R ਤੋਂ ਵੱਡੀ ਹੈ ਜਾਂ ਇੱਕ ਪਾਸੇ R ਤੋਂ ਛੋਟੀ ਹੈ ਨਾ। ਤਾਂ ਤੁਹਾਨੂੰ S ਦੇ ਬਾਰੇ ਕੋਈ ਆਈਡੀਆ ਮਿਲਿਆ ਇੱਥੇ ਕਿ S ਤੁਹਾਡਾ ਕਿਹਦੇ ਵਿਚਕਾਰ ਹੋ ਸਕਦਾ? 63 and 64. ਹਾਂ, ਇਹਦਾ ਮਤਲਬ ਤੁਹਾਡਾ ਮਤਲਬ ਕੀ ਹੈ? ਇਹਦਾ ਮਤਲਬ S lies between 63 and 64. So therefore S will lie between 63 ohms and 64 ohms। ਮੈਨੂੰ ਆ ਪਤਾ ਲੱਗ ਗਿਆ ਬਸ, ਕਲੀਅਰ ਹੈ ਗੱਲ ਹੁਣ? Yes, sir. ਠੀਕ ਹੈ, ਹੁਣ ਇਹਨੂੰ ਗੱਲ ਨੂੰ ਸਮਝਣ ਲਈ ਦੇਖੋ ਬੜਾ ਵਧੀਆ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆਪਾਂ ਕੁਝ ਵੀ। ਸੇ ਮੰਨ ਲਓ ਇਹ ਹੈ ਨਹੀਂ, ਇਹ ਮੈਨੂੰ ਪਤਾ ਨਹੀਂ ਹੈ, ਆਈ ਡੋਂਟ ਨੋ ਦਿਸ, ਇਹਦੇ ਬਾਰੇ ਬਸ ਦੇਖਣਾ ਨਹੀਂ, ਸਮਝਣਾ ਆਪਾਂ। ਮੰਨ ਲਓ ਕਿ S ਦੀ ਵੈਲਿਊ 63.427 ohms ਹੈ, ਮੰਨ ਲਓ, ਕੁਝ ਵੀ ਹੋ ਸਕਦੀ ਇਸ ਤਰ੍ਹਾਂ, ਅੱਗੇ ਵੀ ਹੋ ਸਕਦਾ ਕੁਝ ਵੀ ਇਸ ਤਰ੍ਹਾਂ ਦਾ ਕੁਝ ਵੈਲਿਊ ਹੈ ਤੇ 60, ਪਰ ਮੈਨੂੰ ਹੁਣ ਪਤਾ ਨਹੀਂ ਹੈ, ਆਈ ਡੋਂਟ ਨੋ ਦਿਸ ਦੈਟ ਮੈਨੂੰ ਇੰਨਾ ਪਤਾ ਲੱਗ ਗਿਆ ਕਿ 63 ਤੇ 64 ਦੇ ਵਿੱਚ ਹੈ ਵੈਲਿਊ। ਇੱਥੇ ਤੱਕ ਗੱਲ ਕਲੀਅਰ ਹੋਈ? ਸਭ ਨੂੰ ਦੱਸੋ ਮੈਨੂੰ। Yes, sir. ਫਿਰ ਇਸ ਸਟੈਪ ਤੋਂ ਬਾਅਦ ਅਸੀਂ, ਕਿਉਂਕਿ ਇਹਦੇ ਨਾਲ ਸਾਨੂੰ ਇੱਕ ਆਈਡੀਆ ਮਿਲ ਚੁੱਕਿਆ ਹੈ, ਹੁਣ ਇਹਦਾ ਸਟੈਪ 2 ਅਗਲਾ ਸ਼ੁਰੂ ਕਰਦੇ ਆਪਾਂ। ਨੈਕਸਟ ਸਟੈਪ, ਹੁਣ ਨੈਕਸਟ ਸਟੈਪ 'ਚ ਆਪਾਂ ਕੀ ਕਰਦੇ ਆ? ਐ ਕਰੋ, ਨਾਓ ਸੈਟ P ਨੂੰ ਤਾਂ ਤੁਸੀਂ 10 ਹੀ ਰਹਿਣ ਦਿਓ, ਨਹੀਂ 100 ਕਰ ਦਿਓ, Q ਨੂੰ ਤੁਸੀਂ 10 ਰਹਿਣ ਦਿਓ। ਹੁਣ ਤੁਸੀਂ ਕਰ ਸਕਦੇ ਹੋ ਆਰਾਮ ਨਾਲ, ਪਲੱਗ ਚੋਂ ਕੱਢਣਾ ਹੀ ਆ ਉਹਨੂੰ, P ਚੋਂ 100 ਵਾਲਾ ਕੱਢਦੇ ਹੋ, ਉਧਰੋਂ 10 ਰਹਿਣ ਦਿਓ। ਹੁਣ ਇਹਦੇ ਨਾਲ ਕੀ ਹੋਊਗਾ ਦੇਖੋ, ਇਹਦੇ ਨਾਲ ਫਿਰ ਆਈ ਜਿਹੜੀ ਗੱਲ ਹੈ, ਤੁਸੀਂ ਦੇਖੋ ਕਿ ਜਿਹੜਾ P over Q ਹੈ ਇਜ਼ ਇਕੁਅਲ ਟੂ R over S ਹੈ। ਹੁਣ ਇੱਥੇ ਤੁਹਾਡੇ ਕੋਲ P ਦੀ ਵੈਲਿਊ ਜੇ 100 ਪੁੱਟ ਕਰਤੀ ਤਾਂ P over Q ਦੀ ਵੈਲਿਊ ਕਿੰਨੀ ਹੋਗੀ ਦੇਖੋ, 10 ਹੋਗੀ ਹੈ ਨਾ। Yes, sir. ਸੋ देयरफॉर ਜਿਹੜਾ R over S ਹੈ ਉਹਦੀ ਵੈਲਿਊ ਵੀ 10 ਹੋਣੀ ਚਾਹੀਦੀ ਹੈ ਬੈਲੈਂਸ ਲਈ, है ना। हाँ जी सर। या फिर कह सकते हैं और R शुड बी नियरली 10 times S, है ना। Yes sir। ਤਾਂ ਹੁਣ ਆਪਾਂ ਕੀ ਕਰਾਂਗੇ ਪਤਾ, ਆਪਾਂ ਹੁਣ ਜਿਹੜੀਆਂ ਵੈਲਿਊਜ਼ ਨੇ ਨਾ, ਜਿਹੜੀ 63 ਤੇ 64 ਆਪਾਂ S ਦੀ ਮੰਨ ਕੇ ਚੱਲ ਰਹੇ ਹਾਂ, ਤਾਂ R ਹੁਣ ਆਪਾਂ ਨੂੰ 10 ਗੁਣਾ ਵਧਾਣੀ ਪੈਣੀ ਹੈ। ਤੁਸੀਂ ਇੱਥੇ ਸੋਚ ਕੇ ਦੇਖੋ, ਇੱਥੇ ਸੋਚ ਕੇ ਦੇਖੋ, ਇਧਰ ਆ ਵਾਲੇ ਨਾਰਮਲ ਸਰਕਟ ਸੋਚੋ, ਆ 10 ਸੀ, ਆ 10 ਸੀ, ਹਨਾ। ਤੇ ਮੈਂ ਕਿਹਾ ਵੀ ਇਹ ਜਿਹੜੀ ਆ ਆਪਣੀ 63 ਤੇ 64 ਦੇ ਵਿਚਕਾਰ ਆ ਰਹੀ ਹੈ, ਮੈਂ ਕਿਹਾ ਇਹਨੂੰ 100 ਕਰ ਦੋ, ਤਾਂ ਹੁਣ ਇਹ ਵੀ ਉਸ ਤੋਂ S ਤੋਂ 10 ਗੁਣਾ ਵੱਡੀ ਹੋਣੀ ਚਾਹੀਦੀ ਕਿ ਨਹੀਂ ਵੈਲਿਊ R ਦੀ। Yes sir। ਤਾਂ ਅਸੀਂ ਫਿਰ ਉਹਨੂੰ 63 64 ਦੇ ਵਿੱਚ ਦੇਖ ਰਹੇ ਸੀ, ਹੁਣ ਆਪਣੀ S ਕਿਹਦੇ ਵਿੱਚ ਹੋਣੀ ਚਾਹੀਦੀ ਹੈ, between, or not S but R must be between, क्योंकि वो 63 ਤੇ 64 ਵਿੱਚ ਤਾਂ S ਆਈ ਨਾ ਆਪਣੀ, ਆਪਾਂ S ਮੰਨ ਕੇ ਚੱਲ ਰਹੇ ਹਾਂ, obviously R ਤੋਂ ਹੀ ਅੰਦਾਜ਼ਾ ਲਾਇਆ ਆਪਾਂ, ਤਾਂ R must be between 630 640 630 ਤੇ 640 ਚ ਹੋਣੀ ਚਾਹੀਦੀ ਹੈ। ਹੁਣ ਆਪਾਂ 630 ਤੇ 640 ਜਿਹੜੀ ਹੈ ਨਾ ਉਹ ਆਰਾਮ ਨਾਲ ਇੰਟਰੋਡਿਊਸ ਕਰ ਸਕਦੇ ਆ ਇੱਥੇ, ਇਹਦੇ ਵਿੱਚੋਂ ਜਿਵੇਂ 630 ਲਈ ਤੁਸੀਂ ਐਂ ਕਰ ਲਓ, ਆ 500 ਕੱਢ ਦੋ, ਵਿੱਚੋਂ ਇੱਕ 100 ਕੱਢ ਦੋ, 600 ਹੋ ਗਿਆ, ਆ 20 ਕੱਢ ਦੋ, ਇੱਕ 10 ਕੱਢ ਦੋ, ਉਸ ਤੋਂ ਬਾਅਦ 631 ਕਰ ਸਕਦੇ ਤੁਸੀਂ ਇਹਨੂੰ, ਇੱਕ ਨੂੰ ਕੱਢ ਕੇ, ਫਿਰ ਇੱਕ ਨੂੰ ਅੰਦਰ ਇਹ ਚ ਪਾ ਦਿਓ ਪਲੱਗ ਨੂੰ ਵਾਪਸ, 2 ਕੱਢ ਲਿਓ ਤਾਂ 632 ਹੋ ਗਿਆ, 633 ਹੋ ਗਿਆ, 634 ਆ, ਸਾਰਾ ਬਣਾ ਸਕਦੇ ਨਾ, ਇਸ ਤਾਂ ਹੀ ਤਾਂ ਸਟਰਕਚਰ ਤਾਂ ਬਣਾਇਆ।
ਹੁਣ 630 ਤੇ 640 ਚ ਟਰਾਈ ਕਰੋ ਤੁਸੀਂ। ਹੁਣ ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ ਆਰਾਮ ਨਾਲ। ਤੁਸੀਂ ਕੀ ਕਰੋਗੇ 630 ਦੇ ਪਹਿਲਾਂ ਡਿਫਲੈਕਸ਼ਨ ਚੈੱਕ ਕਰੋਗੇ। ਹੁਣ ਇੱਥੇ ਹੀ ਦੇਖੋ ਡਿਫਲੈਕਸ਼ਨ 630 ਵੈਲਿਊ ਲਿਖੋਗੇ ਤੁਸੀਂ r ਦੀ, ਉੱਥੇ ਡਿਫਲੈਕਸ਼ਨ ਚੈੱਕ ਕਰੋਗੇ, ਮੰਨ ਲਓ ਇੱਧਰ ਨੂੰ ਆ ਰਹੀ ਹੈ। 631 ਤੇ ਕਰੋਗੇ ਇੱਧਰ ਨੂੰ ਆ ਰਹੀ ਹੈ, 632 ਤੇ ਕਰੋਗੇ ਇੱਧਰ ਨੂੰ ਆ ਰਹੀ ਹੈ। ਇਹ ਕਰਦੇ ਕਰਦੇ ਚਲੋਗੇ ਤੁਸੀਂ। ਮੰਨ ਲਓ 634 ਤੇ ਕਰੋਗੇ ਇੱਧਰ ਨੂੰ ਆ ਰਹੀ ਹੈ, ਮੰਨ ਲਓ 635 ਤੇ ਕਰੋਗੇ ਇੱਧਰ ਨੂੰ ਆ ਗਈ, ਉਲਟਾ ਹੋ ਗਈ। ਮਤਲਬ ਹੁਣ ਕਿਹੜੇ ਨੰਬਰ ਮਿਲ ਗਏ ਤੁਹਾਨੂੰ? ਦੇਖੋ 634 ਤੇ 635 ਮਿਲ ਗਏ ਨਾ ਆਪਾਂ ਨੂੰ, ਯਾਨੀ ਜਿਹੜੀ ਆਪਣੀ r ਹੈ, ਮਤਲਬ ਜਿਹੜੀ ਜੋ ਇੱਥੇ ਆਈ ਹੁਣ ਆਪਣੀ ਸੈੱਟ ਕੀਤੀ ਆਪਾਂ, ਉਹ 634 ਤੇ 635 ਵਿੱਚ ਆ ਗਈ। ਡਿਫਲੈਕਸ਼ਨ ਆਪਣੀ ਰਿਵਰਸ ਇੱਥੇ ਹੋ ਰਹੀ ਹੈ। ਹੁਣ ਇਹਦਾ ਨਾਲ ਜਿਹੜਾ ਫਿਰ देयरफॉर ਜਿਹੜਾ ਆਪਣਾ s ਦੀ ਵੈਲਿਊ ਹੋਏਗੀ, ਹੁਣ ਆਪਾਂ ਉਹ ਕੀ ਕਵਾਂਗੇ, ਉਹ 63.4 ਤੋਂ ਲੈ ਕੇ 63.5 ਦੇ ਵਿੱਚ ਆਏਗੀ ਨਾ, ਕਿਉਂकि r ਆਇਆ, ਇਹ ਤਾਂ r ਆਈ ਹੈ। r s ਤੋਂ ਕਿੰਨੇ ਗੁਣਾ ਜ਼ਿਆਦਾ ਆ? 10 times. ਤਾਂ s ਇਹ ਤੋਂ 10 ਗੁਣਾ ਘੱਟ ਹੋਏਗੀ, ਤਾਂ ਫਿਰ 63.4 ਤੇ 63.5। ਹੁਣ ਦੇਖੋ ਡੈਸੀਮਲ ਦੇ ਆਪਾਂ ਨੇੜੇ ਆ ਗਏ ਨਾ, ਪਹਿਲਾਂ 63 ਤੇ 64 ਵਿੱਚ ਸੀ, ਹੁਣ 63.4 ਤੇ 63.5 ਦੇ ਵਿੱਚ ਆ ਗਈ। ਦੱਸੋ ਗੱਲ ਕਲੀਅਰ ਹੋਈ? Yes, sir. Yes, sir. Yes. ਫਿਰ ਅਸੀਂ ਅਗਲਾ ਸਟੈਪ ਕਰਾਂਗੇ। ਅਗਲੇ ਸਟੈਪ ਲਈ ਤੁਸੀਂ ਹੁਣ ਮੈਨੂੰ ਆਪ ਦੱਸੋ ਕੀ ਕਰਨਾ ਚਾਹੀਦਾ ਆ? 1000 10 ਹੋ ਗਿਆ ਹੈ ਨਾ। ਹੁਣ ਉਹ 1000 ਗੁਣਾ ਜ਼ਿਆਦਾ ਆ ਗਿਆ। ਹੁਣ ਆਪਾਂ ਨੂੰ ਇਹ ਪਤਾ ਲੱਗ ਚੁੱਕਾ ਜਿਹੜੀ S ਹੈ ਆਪਣੀ, ਉਹ 63.4 ਤੇ 63.5 ਦੇ ਵਿੱਚ ਹੈ ਨਾ। ਹੁਣ ਜੇ P ਨੂੰ ਤੁਸੀਂ 1000 ਤੇ Q ਨੂੰ ਰੱਖੋ ਤਾਂ P over Q ਦੀ ਵੈਲਿਊ ਤਾਂ ਤੁਹਾਡੀ 100 ਹੋ ਜਾਏਗੀ, ਹੈ ਨਾ। ਇਹ ਹੋਣਾ ਚਾਹੀਦਾ ਬੈਲੈਂਸ ਜੇ ਹੋਵੇ ਤਾਂ। ਪਰ 100 ਆਪਾਂ ਜੇ ਰਿਵਰਸ ਡਿਫਲੈਕਸ਼ਨ ਦੇਖਣੀ ਹੈ ਤਾਂ r over s ਇੱਕ ਵਾਰ ਤਾਂ 100 ਤੋਂ ਘੱਟ ਹੋਏਗੀ, ਇੱਕ ਵਾਰ r over s 100 ਤੋਂ ਵੱਧ ਹੋਏਗੀ, ਆਹੀ ਹੋਏਗਾ ਨਾ। s ਦੀ ਵੈਲਿਊ ਪੁੱਟ ਕਰ ਦੋ ਆ ਵਾਲੀ, 63.4 ਤੇ 63.5। ਸੋ ਤੁਸੀਂ ਹੁਣ ਜੇ ਇਹਦੇ ਬਾਅਦ ਜੋ ਕਰੋਗੇ, ਹੁਣ ਫਿਰ ਦੁਬਾਰਾ ਤੁਸੀਂ ਦੋ ਡਿਫਲੈਕਸ਼ਨ ਲਈ ਕਿਹੜੀ ਵੈਲਿਊਜ਼ ਟਰਾਈ ਕਰੋਗੇ ਦੱਸੋ? 6340 ਤੋਂ ਲੈ ਕੇ 6350 ਵਿੱਚ ਟਰਾਈ ਕਰੋਗੇ ਕਿ ਨਹੀਂ? Yes, sir. Yes. ਇਹ ਵੈਲਿਊ ਟਰਾਈ ਕਰੋਗੇ ਹੁਣ ਤੁਸੀਂ। ਫਿਰ 6340 ਤੋਂ ਸ਼ੁਰੂ ਕਰੋਗੇ, ਫਿਰ ਮੰਨ ਲਓ ਫਿਰ 6340 ਤੇ ਡਿਫਲੈਕਸ਼ਨ ਇੱਧਰ ਆ ਰਹੀ ਹੈ, 6341 ਤੇ ਵੀ ਇੱਧਰ ਆ ਰਹੀ ਹੈ, 6342 ਤੇ ਵੀ ਇੱਧਰ ਆ ਰਹੀ ਹੈ। ਇਸ ਤਰ੍ਹਾਂ ਮਤਲਬ ਆਪਣਾ ਚੱਲੇਗਾ। ਮੰਨ ਲਓ ਹੁਣ ਮੰਨ ਲਓ 42 ਤੇ ਆ ਰਹੀ ਹੈ, ਮੰਨ ਲਓ 6343 ਤੇ ਇੱਧਰ ਆ ਗਈ, ਮਿਲ ਗਈ ਨਾ ਗੱਲ ਫਿਰ ਉਹ। ਸੋ ਜੇ ਤੁਹਾਡੀ R ਲਾਈ ਕਰ ਰਹੀ ਹੈ 6342 ਤੋਂ ਲੈ ਕੇ 6343 ਓਹਮਸ ਦੇ ਵਿੱਚ, ਇਹਦੇ ਵਿੱਚ ਲਾਈ ਕਰ ਰਹੀ ਹੈ, ਤਾਂ ਤੁਹਾਡੀ ਫਿਰ S ਜਿਹੜੀ ਉਹ ਤੋਂ 100 ਗੁਣਾ ਘੱਟ ਹੋਣੀ ਚਾਹੀਦੀ ਹੈ ਨਾ ਸਰ। 63.42 63.43। ਹੁਣ ਇਸ ਤੋਂ ਬਾਅਦ ਹੋਰ ਐਕਿਊਰੇਸੀ ਚ ਜਾਣਾ ਚਾਹੀਏ। ਡੈਸੀਮਲ 2 ਡੈਸੀਮਲ ਪੁਆਇੰਟ ਤੱਕ ਆਪਾਂ ਆ ਕੇ ਹੋਰ ਜਾ ਵੀ ਸਕਦੇ ਹਾਂ, ਨਹੀਂ ਤਾਂ ਆਪਾਂ ਇਹਨੂੰ ਇੱਥੇ ਛੱਡ ਦਿੰਨੇ ਆ ਤੇ ਆਪਾਂ S ਦੀ ਵੈਲਿਊ ਕੀ ਇਹਨਾਂ ਦੋਨਾਂ ਦਾ ਕੀ ਲੈ ਲੈਣੇ, ਐਂਡ ਵਿੱਚ ਮੀਨ ਲੈ ਲੈਣੇ ਆ, ਤੇ ਆਪਾਂ ਉਹਨੂੰ ਕਹਿੰਦੇ ਆਹੀ ਅਸਲੀ ਵੈਲਿਊ ਆ। ਤੇ ਤੁਹਾਡੀ ਅਨਨੋਨ ਰੈਜ਼ਿਸਟੈਂਸ ਆਈ 63.42 63.43 ਬਟਾ 2 ਕਰਕੇ ਜੋ ਵੀ ਆਨਸਰ ਹੈ। ਦੱਸੋ ਗੱਲ ਕਲੀਅਰ ਹੋਈ ਕਿ ਨਹੀਂ? Yes, sir. ਇਹ ਕੁਝ ਨਹੀਂ ਹੈ, ਇਹ ਇੱਕ ਤਰੀਕਾ ਵਾ ਜਿਹੜੇ ਵੀਟਸਟੋਨ ਬੈਲੈਂਸ ਵੀਟਸਟੋਨ ਬ੍ਰਿਜ ਨੂੰ ਸਮਝ ਕੇ ਉਹਨੂੰ ਵਰਤ ਕੇ ਆਪਾਂ ਕਿਸੇ ਅਨਨੋਨ ਰੈਜ਼ਿਸਟੈਂਸ ਨੂੰ ਕਿਵੇਂ ਫਾਈਂਡ ਕਰਨਾ, ਉਹਨੇ ਉਦ ਤੱਕ ਕਿਵੇਂ ਪਹੁੰਚਣਾ, ਬਸ ਇਹ ਉਹਦਾ ਇੱਕ ਤਰੀਕਾ ਵਾ, ਹੋਰ ਕੁਝ ਵੀ ਨਹੀਂ। ਦੱਸੋ ਗੱਲ ਕਲੀਅਰ ਹੋ ਗਈ ਸਭ ਨੂੰ? Yes, sir. Yes, sir. ਠੀਕ। ਹੁਣ ਮੈਂ ਇੱਕ ਤੁਹਾਨੂੰ ਦੱਸਦਾ ਹਾਂ ਕਿ ਜਿਵੇਂ ਇੱਕ ਆਪਣੇ ਕੋਲ ਕੁਝ ਕਨਵਰਸ਼ਨ ਨੇ ਬੇਸਿਕ, ਹੁਣ ਉਹਨਾਂ ਦਾ ਕੋਈ ਪ੍ਰੂਫ ਨਹੀਂ ਦੇਵਾਂਗੇ ਆਪਾਂ ਤੁਹਾਨੂੰ, ਨਾ ਹੀ ਪ੍ਰੂਫ ਦੇ ਵਿੱਚ ਆਪਾਂ ਨੂੰ ਜਾਣ ਦੀ ਲੋੜ ਆ। ਇੱਕ ਸ਼ਾਰਟਕਟ ਟੈਕਨੀਕਸ ਨੇ ਜਿਹਦੇ ਨਾਲ ਆਪਾਂ ਕੋਈ ਬਹੁਤ ਔਖਾ ਸਰਕਟ ਵੀ ਹੋਵੇ ਤਾਂ ਉਹ ਸੋਲਵ ਹੋ ਜਾਂਦਾ ਵਾ, ਇਕੁਇਵਲੈਂਟ ਰੈਜ਼ਿਸਟੈਂਸ ਪਤਾ ਕਰਨੀ ਹੋਵੇ ਤਾਂ। ਸੋ ਸਮ techniques to calculate R effective। ਠੀਕ ਹੈ, R effective ਕੈਲਕੂਲੇਟ ਕਰਨ ਲਈ ਕੁਝ ਟੈਕਨੀਕਸ ਨੇ। ਇਹ ਬਸ ਕਿ ਇੱਕ ਸਰਕਟ ਦੇ ਵਿੱਚੋਂ ਆਪਾਂ ਕਿਵੇਂ ਇਹਨੂੰ ਡਾਇਰੈਕਟਲੀ ਅਪਲਾਈ ਕਰਕੇ ਨਾ ਆਪਾਂ R effective ਫਾਈਂਡ ਕਰ ਸਕਦੇ ਹਾਂ। ਐਸ ਸੱਚ ਹੀ ਤੁਸੀਂ ਇਹਨੂੰ ਅਪਲਾਈ ਕਰਨਾ ਹੈ। ਇਹ ਫਾਰਮੂਲੇ ਭੁੱਲ ਜਾਂਦਾ ਹੈ ਬੰਦਾ, ਇਸ ਲਈ ਤੁਸੀਂ ਜਦੋਂ ਵੀ ਕੁਝ ਇਸ ਤਰ੍ਹਾਂ ਦਾ ਕੋਈ ਟੈਸਟ ਵਗੈਰਾ ਹੋਵੇ ਨਾ,
ਤਾਂ ਇਹਨੂੰ ਯਾਦ ਕਰ ਲੈਣਾ ਉਸੇ ਟਾਈਮ ਤੇ ਤੁਹਾਨੂੰ ਪਤਾ ਲੱਗ ਜਾਏਗਾ। ਕਰਨਾ ਕਿਵੇਂ ਹੈ, ਆਪਾਂ ਜਿਹੜਾ ਦੋ ਸਟਰਕਚਰਸ ਦੀ ਗੱਲ ਕਰਾਂਗੇ 3 ਪੁਆਇੰਟਸ ਦੇ ਵਿੱਚ, ਦੋ ਤਰ੍ਹਾਂ ਦੇ ਸਟਰਕਚਰ। ਇੱਕ ਸਟਰਕਚਰ ਕਿਸ ਤਰ੍ਹਾਂ ਦਾ ਹੁੰਦਾ, ਮੰਨ ਲਓ ਆ ਇੱਕ ਪੁਆਇੰਟ ਹੈ 1 ਤੇ ਆ ਇੱਕ ਪੁਆਇੰਟ ਹੈ 2, ਆ ਇੱਕ ਪੁਆਇੰਟ ਹੈ 3 ਤੇ ਜੇ ਮੰਨ ਲਓ 1 ਤੇ 2 ਵਿੱਚ ਵੀ ਕੋਈ ਰੈਜ਼ਿਸਟੈਂਸ ਲੱਗੀ ਹੋਵੇ, 2 ਤੇ 3 ਵਿੱਚ ਵੀ ਕੋਈ ਰੈਜ਼ਿਸਟੈਂਸ ਲੱਗੀ ਹੋਵੇ ਤੇ 1 ਤੇ 3 ਵਿੱਚ ਵੀ ਕੋਈ ਰੈਜ਼ਿਸਟੈਂਸ ਲੱਗੀ ਹੋਵੇ, ਠੀਕ ਹੈ। ਇਸ ਨੂੰ ਆਪਾਂ ਕੀ ਬੋਲਦੇ ਆ, ਇਸ ਨੂੰ ਕਹਿੰਦੇ ਆ ਆਪਾਂ ਡੈਲਟਾ ਸਟਰਕਚਰ। ਡੈਲਟਾ ਜਿਵੇਂ ਹੁੰਦਾ ਨਾ, ਡੈਲਟਾ ਆਪਾਂ ਪਾਉਂਦੇ ਵੀ ਆ ਇਸ ਤਰ੍ਹਾਂ, ਡੈਲਟਾ ਹੋ ਗਿਆ ਆ, ਡੈਲਟਾ ਜਿਵੇਂ ਇਸ ਤਰ੍ਹਾਂ ਬਣ ਗਿਆ 3 ਪੁਆਇੰਟਸ ਵਿੱਚ। ਤੇ ਜਿਹੜੀ ਰੈਜ਼ਿਸਟੈਂਸ 1 ਤੇ 2 ਵਿੱਚ ਲੱਗੀ ਉਹਨੂੰ ਆਪਾਂ R12 ਜਾਂ R21 ਕਹਿ ਸਕਦੇ ਹਾਂ। ਜਿਹੜੀ 1 ਤੇ 3 ਚ ਲੱਗੀ ਉਹਨੂੰ R13 ਕਹਿ ਸਕਦੇ ਹਾਂ। ਜਿਹੜੀ 2 ਤੇ 3 ਚ ਲੱਗੀ ਉਹਨੂੰ R23 ਕਹਿ ਸਕਦੇ ਹਾਂ। 1 ਅੱਗੇ ਸਰਕਟ ਵਿੱਚ ਭਾਵੇਂ ਜਿੱਦਾਂ ਮਰਜ਼ੀ ਜੁੜਿਆ ਉਹਨੂੰ ਐਂ ਛੱਡ ਦਿਓ। 2 ਅੱਗੇ ਕਿਸੇ ਹੋਰ ਨਾਲ ਜੁੜਿਆ ਹੋ ਸਕਦਾ, ਕੋਈ ਪ੍ਰੋਬਲਮ ਨਹੀਂ ਹੈ। 3 ਅੱਗੇ ਕਿਸੇ ਨਾਲ ਜੁੜਿਆ ਹੋ ਸਕਦਾ, ਕੋਈ ਪ੍ਰੋਬਲਮ ਨਹੀਂ ਹੈ। ਆਪਾਂ ਬਸ ਇਸ ਸਟਰਕਚਰ ਨੂੰ ਡੈਲਟਾ ਕਵਾਂਗੇ ਵੀ ਆ ਵਿੱਚ ਡੈਲਟਾ ਬਣਦਾ ਪਿਆ, ਮਤਲਬ ਇਹ ਕਿਸੇ ਬਹੁਤ ਵੱਡੇ ਸਰਕਟ ਦਾ ਹਿੱਸਾ ਵੀ ਹੋ ਸਕਦਾ ਹੈ। ਆਪਾਂ ਕਹਾਂਗੇ ਇੱਥੇ ਡੈਲਟਾ ਬਣ ਰਿਹਾ, ਬਸ 1 2 3 ਪੁਆਇੰਟ ਚ ਡੈਲਟਾ ਬਣ ਰਿਹਾ, ਇਹਨੂੰ ਡੈਲਟਾ ਬੋਲਦੇ ਆ। ਸਟਾਰ ਸਟਰਕਚਰ ਕੀ ਹੁੰਦਾ, ਇਹਨੂੰ ਡੈਲਟਾ ਕਹਿੰਦੇ, ਇਹਨੂੰ ਸਟਾਰ ਕਹਿੰਦੇ। ਦੇਖੋ ਸਟਾਰ ਕੀ ਹੁੰਦਾ ਕਿ ਜੇ 1 ਹੋਵੇ, 2 ਹੋਵੇ ਤੇ 3 ਹੋਵੇ, ਸਟਾਰ ਇਹ ਬਣਦਾ ਵੀ 1 2 3 ਦੇ ਵਿਚਕਾਰ ਨਾ ਸਟਾਰ ਦਾ ਇੱਕ ਐਂਡ ਉਹ ਲੈ ਲਓ, ਇਹਨੂੰ ਐਂਡ ਕਹਿ ਦਿਓ। 1 ਤੇ n ਦੇ ਪੁਆਇੰਟ ਕਾਮਨ ਪੁਆਇੰਟ ਦੇ ਵਿੱਚ ਵੀ ਰੈਜ਼ਿਸਟੈਂਸ ਹੋਵੇ, 2 ਤੇ n ਵਿੱਚ ਵੀ ਇੱਕ ਰੈਜ਼ਿਸਟੈਂਸ ਹੋਵੇ, 3 ਤੇ n ਵਿੱਚ ਵੀ ਕੋਈ ਰੈਜ਼ਿਸਟੈਂਸ ਹੋਵੇ ਤੇ 1 ਤੇ n ਜਿਹੜੀ ਰੈਜ਼ਿਸਟੈਂਸ ਹੈ ਉਹਦਾ ਨਾਮ ਆਪਾਂ R1 ਰੱਖਦੇ ਹਾਂ ਜਨਰਲੀ, ਸਮਝਣ ਲਈ ਬਸ ਯਾਦ ਰੱਖਣ ਲਈ। ਇਹਨੂੰ R2 ਰੱਖਦੇ ਹਾਂ, ਇਹਦਾ ਨਾਮ R3 ਰੱਖਦੇ ਹਾਂ ਕਿਉਂਕਿ ਇਹ ਚ ਅਗਲਾ ਕੋਈ ਪੁਆਇੰਟ ਹੁੰਦਾ, n ਕੋਈ ਵੀ ਹੋ ਸਕਦਾ ਕਾਮਨ ਪੁਆਇੰਟ ਵਿੱਚ। ਇਸ ਨੂੰ ਆਪਾਂ ਸਟਾਰ ਸਟਰਕਚਰ ਬੋਲਦੇ ਆ, ਇਹਨੂੰ ਸਟਾਰ ਬੋਲਦੇ ਆ, ਇਹਨੂੰ ਡੈਲਟਾ ਬੋਲਦੇ ਆ। ਪਹਿਲਾ ਗੱਲ ਇੰਨੀ ਸਿੱਖ ਲਓ। ਆ ਕੇ ਜਿੰਨਾ ਮਰਜ਼ੀ ਜੁੜਿਆ ਹੋ ਸਕਦਾ, ਆ ਹੋਰ ਵੀ ਕਿਸੇ ਨਾਲ ਜੁੜਿਆ ਹੋ ਸਕਦਾ, ਆ ਵੀ ਜੁੜਿਆ ਹੋ ਸਕਦਾ। 1 2 3 ਪੁਆਇੰਟ ਵੀ ਡੈਲਟਾ ਤੇ ਸਟਾਰ ਦੋ ਤਰ੍ਹਾਂ ਦੇ ਸਟਰਕਚਰ ਬਣ ਸਕਦੇ ਨੇ। ਇਹਦਾ ਗੱਲ ਸਮਝ ਲੱਗ ਗਈ ਨਾ ਕਿ ਕੁਝ ਵੀ ਕੋਈ ਬਹੁਤ ਵੱਡੀ ਖਾਸ ਗੱਲ ਨਹੀਂ ਹੈ। Yes, sir. ਗੱਲ ਇਹ ਹੈ ਕਿ ਡੈਲਟਾ ਸਟਰਕਚਰ ਨੂੰ ਸਟਾਰ ਚ ਬਦਲਿਆ ਜਾ ਸਕਦਾ। ਸੋ ਆਪਾਂ ਪਹਿਲਾਂ ਕਰਨ ਜਾ ਰਹੇ ਡੈਲਟਾ ਟੂ ਸਟਾਰ। ਅਗਰ ਡੈਲਟਾ ਟੂ ਸਟਾਰ ਅਗਰ ਬਦਲਣਾ ਹੈ, ਕਿਉਂਕਿ ਡੈਲਟਾ ਕਈ ਵਾਰ ਔਖਾ ਹੁੰਦਾ ਕੱਢਣਾ, ਇਹ ਸੀਰੀਜ਼ ਪਹਿਲਾਂ ਘੱਟ ਸਮਝ ਆ ਰਹੇ ਹੁੰਦੇ, ਇਹ ਚ ਸਮਝ ਆ ਜਾਂਦੇ ਆ ਆਰਾਮ ਨਾਲ। ਤੇ ਆਪਾਂ ਫਿਰ ਡੈਲਟਾ ਤੋਂ ਉਹਨੂੰ ਸਟਾਰ ਬਣਾਉਂਦੇ ਆ ਕਈ ਵਾਰੀ। ਤੇ ਡੈਲਟਾ ਤੋਂ ਜੇ ਸਟਾਰ ਬਣਾਵਾਂਗੇ ਤਾਂ ਡੈਲਟਾ ਵਾਲੀਆਂ ਰੈਜ਼ਿਸਟੈਂਸਿਸ ਆ ਗਿਵਨ ਹੋਣਗੀਆਂ, ਇਹਨਾਂ ਨੂੰ ਯੂਜ਼ ਕਰਕੇ ਆਪਾਂ R1 R2 R3 ਪਤਾ ਕਰਨਾ ਹੁੰਦਾ ਹੈ। ਕਿਵੇਂ ਪਤਾ ਕਰਦੇ ਹਾਂ? R1 ਆਪਾਂ ਕੀ ਪਤਾ ਕਰਦੇ ਹਾਂ? R1 ਜਿਹੜੀ ਬਰਾਬਰ ਹੁੰਦੀ ਹੈ R12 ਡਾਟ R13 ਮਲਟੀਪਲਾਈ ਕਰੋ ਡਿਵਾਈਡਡ ਬਾਏ ਸਾਰੀਆਂ ਨੂੰ ਐਡ ਕਰ ਦਿਓ, R12 ਪਲਸ R13 ਪਲਸ R23। ਇਹਨੂੰ ਯਾਦ ਰੱਖਣ ਦਾ ਜੋ ਮਰਜ਼ੀ ਤਰੀਕਾ ਰੱਖ ਲਓ। ਦੇਖੋ 1 ਹੈ ਨਾ, R1 ਪਤਾ ਕਰਨੀ ਹੈ, 1 ਦੇ ਨਾਲ ਜੁੜੀਆਂ ਐਡਜੈਸੈਂਟ ਕਿਹੜੀਆਂ ਨੇ, R12 ਤੇ R13, ਇਹਨਾਂ ਨੂੰ ਗੁਣਾ ਕਰੋ ਬਟਾ 3 ਦਾ ਸਮ। ਇਸ ਤਰ੍ਹਾਂ R2 ਕਿਵੇਂ ਪਤਾ ਕਰੋਗੇ? ਫਿਰ 2 ਦੇ ਨਾਲ ਜੁੜੀਆਂ ਕਿਹੜੀਆਂ ਰੈਜ਼ਿਸਟੈਂਸ ਨੇ, R12 ਤੇ R23 ਨਾਲ, R12 ਤੇ R23 ਜਾਂ 21 ਤੇ 23, ਉਹ ਫਿਰ ਉਹੀ ਸਮ ਸਾਰਿਆਂ ਦਾ। ਇਸ ਤਰ੍ਹਾਂ R3 ਪਤਾ ਕਰ ਸਕਦੇ ਹੋ। R3 ਲਈ ਕੀ ਆਏਗਾ ਤੁਸੀਂ ਸੋਚ ਕੇ ਦੱਸੋ ਆਪ ਹੀ, बोलो। R13 to R23 डिवाइडेड बाय सम सारे। मतलब जे तुसी आ इस तरह लगा दो ਤਾਂ R1 R2 R3 ਦੀ ਵੈਲਿਊਜ਼ ਇਸ ਤਰ੍ਹਾਂ ਪੁਰਾਣੀਆਂ ਵੈਲਿਊਜ਼ ਤੋਂ ਪਤਾ ਕਰਕੇ ਤੁਸੀਂ ਡੈਲਟਾ ਤੋਂ ਸਟਾਰ ਚ ਬਦਲ ਸਕਦੇ ਹੋ। ਕਿਵੇਂ? ਜਿਵੇਂ ਕਿ ਮੰਨ ਲਓ ਕੋਈ ਵੀ ਸਟਰਕਚਰ ਹੋਵੇ, ਮੈਂ ਜਸਟ ਐਗਜ਼ਾਮਪਲ ਲੈ ਲੈਣਾ ਕਿ ਮੰਨ ਲਓ ਆ ਇੱਕ ਰੈਜ਼ਿਸਟੈਂਸ ਹੈ, ठीक है, इधर रेजिस्टेंस है, इधर रेजिस्टेंस है। अच्छा ये इन्ना ही नहीं है, इस तो अलावा भी है, मतलब ये आगे किसी ने जुड़िया होया, पता नहीं किदे नाल आ भी हो सकता ते आ भी हो सकता, इट डजंट मैटर। मान लो जस्ट एग्जांपल ले लो, मान लो 2 ओम्स है, ये 3 ओम्स है, ये 4 ओम्स है। इस डेल्टा तो तुसी जे स्टार बनाना होवे तां किवें बनाओगे? इनु मान लो कह दो पोजीशन नंबर A, इनु कह दो B, इनु कह दो C, ठीक है। ਤਾਂ ਮੈਂ ਜਸਟ ਵੈਸੇ ਕਹਿ ਰਿਹਾ ਹਾਂ, ਆ A ਹੈ, ਤੁਸੀਂ B ਲਿਖੋ, ਇੱਧਰ ਲਿਖੋ C। ਤੇ ਹੁਣ ਬੇਸਿਕਲੀ A ਸਟਾਰ ਕਿਵੇਂ ਬਣੂਗਾ? ਇਹਦੇ ਲਈ ਮੈਨੂੰ ਵਿਚਕਾਰ ਇੱਕ ਪੁਆਇੰਟ N ਲੈ ਲੈਣਾ ਚਾਹੀਦਾ ਹੈ ਤੇ N ਦੇ ਨਾਲ ਫਿਰ A ਦੇ ਨਾਲ ਜਿਹੜੀ ਰੈਜ਼ਿਸਟੈਂਸ ਲੱਗੇਗੀ ਉਹ ਦੇਖਣੀ ਪੈਗੀ ਕਿੰਨੀ ਆਏਗੀ, B ਦੇ ਨਾਲ ਦੇਖਣੀ ਪੈਗੀ ਕਿੰਨੀ ਆਏਗੀ,
ਤੇ C ਨਾਲ ਦੇਖਣੀ ਪੈਗੀ ਕਿੰਨੀ ਆਏਗੀ। ਕਿਵੇਂ ਆਏਗੀ? A ਦੇ ਨਾਲ ਵਾਲੀ ਕੀ ਆਏਗੀ? ਐਡਜੈਸੈਂਟ ਦਾ ਪ੍ਰੋਡਕਟ 2 3 6 6/9 है ना, समझ लगी? 4 3 7 2 9 नीचे ऐड करता सारियां ते इन्हां एडजस्टमेंट ਦਾ ਪ੍ਰੋਡਕਟ ਕਰਤਾ। ਹੁਣ B ਦੇ ਨਾਲ ਕਿਹੜੀ ਲੱਗੇਗੀ? ਦੇਖੋ 4 दूनी 8 ਤੇ 8 ਬਟਾ ਕਿੰਨਾ ਆਏਗਾ? 9। फिर इधर आएगा 4 3 12 12/9। ਸਮਝ ਲੱਗੀ ਗੱਲ ਕਿਵੇਂ ਬਣਾਉਣਾ ਹੈ ਡੈਲਟਾ ਤੋਂ ਸਟਾਰ? Yes, sir. ਫਿਰ ਸਟਰਕਚਰ ਨੂੰ ਬਾਕੀ ਨੂੰ ਤੁਸੀਂ ਛੇੜਨਾ ਹੀ ਨਹੀਂਗਾ, ਬਾਕੀ ਨੂੰ ਜਿਵੇਂ ਜੁੜਿਆ ਜਿਵੇਂ ਜੁੜਿਆ ਰਹਿਣ ਦਿਓ, ਬਸ ਤੁਸੀਂ ਵਿਚਕਾਰ ਇਹਨੂੰ ਸਟਾਰ ਬਣਾ ਦੇਣਾ ਹੈ ਤੇ ਆਪਣਾ ਸਮ ਸੋਲਵ ਕਰ ਲੈਣਾ, ਬਾਕੀ ਜਿਵੇਂ ਹੋਊਗਾ ਦੇਖੀਓ। ਹਾਂਜੀ ਗੁਰਾਂਸ਼। सर ये इदा कर देगा तो मतलब वो डेल्टा बनया स्टार का तो बनाना फिर ਉਹ ਬਣਾ ਕੇ ਕਈ ਵਾਰ ਸਮ ਈਜ਼ੀਲੀ ਸੋਲਵ ਹੋ ਜਾਂਦਾ। ਮੈਂ ਤੁਹਾਨੂੰ ਦੱਸ ਦਿੰਦਾ ਨਾ, ਹੁਣ ਜਿਵੇਂ ਆਪਾਂ ਅਨਬੈਲੈਂਸ ਵੀਟਸਟੋਨ ਬ੍ਰਿਜ ਆ, ਅਨਬੈਲੈਂਸ ਵੀਟਸਟੋਨ ਬ੍ਰਿਜ ਨੂੰ ਕਿਵੇਂ ਸੋਲਵ ਕਰੇਗਾ? ਉਹ ਤਾਂ ਅਨਬੈਲੈਂਸਡ ਆ, ਉਹ ਤਾਂ ਵਿਚਕਾਰਲੀ ਤਾਰ ਤਾਂ ਹਟਾ ਨਹੀਂ ਸਕਦਾ ਉਹ ਚੋਂ ਨਾ, ਅਨਬੈਲੈਂਸਡ ਵੀਟਸਟੋਨ ਬ੍ਰਿਜ ਹੈਨਾ। हाँ जी ਉੱਥੇ ਕਈ ਵਾਰ ਆਪਾਂ ਇੱਕ ਡੈਲਟਾ ਤੋਂ ਜੇ ਸਟਾਰ ਬਣਾਈਏ ਇਹਦੇ ਨਾਲ ਹੱਲ ਹੋ ਜਾਂਦਾ, ਸਾਰਾ ਈਜ਼ੀ ਹੋ ਜਾਂਦਾ ਫਿਰ ਕੰਮ। ਮੈਂ ਦੱਸ ਦਿੰਦਾ ਤੁਹਾਨੂੰ ਕਿਵੇਂ ਆਉਂਦਾ। ਹੁਣ ਇੱਕ ਤਾਂ ਦੇਖੋ ਅਨਬੈਲੈਂਸ ਵੀਟਸਟੋਨ ਬ੍ਰਿਜ ਨੂੰ ਤੁਸੀਂ ਕਰ ਸਕਦੇ ਹੋ ਨਾਰਮਲੀ ਜਿਵੇਂ ਆਪਾਂ ਕਰਦੇ ਆ, ਇਹ ਉਹਦੇ ਨਾਲ ਬੈਟਰੀ ਲਗਾਓ, ਚੁੱਪ ਕਰਕੇ KVL ਲਗਾ ਕੇ ਕਰੰਟ ਪਤਾ ਕਰ ਲਓ, ਚੁੱਪ ਕਰਕੇ ਕਰੰਟ ਨੂੰ ਡਿਵਾਈਡ ਕਰੋ, ਹੋ ਜਾਂਦਾ ਕੰਮ। ਹੁਣ ਇੱਕ ਕੁਐਸਚਨ ਦੇਖੋ, ਜਿਵੇਂ ਇਹਨੂੰ ਜੇ ਕਿਵੇਂ, ਜਿਵੇਂ ਤੂੰ ਕਹਿ ਰਿਹਾ ਕਿੱਥੇ ਵਰਤਣਾ, ਮੰਨ ਲਾ ਇੱਕ ਆ, ਇਹਦੇ ਨਾਲ ਆ ਮੰਨ ਲਾ 4 ਓਮ ਲੱਗੀ ਹੋਈ ਹੈ, ਆ ਪੁਆਇੰਟ ਮੰਨ ਲਾ 2 ਹੈ, ਇਹਦੇ ਨਾਲ ਮੰਨ ਲਾ ਇੱਥੇ 8 ਓਮਸ ਲੱਗੀ ਹੋਈ ਹੈ, ਤੇ 2 ਤੇ 3 ਵਿਚਕਾਰ ਇੱਥੇ 5 ਓਮ ਲੱਗੀ ਹੋਈ ਹੈ, 2 ਤੋਂ ਬਾਅਦ ਇੱਥੇ ਲੱਗੀ ਹੋਈ ਹੈ ਫਿਰ 8, ਇੱਥੇ ਫਿਰ 5 ਤੋਂ ਬਾਅਦ ਲੱਗੀ ਹੋਈ ਫਿਰ 4, ਤੇ ਇਹ ਜੋੜਿਆ ਹੋਇਆ ਇਹਨੂੰ, ਤੇ ਇਧਰ ਆ ਪੁਆਇੰਟ ਆ ਗਿਆ, ਆ ਵਾਲਾ ਪੁਆਇੰਟ ਹੋ ਗਿਆ 4, ਤੇ ਆ 2, ਤੇ ਆ ਪੁਆਇੰਟ ਦਾ ਨਾਮ 3 ਰੱਖਤਾ ਆਪਾਂ। ਤੇ ਉਹਨਾਂ ਨੇ ਕਿਹਾ ਫਾਈਂਡ R ਇਕੁਇਵਲੈਂਟ ਬਿਟਵੀਨ 1 and 4। ਹੁਣ ਤੂੰ ਦੇਖ ਵੀ ਗੁਰਾਂਸ਼, हाँ जी ਹੁਣ 1 ਤੇ 4 ਚ ਰੈਜ਼ਿਸਟੈਂਸ ਪਤਾ ਕਰਨੀ, ਉੱਥੇ ਤੇ ਨਾ ਤਾਂ ਸੀਰੀਜ਼ ਪਹਿਲੇ ਦਾ ਹਿਸਾਬ ਤਾਂ ਬਣਨਾ ਹੀ ਨਹੀਂ ਕੋਈ ਨਹੀਂ, ਕਿਉਂਕਿ 2 ਤੇ 3 ਵਾਲੀ ਤਾਂ ਫਿਰ ਵਿੱਚ ਫਸਾ ਗਈ ਨਾ ਕੰਮ। हाँ जी 4/8 ਹੈਗਾ, ਨੀਚੇ 8/4 ਆ, ਬੈਲੈਂਸ ਵੀ ਨਹੀਂ ਹੈਗਾ ਨਾ ਵੀਟਸਟੋਨ ਬ੍ਰਿਜ। हाँ जी ਕਰੰਟ ਸਕੀਮ ਬਣਾ ਕੇ ਆਪਾਂ ਉਹ ਬਹੁਤ ਈਜ਼ੀਲੀ ਕਰ ਸਕਦੇ, ਜਿਵੇਂ ਆਪਾਂ ਪਹਿਲਾਂ ਕੀਤਾ ਐਂਡ ਪੁਆਇੰਟ ਸਿਮੈਟਰੀ ਜਾਂ ਕੁਝ ਤਰ੍ਹਾਂ ਦਾ ਸੋਚ ਕੇ, ਉਹ ਵੀ ਗੱਲ ਡਿਫਰੈਂਟ ਹੈ ਨਾ, ਉਹ ਸੋਚ ਸਕਦੇ ਆਪਾਂ ਐਂਡ ਪੁਆਇੰਟ ਸਿਮੈਟਰੀ ਇਹਦੇ ਨਾਲ ਕਰਵਾਇਆ ਵੀ ਹੈ ਤੁਹਾਨੂੰ। ਤੇ ਬੈਟਰੀ ਲਗਾ ਕੇ ਡਾਇਰੈਕਟਲੀ ਵੀ ਜੇ ਆਪਾਂ KVL ਲਗਾਈਏ ਤਾਂ ਵੀ ਕੱਢ ਸਕਦੇ ਹਾਂ, ਉਹਦੇ 'ਚ ਵੀ ਕੋਈ ਦਿੱਕਤ ਨਹੀਂ ਹੈ। ਪਰ ਹੁਣ ਦਿੱਕਤ ਜਿਹੜੀ ਹੈ ਨਾ, ਇਹ ਬੜੇ ਆਰਾਮ ਨਾਲ ਸੋਲਵ ਹੋ ਸਕਦੀ ਹੈ, ਇਹ ਖਤਮ ਹੋ ਸਕਦਾ ਸਮ ਜੇ ਆਪਾਂ ਡੈਲਟਾ ਲਗਾਉਣਾ ਸਿੱਖੀਏ। 1 2 3 ਚ ਡੈਲਟਾ ਬਣ ਰਿਹਾ ਕਿ ਨਹੀਂ ਦੇਖ ਪਹਿਲਾਂ। हाँ जी 1 2 3 ਚ ਡੈਲਟਾ ਬਣ ਰਿਹਾ ਨਾ, ਤੇ ਆਪਾਂ 1 2 3 ਤੇ ਡੈਲਟਾ ਨੂੰ ਜੇ ਸਟਾਰ ਬਣਾ ਦਈਏ, 1 2 3 ਦਾ ਜਿਹੜਾ ਡੈਲਟਾ ਆ, ਉਸ ਡੈਲਟਾ ਨੂੰ ਆਪਾਂ ਸਟਾਰ ਬਣਾ ਕੇ ਕੰਮ ਕਰ ਸਕਦੇ ਹਾਂ। ਦੇਖਦੇ ਹਾਂ ਕਿਵੇਂ। ਫਿਰ ਮੈਂ 1 ਤੋਂ ਸ਼ੁਰੂ ਕਰੂੰਗਾ, ਤੇ ਪਹਿਲਾਂ ਗੱਲ 1 ਨੂੰ ਬਣਾ ਲਓ ਇੱਥੇ, 2 ਨੂੰ ਬਣਾ ਲਓ ਇੱਥੇ, 3 ਨੂੰ ਬਣਾ ਲਓ ਇੱਥੇ, ਬਸ ਤੁਸੀਂ ਪਹਿਲਾਂ ਇਹਦਾ ਸਟਾਰ ਬਣਾਓ, ਬਾਕੀ ਗੱਲਾਂ ਭੁੱਲ ਜਾਓ ਸਰਕਟ 'ਚ ਕੀ ਚੱਲ ਰਿਹਾ। ਇਹ 'ਚ ਇਨਵੋਲਵ ਕੌਣ ਕੌਣ ਹੋ ਰਿਹਾ? ਇਹ 'ਚ ਇਨਵੋਲਵ ਹੋ ਰਿਹਾ ਤੇਰਾ 4 5 ਤੇ 8 ਓਮਸ, ਬਸ ਆ ਦੋ ਆ 3 ਹੈ ਨਾ। 1 ਤੇ 2 ਚ ਕੌਣ ਆਏਗਾ? ਦੇਖੋ ਪਹਿਲੀ ਗੱਲ ਤਾਂ ਇਹਦਾ ਸਟਾਰ ਬਣਾਉਣਾ, ਤਾਂ ਇਹਦੇ ਸੈਂਟਰ 'ਚ ਆ ਰਿਹਾ ਪੁਆਇੰਟ N। हाँ जी 1 ਦੇ ਨਾਲ ਆ ਰੈਜ਼ਿਸਟੈਂਸ ਕਿੰਨੀ ਆਏਗੀ? ਦੇਖੋ 1 ਦੇ ਨਾਲ ਜੁੜੀ ਐਡਜਸੈਂਟ ਕਿੰਨੀ, 8 ਚੌਕੇ 32 ਬਟਾ 8 ਜਮਾ 5 ਜਮਾ 4 ਕਿੰਨਾ ਹੋ ਗਿਆ? 32/17। हाँ जी 2 ਦੇ ਨਾਲ ਕਿਹੜੀ ਜੁੜੂਗੀ? 2 ਦੇ ਨਾਲ 4 5 20 20/17। ਫਿਰ 3 ਦੇ ਨਾਲ ਕਿਹੜੀ ਆ? 8 5 40 40/17 40/17। ਹੁਣ ਕੀ ਕਰਨਾ ਆ? ਹੁਣ ਬਾਕੀ ਭੁੱਲ ਜਾ ਤੂੰ, 2 3 ਦੇ ਨਾਲ ਹੁਣ ਬਾਕੀ ਜੋੜ। ਹੁਣ ਆ 2 ਤੇ 3 ਨਾਲ 5 ਨਹੀਂ ਜੋੜਨੀ, ਉਹ ਤਾਂ ਜੁੜ ਚੁੱਕੀ, ਇਹ ਤਾਂ ਹੋ ਗਈ ਨਾ, ਡੈਲਟਾ 'ਚ ਨਿਕਲ ਗਈ। हाँ जी ਇਸ ਤੋਂ ਇਲਾਵਾ ਦੇਖਣਾ ਆ ਸਟਰਕਚਰ ਆਪਾਂ ਰਿਜ਼ੋਲਵ ਕੀਤਾ, ਆ ਵਾਲਾ ਆ ਵਾਲਾ ਆ ਵਾਲਾ ਤੇ ਆ ਵਾਲਾ, ਹਨਾ। 2 ਇਸ ਤੋਂ ਇਲਾਵਾ ਇੱਕ ਦੇ ਨਾਲ ਕੌਣ ਜੁੜਿਆ? ਕੋਈ ਵੀ ਨਹੀਂ, ਇੱਕ ਛੱਡ ਦੋ। 2 ਨਾਲ ਹੋਰ ਕੌਣ ਜੁੜਿਆ? 8 ਓਮ ਜੁੜੀ ਹੋਈ ਨਾ, 8 हाँ जी ਉਹ ਇੱਥੇ ਐਂ ਜੁੜ ਜੂਗੀ। 3 ਨਾਲ 4 ਜੁੜੀ ਹੋਈ ਨੇ, ਚਲੀਏ ਆ 4 ਜੁੜ ਜੂਗੀ ਇਦਾਂ ਹੀ, ਤੇ ਬਸ ਇਹ ਅੱਗੇ 4 ਨਾਲ ਜੁੜੀਆਂ ਹੋਈਆਂ ਨੇ। ਹੁਣ ਤੈਨੂੰ ਲੱਗ ਰਿਹਾ ਕਿ ਕੋਈ ਸੀਰੀਜ਼ ਪੈਰਲਲ ਦੀ ਸਮੱਸਿਆ ਰਹਿ ਗਈ ਹੈ ਕਿ ਹੱਲ ਹੁਣ ਹੋ ਗਿਆ? हाँ जी हम सब हो गए सर। ਸਭ ਸੋਲਵ ਹੋ ਗਿਆ। ਦੇਖ 8 ਤੇ 20/17 ਜੋੜ ਦੇ,
नीचे 40/17 ਦੇ 4 ਜੋੜਦੇ ਜਸਟ ਐਗਜ਼ਾਮਪਲ ਹੈ ਇਹ, ਫਿਰ ਉਹ ਪੈਰਲਲ ਚ ਹੋ ਗਈਆਂ, ਉਹਦੇ ਨਾਲ 32/17 ਸੀਰੀਜ਼ ਚ ਜੁੜ ਜੂਗਾ ਬਸ। ਹਾਂਜੀ ਸਰ। ਮਤਲਬ ਇੱਕ ਡੈਲਟੇ ਨੂੰ ਸਟਾਰ ਚ ਬਦਲਿਆ ਤੇ ਮਤਲਬ ਮਸਲਾ ਹੱਲ। ਠੀਕ ਹੈ ਸਰ। ਹਾਂਜੀ ਸੋ ਇਸ ਲਈ ਇਸ ਤਰ੍ਹਾਂ ਦੀ ਸਿਚੁਏਸ਼ਨ ਚ ਆਪਾਂ ਡੈਲਟਾ ਨੂੰ ਕਈ ਵਾਰ ਸਟਾਰ ਚ ਬਦਲਦੇ ਹਾਂ ਤਾਂ ਉਹਦੇ ਨਾਲ ਆਪਣਾ, ਇਸ ਲਈ ਆਪਾਂ ਉਹ ਸਿੱਖਦੇ ਹਾਂ ਬਸ। ਆ ਡਾਇਰੈਕਟਲੀ ਉਹਨੂੰ ਆ ਯਾਦ ਰਹਿਣਾ ਚਾਹੀਦਾ ਤੁਹਾਨੂੰ, ਆ ਜੇ ਤੁਸੀਂ ਲਿਖ ਲਓਗੇ ਤਾਂ ਬੈਟਰ ਹੈ। ਹੁਣ ਦੇਖ ਲਿਖ ਲੇਗਾ ਹੁਣੀ, ਮੈਂ ਇੱਕ ਯੂਨਿਟ ਫੇਰ ਪੜਾ ਦੂੰਗਾ ਪੂਰਾ, ਫਿਰ ਉਸ ਤੋਂ ਬਾਅਦ ਭੁੱਲ ਜਾਏਗਾ, ਠੀਕ ਹੈ ਨਾ, ਫਿਰ ਐਂਡ ਜਾ ਕੇ ਹੋ ਸਕਦਾ ਮੈਂ ਵੀ ਭੁੱਲ ਜਾਵਾਂ। ਇਸ ਲਈ ਤਾਂ ਮੈਂ ਕੀ ਹੈ ਕਿ ਨੋਟਸ ਦੇ ਵਿੱਚ ਤੁਹਾਡੇ ਨਾਲ ਹੀ ਇਹ ਮੈਂਸ਼ਨਡ ਹੋਵੇ ਤਾਂ ਕਿ ਤੁਸੀਂ ਜਦੋਂ ਪੇਪਰ ਜਾਂ ਟੈਸਟ ਜਾਂ ਕੋਈ ਮੰਨ ਲਓ ਆਬਜੈਕਟਿਵ ਟੈਸਟ ਦੇਣਾ, ਜਿੱਥੇ ਤੁਹਾਨੂੰ ਪਤਾ ਇਸ ਤਰ੍ਹਾਂ ਦੀ ਸਮੱਸਿਆਵਾਂ ਆ ਸਕਦੀਆਂ ਨੇ, ਉੱਥੇ ਤੁਸੀਂ ਹੱਲ ਕਰਨ ਵਾਲੇ ਬਣੋ, ਤਾਂ ਤੁਸੀਂ ਉੱਥੇ ਤੁਹਾਨੂੰ ਪੜ੍ਹ ਕੇ ਚੱਲ ਜਿਓ ਨਾਲ ਹੀ, ਇਹਦਾ ਕਿਹੜਾ ਕੋਈ ਪ੍ਰੂਫ ਦੇਣਾ ਆਪਾਂ ਇੱਥੇ, ਠੀਕ ਆ। ਹਾਂਜੀ ਸਰ। ਹੁਣ ਜਿਹੜਾ ਆ ਡੈਲਟਾ ਹੋ ਗਿਆ, ਸੌਰੀ ਡੈਲਟਾ ਟੂ ਸਟਾਰ ਹੋ ਗਿਆ। ਅੱਛਾ ਇਹਦਾ ਇੱਕ ਹੋਰ ਵੀ ਹੋ ਗਿਆ, ਇੱਕ ਹੋਰ ਸਵਾਲ ਜਿਵੇਂ ਦੇਖ, ਹੁਣ ਇਹਦੇ ਚ ਕੀ ਕਰਦੇ, ਮੰਨ ਲਓ 1 ਹੈ, 1 ਦੇ ਨਾਲ ਆ 5 ਹੈ, ਮੰਨ ਲਓ ਇੱਥੇ ਇੱਧਰ ਵੀ 5 ਗਿਵਨ ਹੋ ਸਕਦੀ ਕੋਈ, ਆ ਪੁਆਇੰਟ ਹੈ, ਫਿਰ ਇਹਦੇ ਨਾਲ ਮੰਨ ਲਓ ਇੱਧਰ ਹੈਗਾ ਆ 2 ਪੁਆਇੰਟ ਹੈ, ਆ 6 ohms ਹੈ, ਆ ਮੰਨ ਲਓ ਇੱਥੇ 10 ohms ਹੈ, 2 ਤੋਂ ਆ ਇੱਧਰ ਆ 20 ohms ਹੈ, ਆ ਮੰਨ ਲਓ 8 ohms ਹੈ, ਆ 7 ohms ਹੈ। ਹੁਣ ਤੂੰ ਦੇਖ ਇੱਧਰ ਵੀ ਅਨਬੈਲੈਂਸ ਹੈ ਨਾ, 6 8 ਤੇ 10 7 ਆ। ਹਾਂਜੀ ਸਰ। ਹੁਣ ਇੱਥੇ ਮੈਨੂੰ ਕੋਈ ਕਹਿ ਦੇਵੇ ਕਿ ਫਾਈਂਡ ਕਰੋ, ਤੇ ਤੁਸੀਂ ਕੀ ਕਰੋਗੇ, ਤੁਸੀਂ ਡੈਲਟਾ ਸਟਾਰ ਲਗਾ ਲਓ। ਹੁਣ ਤੁਸੀਂ ਆ ਤਾਂ ਇਹਦੇ ਚ ਲਗਾਓਗੇ, ਇਹ ਚ ਵੀ ਲਗਾ ਸਕਦੇ ਹੋ, ਇਹਦੇ ਚ ਵੀ ਲਾ ਸਕਦੇ ਹੋ, ਮਰਜ਼ੀ ਹੈ ਤੁਹਾਡੀ, ਜਿੱਥੇ ਮਰਜ਼ੀ ਲਾ ਲਓ। ਹੁਣ ਜੇ ਮੰਨ ਲਾ ਜੇ ਤੂੰ ਆ ਵਾਲੇ ਵਿੱਚ ਪੁਆਇੰਟ ਆ 2 3 ਪੁਆਇੰਟ ਆ 4 ਆ, ਇਹਨੂੰ ਚਲੋ 1 ਦੇ ਨਾਲ ਆਪਾਂ ਨੂੰ ਮੈਂਸ਼ਨ ਨਹੀਂ ਕੀਤਾ, ਇਹ ਚ ਲਗਾ ਲਈ ਆਪਾਂ, ਜੇ ਇੱਥੇ ਆਪਾਂ ਇਹਨੂੰ ਸਟਾਰ ਬਣਾ ਦਈਏ ਜੀ, ਹਨਾ, ਆ 1 ਹੈ, ਪ੍ਰੈਕਟਿਸ ਨਾਲ ਇਹ ਕੰਮ ਫਾਸਟ ਹੋ ਜਾਂਦਾ ਵਾ। ਆ 6 ohms ਹੈ, ਇਹਨੂੰ ਐ ਰਹਿਣ ਦਿਓ, ਆ 10 ਹੈ, ਇਹਨੂੰ ਵੀ ਐ ਰਹਿਣ ਦਿਓ। ਹੁਣ ਆ 20 ਇਨਵੋਲਵਡ ਆ, ਉਹ ਚ ਸਟਾਰ ਬਣਨਾ ਇਹਦਾ। ਸੋ ਇੱਥੇ ਆ ਹੈਗਾ ਪੁਆਇੰਟ ਤੇਰਾ 2, ਆ ਹੈਗਾ 3, ਆ ਹੈਗਾ 4। ਹੁਣ 2 ਤੇ 3 ਨਾਲ ਜਿਹੜੀ ਜੁੜੂਗੀ, ਸੌਰੀ ਇੱਥੇ ਐਂਡ ਪੁਆਇੰਟ ਆਊਗਾ, ਸੈਂਟਰ ਚ ਐਂਡ ਪੁਆਇੰਟ ਆਊਗਾ। 2 ਨਾਲ ਕਿਹੜੀ ਜੁੜੂਗੀ, ਆ ਤੇ 20 ਤੇ 8 ਨੂੰ ਗੁਣਾ ਕਰੋ, 160/35। ਹਾਂਜੀ ਇਦਾਂ ਹੀ ਆ ਵੀ ਆ ਜੂਗੀ, ਫਿਰ ਇਦਾਂ ਹੀ ਆ ਵੀ ਆ ਜੂਗੀ, ਤੇ ਫਿਰ ਤੁਸੀਂ ਆ ਕਰ ਲਿਆ ਨਾ, ਆ ਦੋਨੋਂ ਸੀਰੀਜ਼ ਆਪਸ ਚ ਪਹਿਲੇ ਚ, ਫਿਰ ਆਵਲੀ ਤੇ ਉਹ ਸਾਰੀ ਸੀਰੀਜ਼ ਹੋ ਜੂਗਾ ਨਾ। ਹਾਂਜੀ ਸਰ। ਸੋ ਕਹਿਣ ਦਾ ਭਾਵ ਇਹ ਹੈ ਕਿ ਬਸ ਤੁਹਾਨੂੰ ਡੈਲਟਾ ਨੂੰ ਸਟਾਰ ਚ ਕਨਵਰਟ ਕਰਨਾ ਚਾਹੀਦਾ, ਤੇ ਸਟਾਰ ਨੂੰ ਕਈ ਵਾਰ ਡੈਲਟਾ ਚ ਕਰਕੇ ਮਤਲਬ ਸਵਾਲ ਹੱਲ ਹੁੰਦਾ ਹੈ। ਸੋ ਡੈਲਟਾ ਉਹਨੂੰ ਪੁੱਠਾ ਕਰਨਾ ਵੀ ਆਉਣਾ ਚਾਹੀਦਾ ਹੈ। ਕਿਵੇਂ, ਹੁਣ ਆਪਾਂ ਕਰਨ ਜਾ ਰਹੇ ਹਾਂ ਸਟਾਰ ਟੂ ਡੈਲਟਾ, ਵੀ ਕਿਤੇ ਸਟਾਰ ਬਣ ਰਿਹਾ ਹੁੰਦਾ ਤੇ ਆਪਾਂ ਡੈਲਟਾ ਚ ਬਦਲ ਕੇ ਉਹਨੂੰ ਸਵਾਲ ਹੱਲ ਕਰਦੇ ਹਾਂ। ਦਿਖਾਣਾ ਸਵਾਲ ਵੀ ਕਿਦਾਂ ਦੇ, ਤੇ ਉਹ ਵੀ ਸਟਾਰ ਟੂ ਡੈਲਟਾ ਲਈ ਰੂਲ ਲਿਖ ਲਓ। ਪਹਿਲਾਂ ਤਾਂ ਰੂਲ ਲਿਖਣਾ ਹੀ ਪੈਣਾ ਹੈ, ਕਿਉਂਕਿ ਉਹਨੂੰ ਯੂਜ਼ ਕਰਾਂਗੇ ਆਪਾਂ ਵਾਰ-ਵਾਰ। ਆ n ਹੈ, ਹੁਣ ਇਹ ਚ ਗਿਵਨ ਕੀ ਹੈ, ਗਿਵਨ r1 r2 r3 ਹੈ, ਆ ਗਿਵਨ ਹੈ r2 ਤੇ r3, ਇਹ ਗਿਵਨ ਨੇ ਹੁਣ, ਕਿਉਂਕਿ ਸਟਾਰ ਤਾਂ ਹੈਗਾ ਹੀ ਹੈ। ਇਹਦਾ ਬਣਾਉਣਾ ਡੈਲਟਾ ਆ, ਡੈਲਟਾ ਬਾਕੀ ਬੰਦੇ ਨਾਲ ਦੇਖੋ ਜੁੜਿਆ ਜੋ ਹੋਊਗਾ, ਉਹ ਜਿੱਥੇ ਉਹ ਐਸਾ ਰਹੂਗਾ ਉਹਨੂੰ ਨਹੀਂ ਮੈਂ ਛੇੜ ਰਿਹਾ। 1 2 3 ਹੁਣ ਮੈਨੂੰ ਕਿਹੜੀ ਪਤਾ ਕਰਨੀ ਪੈਣੀ ਹੈ, ਇੱਕ ਤਾਂ r12 ਪਤਾ ਕਰਨੀ ਪੈਣੀ ਹੈ ਇਹਨਾਂ ਦੇ ਤਿੰਨਾਂ ਟਰਮ ਦੇ ਵਿੱਚ, ਇਧਰ ਪਤਾ ਕਰਨੀ ਪੈਣੀ ਹੈ r23, इधर पता करनी है R13, पर पता किवें करांगे, देखो यूज फॉर्मूला करो, है R12 जिहड़ा है लिखना है, ये देखो पैटर्न है, याद रख लो, R1 + R2 + R1 R2 बटा R3, क्योंकि R1 R2 R3 पता होंगे अपने को। जी R13 है वो बनेगी R1 + R3, पैटर्न है तुम आप सोच लो, R1 R3 बटा R2 जो बच गया तीसरा,
ਹੁਣ R23 ਆਪ ਹੀ ਦੱਸ ਦਿਓ ਇਸੇ ਪੈਟਰਨ ਤੋਂ, ਬੋਲੋ ਬਈ। R23 by R1 ਪਤਾ ਲੱਗ ਗਈ ਗੱਲ? ਹਾਂਜੀ मतलब बस ये है भी है बदले ਉਹਨੂੰ ਬਦਲਣਾ ਹੋਵੇ ਤਾਂ ਉਵੇਂ ਬਦਲਣਾ, ਐਡਜਸੈਂਟ ਨੂੰ ਮਲਟੀਪਲਾਈ ਕਰਕੇ ਬਟਾ ਸਮ ਆਫ ਆਲ ਦੀ 3 ਤੇ ਇੱਥੇ ਆਪਾਂ ਐ ਬਦਲਣਾ ਆ, ਬਸ ਆ ਗੱਲ ਹੈਗੀ ਆ। ਹੁਣ ਇਹਨੂੰ ਆਪਾਂ ਜਿਵੇਂ ਜੇ ਕਿਸੇ ਜਗ੍ਹਾ ਸੋਲਵ ਕਰਨਾ ਹੋਵੇ ਤਾਂ ਯੂਜ਼ ਕਿਵੇਂ ਕਰਾਂਗੇ, ਜਿਵੇਂ ਆ ਦੇਖ ਸਵਾਲ ਹੋ, ਜਿਵੇਂ ਮੰਨ ਲਓ ਕਿਸੇ ਨੇ ਕਹਿਤਾ ਆ 1 ਪੁਆਇੰਟ ਹੈ ਤੇ ਥੋੜਾ ਵੱਡਾ ਬਣਾ ਦਈਏ, ਆ 2 ਪੁਆਇੰਟ ਹੈ, ਆ 3 ਪੁਆਇੰਟ ਹੈ, ਤੇ ਮੰਨ ਲਵੋ ਕਿ ਆ ਹੈਗੀ ਆ resistance 9 ohms, ਆ resistance ਹੈਗੀ ਆ 1 ohm। ਹੁਣ ਕਈ ਵਾਰ ਕੀ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਹਾਂ ਹਾਂ ਇਦਾਂ ਉਹੀ ਲੱਗਣਾ ਆ, ਪਰ ਉਹ ਭੁੱਲ ਜਾਂਦਾ ਹੈ ਕਨਵਰਟ ਕਰਨ ਵਾਲੇ ਫਾਰਮੂਲੇ, ਇਸ ਲਈ ਕਹਿ ਰਿਹਾ ਉਸ ਟਾਈਮ ਪੜ ਕੇ ਜਾਣੇ। ਹੁਣ ਇਹਦੇ ਅੰਦਰ ਆ ਹੈਗੀ ਆ ਇੱਕ ਪੁਆਇੰਟ ਹੈਗਾ n ਐ 6 4 3 find R equivalent between 2 and 3 ਦੇ ਵਿੱਚ ਪਤਾ ਕਰਨਾ ਹੈ। ਦੇਖੋ 2 and ਪਰ ਹੁਣ 2 and 3 ਚ ਵੀ ਦੇਖੋਗੇ ਤੁਹਾਨੂੰ ਪਤਾ ਤੇ ਕਰੰਟ ਜਾਏਗਾ 2 ਤੋਂ 3 ਹਿੱਸਿਆਂ ਜਾਏਗਾ, ਫਿਰ ਮੁੜ ਕੇ ਫਿਰ 6 ਤੇ ਪੰਗਾ ਪੈ ਜਾਣਾ। 9/1.5 4/3 ਦੇ ਬਰਾਬਰ ਵੀ ਨਹੀਂ ਹੈਗਾ, ਨਹੀਂ ਤਾਂ ਆਪਾਂ ਕਹਿ ਦਿੰਦੇ ਕਿ ਚਲੋ ਇਹ ਬੈਲੈਂਸ ਵਿੱਚ ਨੂੰ ਵੀ 6 ਵਾਲੀ ਹਟਾ ਦਿੰਦੇ, 6 ਵਾਲੀ ਹਟਾ ਦਿੰਦੇ ਆਪਣਾ ਕੰਮ ਸਰ ਜਾਣਾ ਸੀ ਜੇ ਬੈਲੈਂਸ ਹੁੰਦਾ ਤਾਂ, ਪਰ ਬੈਲੈਂਸ ਦੇ ਹੈ ਨਹੀਂ। ਹੁਣ ਇਹਦੇ ਚ ਆਪਣੇ ਕੋਲ ਦੋ ਚੀਜ਼ਾਂ ਨੇ, ਸਟਾਰ ਤੇ ਡੈਲਟਾ ਦੋਨੇ ਹੈਗੇ ਨੇ ਕਿ ਨਹੀਂ, ਦੇਖੋ ਹਾਂਜੀ ਸਰ Yes, sir. Yes, sir. ਦੋਨੇ ਨੇ, ਹੁਣ ਇੱਥੇ ਸਟਾਰ ਤੇ ਡੈਲਟਾ ਦੋਨੇ ਨੇ। ਹੁਣ ਜੇ ਦੋਨੇ ਨੇ ਤਾਂ ਹੁਣ ਉਹਨੂੰ ਹੱਲ ਕਰਨ ਲਈ ਦੇਖੋ ਹੁਣ ਤੁਸੀਂ ਇੱਕ ਪਾਸੇ ਤਾਂ ਸੋਚ ਸਕਦੇ ਹੋ ਕਿ ਉੱਪਰਲੇ ਡੈਲਟਾ ਨੂੰ ਸਟਾਰ ਬਣਾਈਏ, ਪਰ ਜੇ ਡੈਲਟਾ ਨੂੰ 9 1.5 ਤੇ 1 ਵਾਲੇ ਡੈਲਟਾ ਨੂੰ ਜੇ ਸਟਾਰ ਬਣਾਓਗੇ ਤਾਂ ਤੁਹਾਨੂੰ ਨਵਾਂ ਹੀ n ਇੰਟਰੋਡਿਊਸ ਕਰਨਾ ਪੈਣਾ, ਫਿਰ ਤਾਂ ਪੰਗਾ ਹੀ ਪੈਂਦਾ ਆ, ਵਿਚਕਾਰਲਾ ਸਟਾਰ ਦਾ ਉੱਥੇ ਤਾਂ ਉੱਥੇ ਹੀ ਆ। ਇਸ ਲਈ ਇੱਥੇ ਆਪਾਂ ਨੂੰ ਉਲਟਾ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰੀਏ, ਸਟਾਰ ਨੂੰ ਡੈਲਟਾ ਬਣਾਈਏ। ਕਿਹੜੇ ਸਟਾਰ ਨੂੰ? ਜਿਹੜਾ ਸੈਂਟਰ 'ਚ ਸਟਾਰ ਨੂੰ ਡੈਲਟਾ ਬਣਾਈਏ। ਕਿਵੇਂ ਬਣਾਵਾਂਗੇ? ਦੇਖੋ ਆਹ ਵਾਲੀ ਜਿਹੜੀ ਰੈਜ਼ਿਸਟੈਂਸ ਹੁੰਦੇ ਨਾ ਆ 1 2 3, ਇਹਨਾਂ ਆ ਸਟਾਰ ਨੂੰ ਆਪਾਂ ਡੈਲਟਾ ਬਣਾ 1 2 3 ਚ ਬਣਾਣੇ, ਬਾਅਦ ਬਾਕੀ ਦੇਖਦੇ ਹਾਂ। ਇਹਦੇ ਲਈ ਆਪਾਂ 1 ਆ ਰੱਖਦੇ ਹਾਂ, 2 ਆ ਰੱਖਦੇ ਹਾਂ, 3 ਆ ਰੱਖਦੇ ਹਾਂ। ਆਪਾਂ ਸਿਰਫ ਇਸ ਸਟਾਰ ਦਾ ਡੈਲਟਾ ਬਣਾਉਂਦੇ ਹਾਂ। ਸਟਾਰ ਦਾ ਡੈਲਟਾ ਕਿਵੇਂ ਬਣਾਂਗੇ? R12 ਕਿਹਦੇ ਬਰਾਬਰ ਆਏਗਾ? ਹੁਣੇ ਦੇਖਿਆ ਆਪਾਂ, R12 will be equal to R1 plus R2 plus R1 R2 by 3 R3 आई सी ना, 1 ਤੇ 2 ਚ R1 R2 ਕੀ ਆ? 4 ਤੇ 6 ना, है ना, ये आ जाएगा 6 जमा 4 जमा 6 चौका 24/3, 3 8 24 8 4 12 ते 6 18 आ गया। क्लियर हुई गल कि नहीं? Yes, sir. Yes, sir. सो डेल्टा बनाने जा रहे हैं, बाकी नहीं मैं मेंशन कर रहा, हाले देख ही नहीं रहा बाकी वाले पासे में। 18 ਤੇ 2 ਤੇ 3 ਵਿੱਚ ਇਸੇ ਤਰ੍ਹਾਂ ਹੀ ਹੁਣ ਤੁਸੀਂ ਕਰ ਲਿਓ, ਮੈਂ ਸਿੱਧੇ ਲਿਖ ਦਿੰਦਾ, ਟਾਈਮ ਨਹੀਂ ਹੈਗਾ ਇੰਨਾ। ਇਹ ਆ ਜਾਊਗਾ ਆਪਣਾ 9 ohms ਤੇ 1 ਤੇ 3 ਵਿੱਚ ਆ ਜਾਊਗਾ ਸਟਾਰ ਦਾ ਡੈਲਟਾ ਬਣਾਇਆ ਤਾਂ 13.5 ohms। ਉਸ ਤੋਂ ਬਾਅਦ ਕਿਉਂਕਿ 1 ਤੇ ਬਾਕੀ ਨਾਲ ਜਿਹੜਾ ਜੁੜਿਆ ਆਪਾਂ ਜੋੜਨਾ ਹੀ ਆ, ਹੁਣ 1 ਦੇ ਨਾਲ ਤੇ 2 ਦੇ ਨਾਲ ਦੇਖੋ 1 ਤੇ 2 ਦੇ ਵਿੱਚ ਇੱਕ 9 ਵੀ ਤਾਂ ਜੁੜਿਆ ਹੈ ਨਾ, ਇਹ ਬਾਹਰਲਾ, ਇਹ ਤਾਂ ਹੋ ਗਿਆ ਸੋਲਵ। ਜਿਹੜਾ 9 ਜੁੜਿਆ ਹੈ ਉਹ 1 ਤੇ 2 ਵਿੱਚ ਹੀ ਹੈ ਨਾ, ਤਾਂ ਆਪਾਂ 1 ਤੇ 2 ਨਾਲ ਜੋੜਾਂਗੇ ਨਾ ਉਹਨੂੰ, ਫਿਰ Yes, sir. 9 ਤੇ 1.5 ਵੀ ਤਾਂ ਜੁੜਿਆ ਹੈ ਨਾ 1 ਤੇ 3 ਨਾਲ, Yes, sir. ਤੇ ਇੱਧਰ ਜੁੜਿਆ ਹੈ ਇੱਕ ਕਿੰਨਾ 1। ਤੇ ਹੁਣ ਤੁਸੀਂ ਚਾਹੋ ਤਾਂ 2 ਤੇ 3 ਚ ਆਰਾਮ ਨਾਲ ਫਾਈਂਡ ਕਰ ਸਕਦੇ ਹੋ ਨਾ, ਡੈਲਟਾ ਤੇ ਡੈਲਟਾ ਹੋ ਗਏ, ਉਹ ਦੋਨੋਂ ਪੈਰਲਲ ਚਲਾ ਦਿਓ, ਉਹ ਦੋਨੋਂ ਪੈਰਲਲ ਚ, ਉਹ ਦੋਨੋਂ ਪੈਰਲਲ ਚ, ਫਿਰ ਉਹ ਦੋਨੋਂ ਪੈਰਲਲ, ਉੱਪਰਲੇ ਪੈਰਲਲ ਤੇ ਉਹ ਪੈਰਲਲ ਆਪਸ ਵਿੱਚ ਸੀਰੀਜ਼, ਉਹ ਫਿਰ ਨਿਚਲੇ ਆਣਾ ਫਿਰ ਪੈਰਲਲ ਚ। ਸਮਝ ਲੱਗੀ ਗੱਲ ਗੁਰਾਂਸ਼? ਹਾਂਜੀ ਸਰ। ਬਸ ਇਹ ਕੀ ਹੈ ਕਿ ਆਪਣਾ ਸਟਾਰ ਤੋਂ ਡੈਲਟਾ ਜਾਂ ਡੈਲਟਾ ਤੋਂ ਸਟਾਰ ਬਣਾ ਕੇ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਕਿਵੇਂ ਯੂਜ਼ ਕਰਦੇ ਆ। ਇਹਨੂੰ ਬੋਰਡ ਐਗਜ਼ਾਮ ਲਈ ਕਦੀ ਵੀ ਨਹੀਂ ਯੂਜ਼ ਕਰਨਾ, ਬਲਕਿ ਉੱਥੇ ਨੂਮੈਰੀਕਲ ਚ ਵੀ ਇਹ ਯੂਜ਼ ਨਹੀਂ ਕਰਨਾ। ਤੇ ਇਹ ਬਸ ਆਪਣੀ ਜਿਵੇਂ ਕਈ ਵਾਰ ਕਿਸੇ ਜਗ੍ਹਾ ਸ਼ਾਰਟਕਟ ਲੱਗਦਾ ਹੋਵੇ ਤਾਂ ਲਾ ਦੇਵਾਂਗੇ, ਅਦਰਵਾਈਜ਼ ਮਤਲਬ ਬਹੁਤ ਸਾਰੇ ਹੋਰ ਮੈਥਡ ਤਾਂ ਤੁਹਾਨੂੰ ਦੱਸੇ ਹੀ ਹੋਏ ਨੇ, ਉਦਾਂ ਹੀ ਆਪਣਾ ਮਤਲਬ ਜਿਸ ਕੋਲ ਜਾਂਦੇ ਆ ਕਈ ਵਾਰ।
ठीक है जी योगेश Yes, sir. पता लग गई गल Yes. ਸੋ ਇੱਕ ਤਾਂ ਅਸੀਂ ਪੋਟੈਂਸ਼ੀਓਮੀਟਰ ਦੀ ਸੈਂਸਿਟੀਵਿਟੀ ਬਾਰੇ ਗੱਲ ਕੀਤੀ ਆਪਾਂ ਇੱਕ ਉਹਨੂੰ ਥੋੜਾ ਸਿੱਖ ਲੈਣਾ ਚੰਗੀ ਤਰ੍ਹਾਂ ਫਿਰ ਆਪਾਂ ਦੇਖਿਆ ਕਿ ਮੀਟਰ ਵਿੱਚ ਤੇ ਪੋਟੈਂਸ਼ੀਓਮੀਟਰ ਦੇ ਪੇਪਰ 'ਚ ਅਟੈਂਪਟ ਕਰਦੇ ਹੋਏ ਕੁਐਸਚਨਸ ਨੂੰ ਕਿਸ ਤਰ੍ਹਾਂ ਆਪਾਂ ਪ੍ਰੈਜ਼ੈਂਟ ਕਰਨਾ ਹੈ ਫਿਰ ਆਪਾਂ ਦੇਖਿਆ ਪੋਸਟ ਆਫਿਸ ਬਾਕਸ ਕੀ ਹੁੰਦਾ ਪੋਸਟ ਆਫਿਸ ਬਾਕਸ ਕਿਸ ਤਰ੍ਹਾਂ ਸਾਨੂੰ ਪਹਿਲੇ ਦੂਜੇ ਤੇ ਤੀਜੇ ਡਿਜਿਟ ਬਾਰੇ ਜਾਣਕਾਰੀ ਦਿੰਦਾ ਹੈ ਕਿਸੇ ਵੀ ਰੈਜ਼ਿਸਟੈਂਸ ਦੇ ਬਾਰੇ ਅੰਦਾਜ਼ਾ ਲਾ ਸਕਦੇ ਹਾਂ ਅਸੀਂ ਵੀ ਦੂਜੇ ਜਾਂ ਤੀਸਰੇ ਡੈਸੀਮਲ ਪਲੇਸ ਤੱਕ ਤੀਸਰੇ ਤੱਕ ਵੀ ਕਰ ਸਕਦੇ ਹੋ ਇਹ ਰੈਜ਼ਿਸਟੈਂਸ P ਨੂੰ ਤੁਸੀਂ 10000 ਕਰ ਦਿਓ ਤੇ ਉਹਨੂੰ ਉਧਰ 10 ਰੱਖ ਦਿਓ ਤਾਂ ਫਿਰ ਉਹ ਤੀਜੇ ਤੇ ਵੀ ਚੱਲ ਜਾਵਾਂਗੇ ਨਾਲੇ ਉਹ ਹੋ ਜਾਂਦਾ ਕੰਮ ਤੇ ਪਰ ਇਹ ਹੈ ਕਿ ਆਪਾਂ 2 ਤੱਕ ਹੀ ਰੱਖਦੇ ਹਾਂ ਇਹ ਸਾਡੇ ਲੈਬ 'ਚ ਹੁੰਦਾ ਸੀ ਉੱਥੇ ਵੀ ਅਸੀਂ ਇੰਨਾ ਹੀ ਕਰਦੇ ਸੀ ਸ਼ਾਇਦ 3 10 100 ਤੇ 1000 ਹੀ ਸੀ ਫਿਰ ਆ ਡੈਲਟਾ ਟੂ ਸਟਾਰ ਟੂ ਡੈਲਟਾ ਯਾਦ ਰੱਖਿਓ ਥੋੜਾ ਜਿਹਾ ਕਿ ਕਿਸ ਤਰ੍ਹਾਂ ਉਹ ਕਰਦੇ ਆ ਹੁਣ ਇੱਕ ਆਰਸੀ ਸਰਕਟਸ ਦਾ ਇੱਕ ਛੋਟਾ ਜਿਹਾ ਟੌਪਿਕ ਹੈਗਾ ਆ ਠੀਕ ਆ ਆਰਸੀ ਸਰਕਟਸ ਉਹ ਵੀ ਤੁਹਾਡੇ ਸੀਬੀਐਸਈ ਬੋਰਡ ਲਈ ਨਹੀਂ ਹੈ ਕੰਪੀਟੀਸ਼ਨ ਲਈ ਹੈਗਾ ਥੋੜਾ ਬਹੁਤਾ ਉਹਦੇ ਬਾਰੇ ਜਿਵੇਂ ਕਿਉਂਕਿ ਕੈਪੈਸਿਟਰ ਤੁਸੀਂ ਚੰਗੀ ਤਰ੍ਹਾਂ ਪੜਿਆ ਹੋਇਆ ਵਾ ਤੁਹਾਨੂੰ ਚੰਗੀ ਤਰ੍ਹਾਂ ਕਰਾਇਆ ਸਾਰਾ ਰੈਜ਼ਿਸਟਰਸ ਵੀ ਤੁਸੀਂ ਕਰ ਲਏ ਨੇ ਹੁਣ ਜੇ ਇੱਕ ਹੀ ਸਰਕਟ ਵਿੱਚ ਬੈਟਰੀ ਦੇ ਨਾਲ ਰੈਜ਼ਿਸਟਰ ਤੇ ਕਹਿੰਦੇ ਆ ਕੈਪੈਸਿਟਰ ਦੋਨੋਂ ਆ ਜਾਣ ਤੇ ਬੈਟਰੀ ਆ ਜਾਵੇ ਕਿਉਂਕਿ ਅੱਗੇ ਵੀ ਜਾ ਕੇ ਪੜੋਗੇ ਤੁਸੀਂ ਆਰਸੀ ਸਰਕਟ ਪਰ ਅਗਲੇ ਜਾ ਕੇ ਆਰਸੀ ਸਰਕਟ ਚੌਥੇ ਯੂਨਿਟ 'ਚ ਪੜੋਗੇ ਐਲਟਰਨੇਟਿੰਗ ਕਰੰਟਸ ਵਾਲਾ ਮਾਮਲਾ ਹੋਏਗਾ ਉੱਥੇ ਆਪਾਂ ਉੱਥੇ ਦੇਖਾਂਗੇ ਕਿਵੇਂ ਬਿਹੇਵ ਕਰੇਗਾ ਇੱਥੇ ਤਾਂ ਆਪਣੇ ਕੋਲ ਬੈਟਰੀਆਂ ਨੇ ਤਾਂ ਬੈਟਰੀਆਂ ਵਾਲੇ ਕੇਸ ਦੇ ਵਿੱਚ ਆਰਸੀ ਸਰਕਟ ਕਿਵੇਂ ਬਿਹੇਵ ਕਰੇਗਾ ਇਹ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਲੈਕਚਰ 'ਚ ਕਰਕੇ ਇਹਨੂੰ ਮੁਕਾ ਦੇਵਾਂਗੇ ਤੇ ਫਿਰ ਆਪਾਂ ਐਚਸੀ ਵਰਮਾ ਦੀਆਂ ਜਿਹੜੀ ਪ੍ਰੋਬਲਮਸ ਨੇ ਉਹ ਉਹਦੇ ਨਾਲ ਫਿਰ ਸ਼ੁਰੂ ਕਰ ਦੇਵਾਂਗੇ ਕਰਨਾ ਤੁਸੀਂ ਸਾਰੇ ਕਰ ਰਹੇ ਹੋ ਨਾ ਨਾਲ ਪ੍ਰੋਬਲਮਸ Yes, ਸਰ sir. ਐਚਸੀ ਦੀਆਂ ਭੇਜ ਦਿਓ ਹਾਂ ਐਚਸੀ ਦੀਆਂ ਉਹ ਸੱਚ ਕੋਈ ਇੱਕ ਜਣਾ ਕੋਈ ਬਣਾ ਕੇ ਪੀਡੀਐਫ ਪਾ ਦਿਓ ਵੀ ਗਰੁੱਪ 'ਚ ਮੈਂ ਇੱਕ ਵਾਰ ਦਿਮਾਗ 'ਚੋਂ ਨਿਕਲ ਜਾਂਦਾ ਤਾਂ ਤੁਸੀਂ ਤਾਂ ਪਾਈ ਦਿਓ ਕਿਸੇ ਕੋਲ ਹੋਊਗੀ ਠੀਕ ਹੈ ਪੂਰੀ ਪੀਡੀਐਫ ਬਣਾ ਕੇ ਭੇਜ ਦਿਓ ਐਕਸਰਸਾਈਜ਼ ਦੀ ਆਬਜੈਕਟਿਵ 1 ਆਬਜੈਕਟਿਵ 2 ਤੇ ਫਿਰ ਐਕਸਰਸਾਈਜ਼ ਤੇ ਆਪਾਂ ਅਗਲੇ ਲੈਕਚਰ 'ਚ ਆਰਸੀ ਸਰਕਟ ਕਰਕੇ ਨਾ ਫਿਰ ਉੱਤੇ ਆਨੇ ਆ ਉਹੀ ਕਰਦੇ ਆ ਫਿਰ ਸੋਲਵ 1-2 ਲੈਕਚਰ ਉੱਤੇ ਲਗਾਉਂਦੇ ਆ ਆਪਾਂ ਖੁੱਲ ਕੇ ਆਰਾਮ ਨਾਲ ਠੀਕ ਹੈ ਥੈਂਕ ਯੂ Thank you, sir. So Thank you, sir.